ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਵਿਚਾਰਾਂ ਵਿੱਚ ਅੱਜ ਅੰਕ ਨੰਬਰ 1057 ਤੋਂ ਅੱਗੇ ਪਾਠ ਕਰਨਾ। ਮਾਰੂ ਰਾਗ ਵਿੱਚ ਤੀਜੀ ਪਾਤਸ਼ਾਹੀ ਧੰਨ ਧੰਨ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਸੋਹਲਿਆਂ ਦੇ ਪਾਠ ਚੱਲ ਰਹੇ ਹਨ, ਜਿਸ ਵਿੱਚ 13ਵੇਂ ਸੋਹਲੇ ਦੇ 10 ਪਦੇ ਤੱਕ ਦਾ ਕੱਲ ਪਾਠ ਹੋਇਆ ਸੀ। ਅੱਜ ਅੱਗੋਂ ਪਾਠ ਕਰਨਾ। सेवक सेवे शब्द सलाहे, सदा रंग राते हर गुण गावे, आपे बख्शे शब्द मिलाए, परमलवास मन ताहे। सेवक सेवे शब्द सलाहे, सदा रंग राते हर गुण गावे, आपे बख्शे शब्द मिलाए, परमलवास मन ताहा है। सेवक सेवे, सेवक सेवक ਦੇ ਸਪੈਲਿੰਗ ਵੱਲ ਧਿਆਨ ਦਿਆ ਜਾਏ। ਬਹੁਵਚਨ ਰੂਪ ਵਿੱਚ ਆਇਆ ਸੇਵਕ ਸੇਵੇਂ। ਜਦੋਂ ਬਹੁਵਚਨ ਹੋ ਗਿਆ ਤੇ ਸੇਵੇਂ ਬਿੰਦੀ ਲਾ ਕੇ ਉਚਾਰਨ ਕਰਨਾ। ਸੇਵਦੇ ਹਨ। ਅਸੀਂ 9ਵੇਂ ਪਦੇ ਦਾ ਪਾਠ ਕਰਕੇ ਆਏ ਹਾਂ। ਗੁਰ ਸੇਵਾ ਤੇ ਸਭ ਕੁਛ ਪਾਏ। ਇੱਥੇ ਕਹਿ ਰਹੇ ਸੇਵਕ ਸੇਵੇਂ, ਜਿਹੜੇ ਸੱਚ ਨਾਲ ਜੁੜ ਬੈਠੇ ਹਨ, ਜਿਹੜੇ ਗੁਰੂ ਦੇ ਸ਼ਬਦ ਨਾਲ ਰਲ ਮਿਲ ਬੈਠੇ ਹਨ, ਜਿਨ੍ਹਾਂ ਦੇ ਉੱਤੇ ਇੰਝ ਸਮਝ ਲਈਏ ਨਾਮ ਨਾਲ ਜਿਹੜੇ ਜੁੜ ਬੈਠੇ ਹਨ, ਉਹ ਸੇਵਕ ਸੇਵਾ ਤੇ ਲੱਗ ਗਏ ਹਨ, ਸੱਚ ਦੀ ਕਮਾਈ ਕਰਨ ਲੱਗ ਪਏ ਹਨ। ਸ਼ਬਦ ਸਲਾਹੇ, ਸ਼ਬਦ ਦੇ ਰਾਹੀਂ ਸਲਾਉਂਦੇ ਹਨ, ਸ਼ਬਦ ਦੀ ਅਗਵਾਈ ਦੇ ਵਿੱਚ ਜੀਵਨ ਬਤੀਤ ਕਰ ਰਹੇ ਹਨ। ਸ਼ਬਦ ਦੀ ਅਗਵਾਈ ਵਿੱਚ ਉੱਠਣਾ ਬੈਠਣਾ ਟੁਰਨਾ ਫਿਰਨਾ, ਉਹਨਾਂ ਦਾ ਹਰ ਬੋਲ, ਉਹਨਾਂ ਦੀ ਹਰ ਕਰਨੀ ਸ਼ਬਦ ਦੀ ਅਗਵਾਈ ਵਿੱਚ। ਸ਼ਬਦ ਸਲਾਹੇ, ਸ਼ਬਦ ਨੂੰ ਅਸਲ ਫਲਾਉਣਾ, ਸ਼ਬਦ ਦੀ ਅਗਵਾਈ ਵਿੱਚ ਜੀਵਨ ਜਿਉਣਾ ਹੈ। ਗਿਆਨ ਦੇ ਚਾਨਣ, ਗਿਆਨ ਦੀ ਰੋਸ਼ਨੀ ਵਿੱਚ ਜੀਵਨ ਜਿਉਣਾ ਹੈ। ਸਦਾ ਰੰਗ ਰਾਤੇ ਹਰ ਗੁਣ ਗਾਵੇਂ, ਸਦਾ ਹੀ ਰੰਗ ਵਿੱਚ ਭਿੱਜੇ ਰਹਿੰਦੇ ਹਨ। ਰੰਗ ਵਿੱਚ ਭਿੱਜਣਾ ਭਾਵ ਪ੍ਰਭਾਵ ਵਿੱਚ ਆ ਜਾਣਾ, ਪੂਰਾ ਪ੍ਰਭਾਵ ਲੈ ਲਿਆ। ਸ਼ਬਦ ਦੇ ਪ੍ਰਭਾਵ ਵਿੱਚ, ਸ਼ਬਦ ਦੇ ਰੰਗ ਵਿੱਚ ਮਨ ਰੰਗਿਆ ਗਿਆ। ਔਰ ਮਨ ਜਿਸ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ ਨਾ, ਫਿਰ ਉਹੀਓ ਬੋਲ ਮਨੁੱਖ ਦੇ ਮੂੰਹ ਤੋਂ ਨਿਕਲਣ ਲੱਗ ਪੈਂਦੇ ਆ। ਫਿਰ ਮਨੁੱਖ ਉਹੀਓ ਕਾਰ ਵਿਹਾਰ ਕਰੀ ਜਾਂਦਾ ਹੈ। ਕੋਈ ਬੱਚਾ ਕਿਧਰੋਂ ਕਿਸੇ ਵੀ ਚੀਜ਼ ਤੋਂ ਪ੍ਰਭਾਵਿਤ ਹੋ ਜਾਏ ਨਾ, ਖੇਡਾਂ ਵਿੱਚ ਕਿਧਰੇ ਖੁਸ਼ੀ ਮਿਲੇ ਬੱਚੇ ਨੂੰ, ਉਸ ਮਾਂ ਪਿਓ ਦੇ ਅੱਗੇ, ਭੈਣ ਭਰਾਵਾਂ ਦੇ ਅੱਗੇ ਉਸੀ ਖੇਡ ਦੀ ਗੱਲ ਬਾਰ-ਬਾਰ ਕਰੀ ਜਾਂਦਾ ਹੈ। ਬਾਰ-ਬਾਰ ਉਹ ਪ੍ਰਭਾਵ ਵਿੱਚ ਆ ਗਿਆ, ਖੁਸ਼ੀ ਮਿਲੀ ਉਹਨੂੰ। ਇੱਥੇ ਗੁਰੂ ਸਾਹਿਬ ਸੱਚ ਦੀ ਖੁਸ਼ੀ ਦਾ ਜ਼ਿਕਰ ਕਰ ਰਹੇ ਹਨ, ਉਸ ਆਨੰਦ ਦਾ ਜ਼ਿਕਰ ਕਰ ਰਹੇ ਹਨ, ਜਿਹੜੇ ਆਨੰਦ ਵਿੱਚ ਮਨ ਆਨੰਦਿਤ ਹੋ ਗਿਆ। ਸਦਾ ਰੰਗ ਰਾਤੇ ਹਰ ਗੁਣ ਗਾਵੇ। ਹਰ ਗੁਣ, ਗੁਣ ਦੇ ਸਪੈਲਿੰਗ ਵੱਲ ਵੀ ਧਿਆਨ ਦੇਣਾ, ਅਣਾਣਾ ਮੁਕਤਾ ਹੈ। ਹਰ ਗੁਣ ਗਾਵੇ, ਹਰੀ ਦੇ ਗੁਣ ਗਾਉਂਦੇ ਰਹਿੰਦੇ ਹਨ। ਹਰੀ ਦੇ ਗੁਣ, ਹਰੀ ਦੀ ਸਿਫਤ ਸਲਾਹ ਕਰਦੇ ਰਹਿੰਦੇ ਹਨ। ਸਿਰਫ ਜ਼ਬਾਨੀ ਹੀ ਨਹੀਂ, ਮਨ ਬਚ ਕਰਮ ਦੇ ਰਾਹੀਂ ਹਰੀ ਦੇ ਗੁਣ ਗਾਉਂਦੇ ਰਹਿੰਦੇ ਹਨ। ਆਪੇ ਬਖਸ਼ੇ ਸ਼ਬਦ ਮਿਲਾਏ, ਪਰਮਲ ਵਾਸ ਮਨ ਤਾਹਾਏ। ਆਪੇ ਬਖਸ਼ੇ, ਪਰਮਾਤਮਾ ਨੇ ਵਿਉਂਤੀ ਇਸ ਤਰ੍ਹਾਂ ਦੀ ਬਣਾਈ ਹੈ, ਜਦੋਂ ਮਨੁੱਖ ਸੱਚ ਨਾਲ ਜੁੜਨਾ ਕਰਦਾ ਹੈ, ਜਦੋਂ ਮਨੁੱਖ ਦਾ ਮਨ ਸੱਚ ਨਾਲ ਭਿੱਜ ਜਾਂਦਾ ਹੈ, ਜਦੋਂ ਸੱਚ ਦੀ ਰਾਹ ਤੇ ਕਾਰ ਵਿਹਾਰ ਕਰਨ ਲੱਗ ਪੈਂਦਾ ਹੈ, ਤੇ ਉਸ ਬਖਸ਼ਿਸ਼ ਨਾਲ ਮਾਨੋ ਸਾਂਝ ਬਣ ਜਾਂਦੀ ਹੈ। ਆਪੇ ਬਖਸ਼ੇ, ਬਖਸ਼ਿਸ਼ ਉਸਨੇ ਸਾਰਿਆਂ ਤੇ ਕੀਤੀ ਹੋਈ ਹੈ, ਅਸੀਂ ਭਾਂਡਾ ਉਲਟਾ ਰੱਖਿਆ ਹੋਇਆ। ਜਦੋਂ ਸ਼ਬਦ ਨਾਲ ਜੁੜਿਆ ਭਾਂਡਾ ਸਿੱਧਾ ਹੋ ਗਿਆ। ਆਪੇ ਬਖਸ਼ੇ, ਤੇ ਬਖਸ਼ਿਸ਼ ਸਾਡੀ ਇੰਝ ਸਮਝੀਏ ਬਖਸ਼ਿਸ਼ ਝੋਲੀ ਵਿੱਚ ਆਉਣ ਲੱਗ ਪਈ। ਪਹਿਲਾਂ ਵੀ ਬਖਸ਼ਿਸ਼ ਸੀ, ਪਰ ਸਾਡੇ ਕਾਰ ਵਿਹਾਰ ਬਖਸ਼ਿਸ਼ ਨੂੰ ਲੈ ਨਹੀਂ ਰਹੇ ਸੀ। ਸਾਡੀ ਸੁਰਤ ਜਿਹੜੀ ਹੈ ਸੱਚ ਨਾਲ ਜੁੜੀ ਨਹੀਂ ਹੋਈ ਸੀ। ਸਾਡਾ ਮਨ ਜਿਹੜਾ ਹੈ ਸੱਚ ਨਾਲ ਭਿੱਜਿਆ ਨਹੀਂ ਹੋਇਆ ਸੀ। ਗੁਰੂ ਸਾਹਿਬ ਕਹਿ ਰਹੇ ਸਦਾ ਰੰਗ ਰਾਤੇ, ਜਦੋਂ ਰੰਗ ਵਿੱਚ ਰਤੇ ਗਏ ਆਪੇ ਬਖਸ਼ੇ। ਤਾਂ ਬਖਸ਼ਿਸ਼ ਜਿਹੜੀ ਹੈ ਪ੍ਰਾਪਤ ਕਰ ਲਈ ਸ਼ਬਦ ਮਿਲਾਏ। ਇਹ ਬਖਸ਼ਿਸ਼ ਦੇ ਨਾਲ ਜਿਹੜੀ ਸਾਂਝ ਬਣੀ ਹੈ, ਸ਼ਬਦ ਦੇ ਰਾਹੀਂ ਸਾਂਝ ਬਣੀ ਹੈ। ਸ਼ਬਦ ਮਿਲਾਏ, ਸ਼ਬਦ ਦੇ ਰਾਹੀਂ ਉਸ ਬਖਸ਼ਿਸ਼ ਦੀ ਪਾਤਰਤਾ ਪ੍ਰਾਪਤ ਹੋਈ ਹੈ। ਐਂ ਸਮਝੀਏ ਸ਼ਬਦ ਮਿਲਾਏ ਕਿਉਂਕਿ ਅੱਖਰ ਆਇਆ, ਐਂ ਸਮਝੀਏ ਪ੍ਰਮਾਤਮਾ ਨੇ ਵਿਉਂਤੀ ਇਸ ਤਰ੍ਹਾਂ ਬਣਾਈ ਹੈ ਕਿ ਸ਼ਬਦ ਦੇ ਰਾਹੀਂ ਆਪਣੇ ਆਪ ਨਾਲ ਮਿਲਾ ਲੈਂਦਾ ਹੈ। ਇੱਕ ਵਾਰੀ ਸਾਂਝ ਬਣੀ ਸੀ ਕਿ ਅਸੀਂ ਧਿਆਨ ਦਈਏ ਨਾ, ਅੱਜ ਤੱਕ ਇਸ ਤਰ੍ਹਾਂ ਨਹੀਂ ਹੋਇਆ ਕਿ ਅੰਬ ਦਾ ਬੀਜ ਬੋਇਆ ਹੋਏ ਤੇ ਵਿੱਚੋਂ ਕਿੱਕਰ ਦਾ ਬੂਟਾ ਉਗਾਇਆ। ਅੰਬ ਦਾ ਬੀਜ ਬੋਇਆ ਤੇ ਅੰਬ ਵੀ ਉੱਗੇਗਾ।
अंब नहीं अंब दा फल ही लगेगा। यह परमात्मा दा बनाया नियम है। सच नाल जुड़िया सच दी बख्शिश प्राप्त होगी। सच दा बीज बोया, सच नाल सांझ बन गई। परमात्मा ने सिस्टम इस तरह का बनाया, आपे बख्शिश शब्द मिलाए। परमल वास मन ताहा है। परमल परमल ਜਿਹੜਾ ਅੱਖਰ ਆਇਆ ਨਾ, ਇਹਨੂੰ ਚੰਦਨ ਦੀ ਖੁਸ਼ਬੂ ਵੀ ਕਿਹਾ ਜਾਂਦਾ ਹੈ। ਵੈਸੇ ਪਰਮਲ ਜਿਹੜਾ ਹੈ, ਕਿਉਂਕਿ ਚੰਦਨ ਖੁਸ਼ਬੂਆਂ ਦਾ ਇੰਜ ਸਮਝ ਲਈਏ ਰਾਜਾ ਹੈ ਖੁਸ਼ਬੂਆਂ ਦਾ। ਚੰਦਨ ਜਿਹੜੀ ਸਭ ਤੋਂ ਬਹੁਤ ਸੋਹਣੀ ਖੁਸ਼ਬੂ ਹੁੰਦੀ ਹੈ, ਇਸ ਲਈ ਚੰਦਨ ਦਾ ਜ਼ਿਕਰ ਆਉਂਦਾ ਹੈ। ਵੈਸੇ ਪਰਮਲ ਜਿਹੜਾ ਹੈ ਉਹਨੂੰ ਖੁਸ਼ਬੂ ਕਰਕੇ ਵੀ ਲਿਆ ਜਾਂਦਾ ਹੈ ਕਿ ਖੁਸ਼ਬੂ ਹੈ। ਵੈਸੇ ਪਰਮਲ ਅੱਖਰ ਹੈ ਵਿੱਚ ਆਉਂਦੇ ਹਨ। ਗੁਰਬਾਣੀ ਵਿੱਚ ਸਿਰਫ ਖੁਸ਼ਬੂ ਜਿਹੜਾ ਹੈ ਖੁਸ਼ਬੂ ਕਰਕੇ ਹੀ ਆਇਆ ਹੈ, ਜਿੱਥੇ ਵੀ ਆਇਆ ਹੈ। ਪਰਮਲ ਦੇ ਅਗਰ ਅਸੀਂ ਸੰਧੀ ਛੇਦ ਕਰ ਦਈਏ ਹਿੰਦੀ ਭਾਸ਼ਾ ਵਿੱਚ ਪਰ ਜਮਾ ਮਲ, ਤੇ ਉੱਥੇ ਜਿਹੜਾ ਆਇਆ ਹੈ ਪਰ ਅੱਖਰ ਪਰੇ ਕਰਕੇ ਵੀ ਆਇਆ, ਮਲ ਨੂੰ ਪਰੇ ਕਰਦੇ। ਵਿਪਰੀਤ ਅਰਥ ਵਿੱਚ ਵੀ ਹੈ। ਪਰ ਮਲ ਭਾਵ ਪਰਾਈ ਮਲ, ਪਰ ਤੋਂ ਭਾਵ ਪਰਾਈ ਮਲ, ਬਿਲਕੁਲ ਵਿਪਰੀਤ ਅਰਥ ਹਨ ਦੋਨੋਂ। ਹੈਗਾ ਪਰਮਲ ਹੀ ਹੈ, लेकिन अर्थ दोनों के विपरीत हो जाते हैं। पर गुरु ग्रंथ साहब जिथे भी आया खुशबू करके ही आया। जिथे तक मेरी निगाह गई, जिथे तक दर्शन हो पाए, खुशबू करके ही आया है। ते इत्थे गुरु साहब कर रहे हैं परमल वास मन ताहा है। मन दे स्पेलिंग वाल ध्यान देना। मन विच जदों रंग विच रत्या गया ना, सदा रंग राते रंग विच भिज गया, ते अंदरों जेड़े हैं मत विच रतन जवाहर माणिक जे एक गुर की सिख सुनी ਤੇ ਮਨ ਦੇ ਵਿੱਚੋਂ ਖੁਸ਼ਬੂ ਪ੍ਰਗਟ ਹੋਣ ਲੱਗੀ, ਸ਼ੁਭ ਗੁਣ ਪ੍ਰਗਟ ਹੋਣ ਲੱਗ ਗਏ। ਜਦੋਂ ਮਨ ਵਿੱਚ ਸ਼ੁਭ ਗੁਣ ਪ੍ਰਗਟ ਹੋਏ ਤੇ ਉਹ ਸ਼ੁਭ ਗੁਣ ਤਨ ਦੇ ਰਾਹੀਂ ਸੰਸਾਰ ਨੂੰ ਪ੍ਰਗਟ ਹੋ ਜਾਂਦੇ। ਅਸੀਂ ਧਿਆਨ ਦਈਏ ਨਾ, ਮਨ ਵਿੱਚ ਝੂਠ ਵਸਦਾ ਤੇ ਬਾਹਰ ਝੂਠ ਪ੍ਰਗਟ ਹੁੰਦਾ। ਮਨ ਵਿੱਚ ਜਦੋਂ ਸੱਚ ਪ੍ਰਗਟ ਵਸ ਗਿਆ, ਜਦੋਂ ਮਨ ਦੇ ਵਿੱਚ ਸੱਚ, ਤੇ ਸੰਸਾਰ ਵਿੱਚ ਕਰਮਾਂ ਦੇ ਰਾਹੀਂ ਸੱਚ ਪ੍ਰਗਟ ਹੋਣ ਲੱਗ ਪਿਆ। ਗੁਰੂ ਸਾਹਿਬ ਸਮਝਾਣਾ ਕਰ ਰਹੇ ਪਰਮਲ ਵਾਸ ਮਨ ਤਾਹਾ ਹੈ। ताहा अखर बार बार इस पदे दे अंदर भी गुरु साहब इस्तेमाल कर रहे हैं। उस दे मन दे विच परमल दी वास, श्रेष्ठ वास समझ लीए, खुशबू समझ लीए, वो जिहड़ी है उसदा वासा हो गया जी। हरविंदर जी कल जिहड़ी असीं जो कल दा पता विचार करना शुरू कीता सी ना, वो पहली पंक्ति सी भी गुर सेवा ते सब कुछ पाए। जे तू गुरु की सेवा विच लग गया, तेरे जिंदगी विच किसी चीज की कोई ऊणता है, जिस परपस वास्ते तू दुनिया विच आया सी, जो उस तेरा जिंदगी का कारज जिहड़ा है ना, वो जे तू गुरु की सेवा विच लग गया, गुरु सेवा ते सब कुछ पाए। हुण अज सेवक नूं डिफाइन करदे पे ने। मतलब अज मतलब कई बंदे गुरुद्वारे में जिहड़े तो असीं आम तौर ते सेवक नूं समझने पे हां, बाल्टियां लैके प्रशादा जी दाला जी, असीं उहनूं नॉर्मल तौर ते समझने में कि ए ही सेवा है। तो सेवा अपने आप अंदर ठीक है, संस्था नूं चलाउण वास्ते जो जो सिस्टम की लोड़ पैंदी है। इत्थे इत्थे गुरु साहब ने सेवक नूं डिफाइन करदे पए ने, सेवक सेवा है। जिहड़े सेवक हुंदे ने ना, असीं कल फिर विचार करके आए सी कि सेवा भी की हुंदी है। गुर की सेवा शब्द विचार जी 3-4-5 शब्द लिते सन भी, सतगुरु जिनी ना सेवियो, शब्द ना कीतो विचार, अंतर ज्ञान ना आयो, मृतक है संसार। जो बंदा सेवक है ना, सेवक को सेवा बने आई। जे वो कहने भी तू तू यही काम करना आंदा, तेन यार तू जे तू अपने आप नूं सेवक कौन है ना, ओदी सेवा में जुड़ जा। और जेड़ा कहंदे सेवक सेवा है, शब्द साला है। जेड़े सेवक जन ने वो गुरु दे शब्द दी विचार करदे ने, वो शब्द कोलों सलाह लैंदे ने। जे मैं जीवन विच कोई भी काम करना है ना, तो शब्द को जेड़ा सलाह लेंगे तो यो ए काम करा ना करा भी वो मेरी जीवन जांच कैसी होगी, यदि सलाह भी वो कपड़ रूप सुहावना, छड़ दुनिया अंदर जावना, भी वो वाद विवाद काहू से होना की जाए। हुण गुरु एक जीवन जांच देंदा पे, जे बंदा ए सलाह मान लवे गुरु दी, वाद विवाद काहू से होना की जाए, फिर बंदे दा जीवन काफी सोहना बनना, एक्सेप्टेबल बनना शुरू हो जाएगा। वाट न कर ही मामला जाने मेहमान, भी तू अपने आप नूं दुनिया विच एक मेहमान दी तौर ते समझ। किसी नाल टंटा वगैरह ना वो करके ना बह जाई, भी वो भलके उठ पपोलीए, विण बूझे मुगद अजान, भी सो प्रभ चित ना आयो, छुटेगी बेबान। जे बंदा ए गुरु दी सलाहां मन लवे ना कि मैं आया सी, मैनूं समा मिलिया सी जिंदगी दा,
ਇਹਦੇ ਵਿੱਚ ਮੈਂ ਕੁਝ ਕਾਰਜ ਸਵਾਰਨਾ ਹੈ, ਕਾਰਜ ਸਵਾਰ ਕੇ ਮੈਂ ਤੋਂ ਜੋ ਚਲੇ ਜਾਣਾ ਹੈ ਨਾ, ਤੇ ਮੈਂ ਜਿਹੜਾ ਸੇਵਕ ਹੈ ਉਹ ਸੇਵਕ ਦਾ ਕੰਮ ਹੀ ਹੈ ਵੀ ਕਿ ਉਹ ਸ਼ਬਦ ਦੀ ਵਿਚਾਰ ਕਰਦਾ ਹੈ। ਔਰ ਜੋ ਸਲਾਹ ਲੈਣੀ ਨਾ, ਅਸੀਂ ਵੀ ਘਰ ਵਿਆਹ ਹੋਵੇ ਨਾ, ਸਾਡੇ ਘਰ ਵਿੱਚ ਕੋਈ ਕਾਰਜ ਹੋਵੇ, ਅਸੀਂ 10 ਬੰਦਿਆਂ ਦੀ ਸਲਾਹ ਲੈਣੇ, ਕਿਵੇਂ ਕਰਾਂ, ਕਿਹੜੇ ਕੇਟਰ ਨੂੰ ਬੁੱਕ ਕਰਾਂ, ਕਿਹੜੀ ਜਗ੍ਹਾ ਦੇ ਉੱਤੇ ਕਿਹੜਾ ਹਾਲ ਬੁੱਕ ਕਰਾਂ, ਕਿਹੜਾ ਉਹ ਇਹ ਚੀਜ਼ ਕਿਵੇਂ ਕਰਾਂ। ਤੇ ਜਿਹੜਾ ਬੰਦਾ ਸੇਵਕ ਬਣ ਜਾਂਦਾ ਹੈ ਨਾ, ਉਹ ਬਾਣੀ ਦੀ ਵਿਚਾਰ ਕਰਦਾ ਹੈ। ਹੋਰ ਸਲਾਹ ਕਿਹਦੀ ਮੰਨੇਗਾ? ਦੁਨੀਆ ਦੀ ਕਹਿੰਦੇ ਭਗਤਾਂ ਤੇ ਸਾਰੀਆਂ ਜੋੜ ਕਦੇ ਨਾ ਆਇਆ। ਜਿਹੜੇ ਉਹ ਸੰਸਾਰੀ ਜਨ ਨੇ ਨਾ, ਉਹਨਾਂ ਦੀ ਸਲਾਹ ਹੋਰ ਦੋਨੋਂ ਵਿੱਚ ਫਰਕ ਰਹਿਣ ਵਾਲਾ ਹੀ, ਦੋਨੋਂ ਸਲਾਹ। ਲੇਕਿਨ ਜਿਹੜਾ ਸੇਵਕ ਬਣ ਜਾਂਦਾ ਹੈ, ਉਹ ਸ਼ਬਦ ਦੀ ਵਿਚਾਰ ਕਰਦਾ ਹੈ, ਔਰ ਸਲਾਹ ਜੋ ਲਏਗਾ ਨਾ, ਉਹ ਸਲਾਹ ਕੇਵਲ ਤੇ ਕੇਵਲ ਉਹ ਸ਼ਬਦ ਦੀ ਸਲਾਹ ਲੈਂਦਾ ਹੈ। ਇਹ ਕਰਾਂ ਵੀ ਜੋ ਜੇ ਸ਼ਬਦ ਨੂੰ ਪੁੱਛੇਗਾ ਨਾ, ਉਹ ਸ਼ਬਦ ਕਹਿ ਦੇਗਾ ਵੀ ਉਹ ਅਨਕਡੰਬਰ ਮਾਇਆ ਕੇ ਬਿਰਤੇ ਇਨਸਿਓ ਪ੍ਰੀਤ ਘਟਾਓ, ਤੇਰੇ ਫੰਕਸ਼ਨ ਜਿਹੜੇ ਨਾ ਸਿੰਪਲ ਕਰ ਦੇ। ਕਹਿੰਦੇ ਸਦਾ ਰੰਗ ਰਾਤੇ, ਉਹ ਇਹ ਪਰਮਾਤਮਾ ਦੇ ਨਾਮ ਦੇ ਰੰਗ ਵਿੱਚ ਜਿਹੜੀ ਸ਼ਬਦ ਦੀ ਸਲਾਹ ਮਿਲਦੀ ਪਈ ਹੈ ਨਾ ਉਹਨਾਂ ਨੂੰ, ਉਹਦੇ ਰੰਗ ਵਿੱਚ ਹਮੇਸ਼ਾ ਰੰਗੇ ਰਹਿੰਦੇ ਨੇ। ਸਦਾ ਰੰਗ ਰਾਤੇ ਹਰ ਗੁਣ ਗਾਵੇ। ਜਿਹੜੇ ਐਸੇ ਬੰਦੇ ਨੇ ਨਾ, ਕਿਉਂਕਿ ਅਸੀਂ ਜਦੋਂ ਕਹਿੰਦੇ ਆ ਵੀ ਧਰਮ ਹੈ ਕੀ, ਵੀ ਉਹ ਜਦੋਂ ਵੀ ਉਹ ਜਿਹੜਾ ਸੁਖਮਨੀ ਸਾਹਿਬ ਵਿੱਚ ਆਉਂਦਾ ਵੀ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਕਹਿੰਦੇ ਹਰ ਕੋ ਨਾਮ ਜਪ ਨਿਰਮਲ ਕਰਮ। ਨਿਰਮਲ ਕਰਮ ਤੇ ਕਰਨੇ ਨੇ। ਨਿਰਮਲ ਕਰਮ ਅੱਜ ਕਈ ਵਾਰ ਦੇਖਾਂਗੇ ਨਾ, ਜੋ ਅੱਜ ਸਾਡੇ ਵਿੱਚ ਸਭ ਤੋਂ ਜੋ ਭ੍ਰਸ਼ਟ, ਜੋ ਕਹਿ ਲੋ ਵੀ ਜੋ ਸਭ ਤੋਂ ਕਰਪਟ ਸਾਡੇ ਵਿੱਚੋਂ ਜੋ ਕਲਟ ਕਹਿ ਲੋ, ਉਹ ਪੋਲੀਟੀਸ਼ੀਅਨਸ ਦਾ। ਹੁਣ ਨਿਰਮਲ ਕਰਮ ਤੇ ਉਹ ਵੀ ਕਰਦੇ ਹੁੰਦੇ ਨੇ, ਡੈਮ ਬਣਾ ਦੋ, ਸੜਕ ਬਣਾ ਦੋ, ਇਹ ਕਰੋ, ਲੇਕਿਨ ਉਹ ਕਰਪਟ ਹੁੰਦੇ ਨੇ। ਉਹ ਕਰਦਿਆਂ ਹੋਇਆਂ ਉਸ ਚੋਂ ਗੋਲਮਾਲ ਵੀ ਕਰਦੇ ਨੇ। ਹੋਰ ਉਹ ਚਾਹੁੰਦੇ ਨੇ ਕਿ ਸਾਡਾ ਨਾਮ ਇੱਥੇ ਆਵੇ। ਵੀ ਮੈਂ ਗੁਰੂ ਕੀ ਕਹਿੰਦਾ ਵੀ ਉਹ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਨਿਰਮਲ ਕਰਮ ਕਰਦਿਆਂ ਹੋਇਆਂ ਆਪਣੇ ਆਪ ਨੂੰ ਨਾ ਜਣਾਈ, ਹਰ ਗੁਣ ਗਾਵੇ। ਸ਼ਬਦ ਸਦਾ ਰੰਗ ਰਾਤੇ, ਉਹ ਜੋ ਵੀ ਕਰਮ ਕਰਦੇ ਨੇ ਨਾ, ਉਹ ਪਰਮਾਤਮਾ ਦੇ ਨਾਮ ਵਿੱਚ ਰੰਗੇ ਹੋਏ ਹੀ ਕਰਮ ਕਰਦੇ ਨੇ। ਵੀ ਉਹ ਨਾਨਕ ਹਰ ਕੀਰਤਨ ਕਰ ਅਟਲ ਇਹ ਧਰਮ। ਤੇ ਧਰਮ ਗੁਰੂ ਨਹੀਂ ਕਹਿੰਦੇ ਇੱਥੇ ਕੋਈ ਹਿੰਦੂ ਮੁਸਲਮਾਨ ਵਾਲੀ ਕੋਈ ਗੱਲ ਨਹੀਂ। ਇੱਥੇ ਗੁਰਮਤ ਦਾ ਕੋਈ ਸਿਧਾਂਤ ਕਿਸੇ ਵਿਅਕਤੀ ਵਿਸ਼ੇਸ਼, ਕਿਸੇ ਸਮੁਦਾਇ ਦੇ ਉੱਤੇ ਨਹੀਂ ਢੁਕਦਾ ਕਿਹਦੇ ਉੱਤੇ? ਕਹਿੰਦੇ ਨੇ ਨਾਨਕ ਹਰ ਕੀਰਤਨ ਕਰ, ਕਹਿੰਦੇ ਅਟਲ ਇਹ ਧਰਮ। ਇੱਕ ਹੋਰ ਸ਼ਬਦ ਆਉਂਦਾ, ਕਹਿੰਦਾ ਤਜ ਸਭ ਭਰਮ ਭਜਿਓ ਪਾਰ ਬ੍ਰਹਮ, ਕਹੋ ਨਾਨਕ ਅਟਲ ਇਹ ਧਰਮ। ਤਜ ਸਭ ਭਰਮ, ਇੱਥੇ ਪਹਿਲੀ ਲਾਈਨ ਕੀ ਕਹਿੰਦੀ ਵੀ ਸ਼ਬਦ ਸਲਾਹ ਹੈ। ਇੱਥੇ ਕਹਿੰਦੇ ਨੇ ਵੀ ਉਹ ਤਜ ਸਭ ਭਰਮ, ਜੇ ਸ਼ਬਦ ਦੀ ਸਲਾਹ ਲੈ ਲੇਗਾ ਤੇ ਭਰਮ ਤੇਰੀ ਜ਼ਿੰਦਗੀ ਤੋਂ ਚਲੇ ਜਾਣਗੇ। ਅੱਜ ਤੂੰ ਧਾਰਮਿਕ ਕੁਝ ਕਿਰਿਆਵਾਂ ਨੂੰ ਧਾਰਮਿਕ ਸਮਝ ਕੇ ਕਰੀ ਜਾਣਾ ਪਿਆ। ਗੁਰੂ ਕਹਿੰਦਾ ਅੰਦਰ ਧਰਮ ਹੈ ਨਹੀਂ। ਕਹਿੰਦੇ ਵੀ ਸਦਾ ਰੰਗ ਰਾਤੇ, ਉਹ ਜ਼ਿੰਦਗੀ ਦੇ ਜੋ ਕਰਮ ਕਰਦੇ ਨੇ ਨਾ, ਉਹ ਪਰਮਾਤਮਾ ਦੇ ਨਾਮ ਦੇ ਰੰਗ ਵਿੱਚ ਰੰਗੇ ਹੋਏ, ਉਹ ਉਹਦੀ ਸਲਾਹ ਵਿੱਚ ਕਰਦੇ ਨੇ। ਜੇ ਗੁਰੂ ਕਹਿੰਦੇ ਕੰਮ ਨਹੀਂ ਕਰਨਾ, ਉਹ ਇੱਕ ਤੇ ਉਹਨੇ ਕਹਿੰਦੇ ਸਤਿਗੁਰੂ ਪੁੱਛਣਾ ਮਾਰਗ ਚਾਲੀ, ਕੋਈ ਦੂਜੇ ਬੰਦੇ ਉਹਨੇ ਕਹਿੰਦੇ ਜੋ ਗੁਰ ਕਹੇ ਸੋਈ ਭਲ ਮਾਨੋ। ਇਹ ਸਦਾ ਰੰਗ ਰਾਤੇ ਵਿੱਚ ਜੋ ਗੁਰ ਕਹੇ ਸੋਈ ਭਲ ਮਾਨੋ। ਇਹ ਰੰਗ ਰਾਤੇ, ਇਹ ਨਾਮ ਦੇ ਰੰਗ ਵਿੱਚ ਰੰਗਿਆ ਹੋਇਆ ਜੀਵਨ ਹੈ। ਹੋਰ ਉਹ ਆਪਣੀਆਂ ਸਿਫਤਾਂ ਨਹੀਂ ਕਰਵਾਉਂਦੇ, ਉਹ ਆਪਣੀਆਂ ਵਡਿਆਈਆਂ ਨਹੀਂ ਕਰਵਾਉਂਦੇ। ਵੀ ਉਹ ਅੱਜ ਕਿਤੇ ਵੀ ਜੇ ਨਾਮ ਲੱਗੇ ਹੋਏ ਨੇ ਗੁਰਦੁਆਰੇ ਚ ਬਹੁਤ ਘੱਟ ਨੇ। ਕਈ ਜਗ੍ਹਾ ਦੇ ਉੱਤੇ ਜਾਓ ਤੇ ਕਈ ਇਤਨੇ ਇਹਨਾਂ ਦੇ ਉਹ 51 ਰੁਪਇਆ ਪੰਖੇ ਇਹਨਾਂ ਵੱਲੋਂ, ਪਾਲਕੀ ਇਹਨਾਂ ਵੱਲੋਂ, ਸਾਰਾ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬੰਦਾ ਨਾ ਆਪਣਾ ਨਾਮ ਜਪਵਾਉਂਦਾ ਪਿਆ। ਇਵਨ ਜਿਹੜੇ ਜੋ ਆਪਣੇ ਆਪ ਨੂੰ ਟਾਈਟਲ ਦਿੰਦੇ ਨੇ, ਟਾਈਟਲ ਕਿਉਂ ਦਿੰਦੇ ਨੇ? ਜੇ ਆਪਣੇ ਆਪ ਨੂੰ ਕੋਈ ਸੰਤ ਖਵਾਉਂਦਾ ਪਿਆ, ਬ੍ਰਹਮਕਰਨੀ ਖਵਾਉਂਦਾ ਪਿਆ, ਕਿਉਂ ਖਵਾਉਂਦਾ ਪਿਆ? ਉਹ ਆਪਣਾ ਨਾਮ ਜਪਵਾਉਣਾ ਚਾਹੁੰਦਾ। ਬਾਬਾ ਜੀ ਕੋਲ ਜਾਓ, ਬਾਬਾ ਜੀ ਕੋਲ ਪੁੱਤਰ ਦੀ ਦਾਤ ਮਿਲੇਗੀ। ਬਾਬਾ ਜੀ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਕੀ ਕਰਦੇ ਪਏ ਨੇ? ਆਪਣਾ ਨਾਮ ਜਪਵਾਉਂਦੇ ਪਏ। ਅੱਛੇ ਬੰਦੇ ਨੇ ਕੀ ਕਰਨਾ ਚਾਹੀਦਾ? ਤੁਸੀਂ ਰੱਬ ਨਾਲ ਜੁੜੋ, ਰੱਬੀ ਸਿਧਾਂਤਾਂ ਨਾਲ ਜੁੜੋ, ਗੁਰੂ ਦੀ ਦਿੱਤੀ ਹੋਈ ਅਗਵਾਈ ਅਨੁਸਾਰ ਜੀਵਨ ਬਤੀਤ ਕਰੋ। ਇਹ ਉਹਦੇ ਉਪਦੇਸ਼ ਹੋਣੇ ਚਾਹੀਦੇ ਸਨ। ਜੇ ਬਾਬਾ ਜੀ ਪੁੱਤਰ ਦੀ ਦਾਤ ਦੇਣ ਵਾਲੇ ਬਣ ਗਏ ਤੇ ਫਿਰ ਬਾਬਾ ਜੀ ਦਾ ਨਾਮ ਜਪਿਆ ਜਾ ਰਿਹਾ। ਇੱਥੇ ਕਹਿੰਦੇ ਨਹੀਂ, ਉਹ ਸਦਾ ਰੰਗ ਰਾਤੇ ਜਿਹੜੇ ਸੇਵਕ ਨੇ, ਉਹ ਸ਼ਬਦ ਦੀ ਵਿਚਾਰ ਕਰਦੇ ਨੇ। ਸਲਾਹ ਕਿਹਦੀ ਲੈਂਦੇ ਨੇ? ਸ਼ਬਦ ਦੀ ਸਲਾਹ ਲੈਂਦੇ ਨੇ, ਕੰਮ ਕਰਾਂ ਨਾ ਕਰਾਂ। ਹੋਰ ਉਹ ਇਸ ਸਲਾਹ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ, ਸਦਾ ਰੰਗ ਰਾਤੇ। ਹੋਰ ਉਹ ਆਪਣਾ ਨਾਮ ਨਹੀਂ ਜਪਾਉਂਦੇ, ਹਰ ਗੁਣ ਗਾਵੇਂ। ਫਿਰ ਐਸੇ ਬੰਦਿਆਂ ਦੇ ਉੱਤੇ ਕਹਿੰਦੇ ਆਪੇ ਬਖਸ਼ੇ ਸ਼ਬਦ ਮਿਲਾਏ। ਜਿਸ ਨੇ ਮੈਥਸ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ ਨਾ, ਮੈਥਸ ਦੀ ਉਹਦੇ ਉੱਤੇ ਬਖਸ਼ਿਸ਼ ਹੋ ਹੀ ਜਾਏਗੀ। ਉਹਦੇ ਮੈਥਸ ਦੇ ਕਨਸੈਪਟ ਕਲੀਅਰ ਹੋ ਹੀ ਜਾਣਗੇ। ਉਹ ਟੀਚਰ ਨੂੰ ਵੀ ਪੁੱਛੇ, ਪ੍ਰੈਕਟਿਸ ਕਰੇ,
टीचर ਨੂੰ ਪੁੱਛੇ ਪ੍ਰੈਕਟਿਸ ਕਰੇ ਉਹਦੇ ਧੀਰੇ ਐਸਾ ਕੋਈ ਕਾਰਨ ਨਹੀਂ ਨਾ ਬੰਦਾ ਕਵੇ ਕੋਈ ਮਤਲਬ ਕਿਉਂ ਨਾ ਹੋਣ ਕਹਿੰਦੇ ਵੀ ਉਹ ਆਪੇ ਬਖਸ਼ੇ ਸ਼ਬਦ ਮਿਲਾਏ ਜਿਸ ਨੇ ਇਹ ਮਾਰਗ ਤੇ ਚੱਲਣਾ ਸ਼ੁਰੂ ਕੀਤਾ ਨਾ ਉਹ ਮਾਲਕ ਆਪ ਉਹਦੇ ਉੱਤੇ ਬਖਸ਼ਿਸ਼ ਕਰਕੇ ਉਹਨੂੰ ਕੱਲ ਵੀਰ ਜੀ ਭਿੰਦਰ ਜੀ ਬੜਾ ਅੱਛਾ ਵਰਡ ਕੋਡ ਕਰਦੇ ਪਏ ਸਨ ਵੀ ਰੀਡਿੰਗ ਬਿਟਵੀਨ ਦੀ ਲਾਈਨਸ ਮੈਸੇਜ ਆਫ ਦੀ ਬਾਣੀ ਨੂੰ ਸ਼ਬਦ ਕਹਿੰਦੇ ਨੇ ਉਹ ਵਰਡਸ ਮੈਸੇਜ ਕੀ ਦਿੰਦੇ ਪਏ ਨਾ ਉਹਨੂੰ ਸ਼ਬਦ ਕਹਿੰਦੇ ਨੇ ਕਹਿੰਦੇ ਜੇ ਤੂੰ ਇਹਨੂੰ ਪ੍ਰੈਕਟਿਸ ਕਰਨਾ ਸ਼ੁਰੂ ਕਰ ਦਿੱਤਾ ਨਾ ਵੀ ਜੇ ਤੂੰ ਵਿਚਾਰਨਾ ਸੇਵਕ ਸੇਵਾ ਹੈ ਉਹ ਵਿਚਾਰਨਾ ਸ਼ੁਰੂ ਕਰ ਦਿੱਤਾ ਸ਼ਬਦ ਦੀ ਸਲਾਹ ਲੈਣੀ ਸ਼ੁਰੂ ਕਰ ਦਿੱਤੀ ਸਦਾ ਹਮੇਸ਼ਾ ਇਸ ਸ਼ਬਦ ਦੇ ਰੰਗ ਵਿੱਚ ਰੰਗਿਆ ਰਿਹਾ ਆਪਣੇ ਆਪ ਨੂੰ ਨਹੀਂ ਜਨਮਾਇਆ ਰੱਬ ਦੀਆਂ ਸਿਫਤਾਂ ਕੀਤੀਆਂ ਕਹਿੰਦਾ ਫਿਰ ਉਹ ਸ਼ਬਦ ਤੇਰੇ ਤੇ ਬਖਸ਼ਿਸ਼ ਕਰੇ ਉਹ ਤੈਨੂੰ ਆਪਣੀ ਜੋ ਸਾਂਝ ਦੇਣੀ ਸੀ ਨਾ ਜੋ ਮੈਸੇਜ ਬਿਟਵੀਨ ਦੀ ਵਰਡਸ ਜੋ ਗੁਰੂ ਨੇ ਦੇਣਾ ਸੀ ਤੈਨੂੰ ਉਹ ਦੇ ਦੇਗਾ ਆਪੇ ਬਖਸ਼ੇ ਸ਼ਬਦ ਮਿਲਾਏ ਕਹਿੰਦਾ ਪਰਮਲ ਵਾਸ ਮਨ ਤਾਹਾ ਹੈ ਵੀਰ ਜੀ ਬਿਲਕੁਲ ਠੀਕ ਕਹਿ ਰਹੇ ਸਨ ਪਰਮਲ ਇੱਥੇ ਨਾ ਉਹ ਚੰਦਨ ਦੇ ਨਹੀਂ ਆ ਰਿਹਾ ਦੇਖੋ ਖੁਸ਼ਬੂਆਂ ਬਹੁਤ ਨੇ ਹੋ ਸਕਦਾ ਕਿ ਚੰਦਨ ਦੀ ਖੁਸ਼ਬੂ ਤਾਂ ਕਿਸੇ ਨੂੰ ਹੋ ਸਕਦਾ ਕੋਈ ਗੁਲਾਬ ਦੀ ਖੁਸ਼ਬੂ ਜ਼ਿਆਦਾ ਚੰਗੀ ਲੱਗਦੀ ਹੋਵੇ ਗੁਰੂ ਪਰਮਲ ਦੀ ਜਾਂ ਚੰਦਨ ਦੀ ਖੁਸ਼ਬੂ ਦੀ ਗੱਲ ਕਿਉਂ ਕਰਦਾ ਪਿਆ ਗੁਰਬਾਣੀ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਜਿਹੜਾ ਗੁਰੂ ਦੀ ਜਿਹੜੀ ਤੁਲਨਾ ਹੈ ਨਾ ਉਹ ਗੁਲਾਬ ਦੇ ਫੁੱਲ ਨਾਲ ਨਹੀਂ ਕੀਤੀ ਗਈ ਚੰਦਨ ਦੇ ਨਾਲ ਕੀਤੀ ਗਈ ਚੰਦਨ ਨੂੰ ਗੁਰੂ ਸ੍ਰੇਸ਼ਟ ਕਿਉਂ ਕਹਿੰਦਾ ਪਿਆ ਕਿਉਂਕਿ ਚੰਦਨ ਅੰਦਰ ਜਦੋਂ ਚੰਦਨ ਅੰਦਰ ਇੱਕ ਗੁਣ ਹੈ ਕਿ ਅੰਦਰ ਖੁਸ਼ਬੂ ਤੇ ਹੈ ਹੀ ਹੈ ਲੇਕਿਨ ਉਹਦੇ ਨਾਲ ਉਹ ਇੱਕ ਬਹੁਤ ਵੱਡਾ ਉਹਦੇ ਵਿੱਚ ਗੁਣ ਹੈ ਕਿ ਜੋ ਬੰਦਾ ਉਹਦੀ ਸੰਗਤ ਕਰਦਾ ਹੈ ਨਾ ਉਹ ਉਹਨੂੰ ਆਪਣੀ ਖੁਸ਼ਬੂ ਦੇ ਦਿੰਦਾ ਹੈ ਕਹਿੰਦੇ ਸੋਏ ਵੀ ਚੰਦਨ ਹੋਏ ਰਹੇ ਬਸ ਹੈ ਜੋ ਚੰਦਨ ਪਾਸ ਇਹ ਉਹਦੀ ਵਿਸ਼ੇਸ਼ਤਾ ਹੈ ਗੁਰੂ ਦੀ ਅੱਛਾ ਔਰ ਉਹ ਇੱਕ ਹੋਰ ਵਿਸ਼ੇਸ਼ਤਾ ਹੈ ਗੁਰੂ ਦੀ ਉਹ ਜਦੋਂ ਆਪਣਾ ਗੁਣ ਬਖਸ਼ਦਾ ਹੈ ਨਾ ਉਹ ਨਹੀਂ ਕਹਿੰਦਾ ਆਪਣਾ ਸਰੂਪ ਬਦਲੀ ਕਰੋ ਜੇ ਉਹ ਨਿੰਮ ਦੇ ਝਾੜ ਨੂੰ ਆਪਣੀ ਖੁਸ਼ਬੂ ਬਖਸ਼ਦਾ ਪਿਆ ਚੰਦਨ ਦਾ ਝਾੜ ਉਹ ਨਿੰਮ ਨੂੰ ਇਹ ਨਹੀਂ ਕਹਿੰਦਾ ਤੂੰ ਪਹਿਲਾਂ ਮੇਰੇ ਸਰੂਪ ਵਾਲਾ ਹੋ ਜਾ ਫਿਰ ਮੈਂ ਤੈਨੂੰ ਖੁਸ਼ਬੂ ਦੇਵਾਂਗਾ ਨਹੀਂ ਗੁਰੂ ਦੀ ਤੁਲਨਾ ਚੰਦਨ ਦੇ ਨਾਲ ਕਿਉਂ ਕੀਤੀ ਜਾ ਰਹੀ ਹੈ ਹੋ ਸਕਦਾ ਹੈ ਕਿ ਹੋਰ ਖੁਸ਼ਬੂਆਂ ਜਿਹੜੇ ਨੇ ਉਹ ਖੁਸ਼ਬੂ ਪਿਓਰਲੀ ਜੇ ਖੁਸ਼ਬੂ ਦੀ ਗੱਲ ਕਰੀਏ ਤੇ ਹੋ ਸਕਦਾ ਉਹਨਾਂ ਦਾ ਐਸੈਂਸ ਜ਼ਿਆਦਾ ਹੋਵੇ ਲੇਕਿਨ ਚੰਦਨ ਦੀ ਵਿਸ਼ੇਸ਼ਤਾ ਇਹ ਵੇ ਕਿ ਉਹ ਜੋ ਉਹਦੀ ਸੰਗਤ ਕਰਦਾ ਹੈ ਨਾ ਉਹ ਉਹਨੂੰ ਵੀ ਆਪਣੇ ਜੋ ਗੁਰੂ ਦੀ ਸੰਗਤ ਵਿੱਚ ਆਏਗਾ ਉਹ ਭਾਵੇਂ ਜਿਸ ਮਰਜ਼ੀ ਮਜ਼ਹਬ ਨੂੰ ਬਿਲੋਂਗ ਕਰਦਾ ਹੈ ਜਿਹਨੂੰ ਕਮਿਊਨਿਟੀ ਨੂੰ ਬਿਲੋਂਗ ਕਰਦਾ ਹੈ ਗੁਰੂ ਆਪਣੇ ਸੁਚੱਜੇ ਜੀਵਨ ਦੀ ਖੁਸ਼ਬੂ ਜਿਹੜਾ ਨਾ ਉਹਨਾਂ ਦੇ ਜੀਵਨ ਵਿੱਚ ਔਰ ਉਹਨਾਂ ਨੂੰ ਕੋਈ ਮਜਬੂਰ ਨਹੀਂ ਕਰਦਾ ਕਿ ਤੁਸੀਂ ਆਪਣਾ ਸਰੂਪ ਬਦਲੀ ਕਰੋ ਤੂੰ ਹਿੰਦੂ ਹੈ ਮੁਸਲਮਾਨ ਹੈ ਤੂੰ ਜੋ ਮਰਜ਼ੀ ਆਪਣੇ ਆਪ ਨੂੰ ਪਾਉਣਾ ਚਾਹਨਾ ਹੈ ਲੇਕਿਨ ਗੁਰੂ ਜੀਵਨ ਵਾਲੀ ਖੁਸ਼ਬੂ ਜਿਹੜਾ ਹੈ ਨਾ ਉਹ ਉਹਨਾਂ ਨੂੰ ਕਹਿੰਦੇ ਪਰਮਲ ਵਾਸ ਮਨਤਾ ਉਹਨਾਂ ਦੇ ਹਿਰਦਿਆਂ ਵਿੱਚ ਇਹ ਚੰਦਨ ਵਾਲੀ ਖੁਸ਼ਬੂ ਜਿਹੜੀ ਹੈ ਨਾ ਜਿਨ੍ਹਾਂ ਨੇ ਸੇਵਾ ਕਰਨੀ ਸ਼ੁਰੂ ਕੀਤੀ ਭਾਵ ਵਿਚਾਰਨਾ ਸ਼ੁਰੂ ਕੀਤਾ ਸ਼ਬਦ ਦੀ ਸਲਾਹ ਲੈਣੀ ਮੰਨਣੀ ਸ਼ੁਰੂ ਕਰ ਦਿੱਤੀ ਵੀ ਉਹ ਇਸ ਸ਼ਬਦ ਦੀ ਸਲਾਹ ਵਿੱਚ ਰੰਗੇ ਰਹੇ ਆਪਣੀਆਂ ਵਡਿਆਈਆਂ ਨਾ ਕਰਵਾਈਆਂ ਰੱਬ ਦੀ ਵਡਿਆਈ ਕੀਤੀ ਇਹ ਸ਼ਬਦ ਨੇ ਉਹਨਾਂ ਦੇ ਬਖਸ਼ਿਸ਼ ਕਰਨੀ ਹੈ ਆਪੇ ਬਖਸ਼ੇ ਸ਼ਬਦ ਮਿਲਾਏ ਰੱਬ ਬਖਸ਼ਿਸ਼ ਕਰਕੇ ਉਹਨਾਂ ਨੂੰ ਸ਼ਬਦ ਦੀ ਸਾਂਝ ਦੇ ਦਿੰਦਾ ਹੈ ਔਰ ਉਹਨਾਂ ਦੀ ਜ਼ਿੰਦਗੀ ਵਿੱਚ ਇਹ ਚੰਦਨ ਵਾਲੀ ਖੁਸ਼ਬੂ ਜਿਹੜੀ ਨਾ ਉਹ ਆ ਜਾਂਦੀ ਹਾਂਜੀ ਬਹੁਤ ਅੱਛੇ ਤਰੀਕੇ ਨਾਲ ਵੀਰ ਜੀ ਆਪ ਜੀ ਨੇ ਐਕਸਪਲੇਨ ਕੀਤਾ ਹੈ ਖਾਸ ਤੌਰ ਤੇ ਚੰਦਨ ਨੂੰ ਆਪ ਜੀ ਨੇ ਬੜਾ ਅੱਛਾ ਖੋਲ ਦਿੱਤਾ ਚੰਦਨ ਦੇ ਵਿੱਚ ਵੀਰ ਜੀ ਇੱਕ ਗੁਣ ਹੋਰ ਹੁੰਦਾ ਚੰਦਨ ਦਾ ਵ੍ਰਿਕਸ਼ ਜਿਹੜਾ ਹੁੰਦਾ ਨਾ ਸ਼ੀਤਲਤਾ ਵੀ ਪ੍ਰਦਾਨ ਕਰਦਾ ਕਈਓ ਸੱਪ ਜਿਹੜੇ ਹਨ ਜ਼ਹਿਰੀਲੇ ਸੱਪ ਜਿਹੜੇ ਹਨ ਚੰਦਨ ਦੀ ਪਹਿਚਾਨ ਕਿਸੇ ਸਿਆਣੇ ਨੇ ਕਰਨੀ ਹੋਏ ਨਾ ਤੇ ਉਹ ਕਹਿੰਦੇ ਨੇ ਉਸ ਵ੍ਰਿਕਸ਼ ਤੇ ਬੜੇ ਸੱਪ ਲਪੇਟੇ ਹੋਏ ਹਨ ਬੜੇ ਸੱਪ ਚੜੇ ਹੋਏ ਹਨ ਇਹ ਵ੍ਰਿਕਸ਼ ਜਿਹੜਾ ਚੰਦਨ ਦਾ ਹੀ ਹੈ ਸੱਪ ਕਿਉਂ ਚੜੇ ਰਹਿੰਦੇ ਹਨ ਕਿਉਂਕਿ ਉਹਨਾਂ ਨੂੰ ਚੰਦਨ ਦੇ ਬੂਟੇ ਤੋਂ ਸ਼ੀਤਲਤਾ ਪ੍ਰਾਪਤ ਹੁੰਦੀ ਹੈ ਤੇ ਗੁਰੂ ਦਾ ਸ਼ਬਦ ਜਿਹੜਾ ਹੈ ਉਹ ਸਾਨੂੰ ਸ਼ੀਤਲਤਾ ਪ੍ਰਦਾਨ ਕਰਦਾ ਹੈ ਠੰਡਕ ਦਿੰਦਾ ਹੈ ਬਹੁਤ ਅੱਛੇ ਤਰੀਕੇ ਨਾਲ ਜਦੋਂ ਅਸੀਂ ਗੱਲ ਕਰਨੇ ਬਨੇ ਵੀ ਜਿਹੜਾ ਸੇਵਕ ਹੈ ਉਹ ਸ਼ਬਦ ਦੀ ਸਲਾਹ ਲੈਂਦਾ ਹੈ ਹੁਣ ਜਿਹੜਾ ਵੀਰ ਜੀ ਕੋਟ ਕਰਦੇ ਪਏ ਨੇ ਉਹ ਕਬੀਰ ਦਾ ਸ਼ਬਦ ਆਂਦਾ ਕਹਿੰਦੇ ਸੰਤ ਨਾ ਛਾੜੇ ਸੰਤ ਹੀ ਜੋ ਕੋਟਕ ਮਿਲੈ ਅਸੰਤ ਮੈਲਾਗਰ ਭੁਯੰਗਮ ਬੇੜਿਆ ਤੋ ਸ਼ੀਤਲਤਾ ਨਾ ਤਜੰਤ ਜੇ ਸਲਾਹ ਲੰਮੀ ਅੱਛਾ ਬੰਦਾ ਕਹਿੰਦਾ ਇਹਨੇ ਫਲਾਣਾ ਮਤਲਬ ਮੇਰਾ ਬੜਾ ਡਾਢਾ ਹੋ ਕੇ ਵਰਤਿਆ ਸੀ ਫਿਰ ਜੇ ਉਹਨੂੰ ਡਾਢੇ ਨਾਲ ਤੇ ਡਾਢਾ ਹੋ ਕੇ ਹੀ ਨਿਬੜਨਾ ਪਏਗਾ ਤੇ ਗੁਰੂ ਸਲਾਹ ਕੀ ਦਿੰਦਾ ਪਿਆ ਕਹਿੰਦਾ ਸੰਤ ਨਾ ਛਾੜੇ ਸੰਤ ਹੀ ਕਹਿੰਦੇ ਜੋ ਕੋਟਕ ਮਿਲੇ ਅਸੰਤ ਤੈਨੂੰ ਭਾਵੇਂ ਸਾਹਮਣੇ ਕਰੋਨਾ ਅਸੰਤ ਬੰਦੇ ਮਿਲ ਜਾਣ ਫਿਰ ਅੱਗੇ ਐਗਜ਼ਾਮਪਲ ਦੇਣ ਕਹਿੰਦੇ ਮੈਲਾਗਰ ਭੁਯੰਗਮ ਮੈਲਾਗਰ ਕਹਿੰਦੇ ਮੈਲਾਗਰ ਫਿਰ ਚੰਦਨ ਦਾ ਇੱਕ ਨਾਮ ਹੈ ਮੈਲਾਗਰ ਭੁਯੰਗਮ ਬੇੜਿਓ ਵੀ ਹੁਣ ਜਿਹੜਾ ਚੰਦਨ ਦਾ ਵ੍ਰਿਕਸ਼ ਹੈ ਨਾ ਉਹ ਪੂਰੀ ਤਰ੍ਹਾਂ ਲਪਟਿਆ ਹੋਇਆ ਰਹਿੰਦਾ ਸੱਪ ਦੇ ਨਾਲ ਉਹਦੀ ਹਾਈਟ ਕੇਵਲ 52 ਉਂਗਲੀ ਹੁੰਦੀ ਹੈ 4 ਉਂਗਲੀਆਂ ਹੋ ਗਈਆਂ 8 12 ਟੋਟਲ ਹੈ ਉਹਨੂੰ ਕਹਿੰਦੇ 52 ਚੰਦਨ ਲੇਕਿਨ ਉਹ ਪੂਰੀ ਤਰ੍ਹਾਂ ਦੇ ਨਾਲ ਸੱਪਾਂ ਦੇ ਨਾਲ ਘਿਰਿਆ ਹੋਇਆ ਰਹਿੰਦਾ ਕਹਿੰਦਾ ਮੈਲਾਗਰ ਭੁਯੰਗਮ ਬੇੜਿਓ
ਕਹਿੰਦੇ ਸ਼ੀਤਲਤਾ ਨਾ ਤਜੰ, ਕੋ ਆਪਣੀ ਜਿਹੜੀ ਕਹਿੰਦੇ ਸੰਤ ਨਾ ਛਾੜੇ ਸੰਤੀ, ਵੀ ਜੇ ਜਿਸ ਤਰ੍ਹਾਂ ਚੰਦਨ ਜਿਹੜਾ ਹੈ ਨਾ ਉਹ ਭਾਵੇਂ ਸੱਪਾਂ ਦੇ ਨਾਲ ਲਿਪਟਿਆ ਹੋਇਆ ਵੀ ਉਹ ਆਪਣਾ ਸੁਭਾਅ ਠੰਡਕ ਦਿੰਦਾ ਨਹੀਂ ਛੱਡਦਾ ਨਾ, ਇਹ ਸਲਾਹ ਲੈਣੀ ਗੁਰੂ ਕੋਲੋਂ ਜ਼ਿੰਦਗੀ ਦੇ ਅੰਦਰ, ਇਹ ਸਲਾਹ ਜਿਹੜੀ ਨਾ ਉਹ ਗੁਰੂ ਕੋਲੋਂ ਲੈ ਕੇ ਚੱਲਣੀ। ਹਾਂਜੀ ਜੀ ਜੀ ਵੀਰ ਜੀ ਬਹੁਤ ਵਧੀਆ। ਹਾਂ ਜੀ ਵਿੰਦਰੀ ਭੂਆ ਜੀ। ਹਾਂਜੀ, ਸੇਵਕ ਸੇਵੇ ਸ਼ਬਦ ਸਲਾਹੇ, ਸਦਾ ਰੰਗ ਰਾਤੇ ਹਰ ਗੁਣ ਗਾਵੇ। ਸੇਵਕ ਕੌਣ ਹੈ? ਸੇਵਕ ਮਨ ਹੈ। ਇਹ ਸੇਵਕ ਜਿਹੜਾ ਮਨ ਹੈ, ਕਿਸ ਦੀ ਸੇਵਾ ਕਰਦਾ ਹੈ, ਕਿਸ ਦੀ ਸਿਫਤ ਕਰਦਾ ਹੈ? ਤੇ ਕਹਿੰਦੇ ਨੇ ਕਿ ਉਹਦੀ ਸਿਫਤ ਦਾ ਅਰਥ ਹੀ ਹੈ ਕਿ ਇੰਪਲੀਮੈਂਟ, ਕਮਾਈ ਕਰਨੀ। ਉਹ ਮਨ ਕਮਾਈ ਕਰਦਾ ਹੈ। ਕਿਸ ਦੀ ਕਮਾਈ ਕਰਦਾ ਹੈ? ਉਸ ਇੱਕ ਦੀ ਕਮਾਈ ਕਰਦਾ ਹੈ। ਕਿਸ ਦੇ ਨਾਲ? ਉਸ ਦੇ ਸਿੱਖਿਆ ਤੇ ਉਹਦੇ ਗੁਣਾਂ ਦੇ ਨਾਲ। ਜਦੋਂ ਜੀਵਨ ਦੇ ਵਿੱਚ ਮਨ ਪੂਰੀ ਤਰ੍ਹਾਂ ਆਪਣੇ ਆਪ ਨੂੰ ਢਾਲ ਲੈਂਦਾ ਹੈ ਉਹਦੇ ਗੁਣਾਂ ਦੇ ਵਿੱਚ, ਉਸਦੀ ਸਿੱਖਿਆ ਦੇ ਵਿੱਚ, ਉਸੇ ਨੂੰ ਅਸੀਂ ਕਹਿੰਦੇ ਹਾਂ ਕਿ ਸੇਵਕ ਨੇ ਉਸ ਇੱਕ ਦੀ ਸੇਵਾ ਕੀਤੀ। ਜਦੋਂ ਇਹ ਸੇਵਾ ਕਰਦਾ ਹੈ ਤੇ ਉਸ ਦਾ ਮਨ ਜਿਹੜਾ ਪੂਰੀ ਤਰ੍ਹਾਂ ਭਿੱਜ ਜਾਂਦਾ ਹੈ। ਜਦੋਂ ਉਹ ਪੁੱਜ ਜਾਂਦਾ ਤੇ ਕਹਿੰਦੇ ਹਰ ਗੁਣ ਗਾਵੇ। ਗਾਵੇ ਇਜ਼ ਆਲਸੋ ਇੰਪਲੀਮੈਂਟੇਸ਼ਨ। ਉਹਦੀ ਕਮਾਈ ਕਰਦੇ ਹਨ। ਜਿਨ ਜਿਨ ਉਹ ਰੰਗਿਆ ਰੱਤਾ ਜਾਂਦਾ ਹੈ ਤੇ ਉਹ ਡੇ ਇਨ ਐਂਡ ਆਊਟ ਮਨ ਔਰ ਉਸ ਦਾ ਪੂਰਾ ਪਰਿਵਾਰ ਉਸ ਦੇ ਇੰਪਲੀਮੈਂਟੇਸ਼ਨ ਵਿੱਚ ਲੱਗ ਜਾਂਦਾ ਹੈ। ਜਦੋਂ ਇਹ ਲੱਗ ਜਾਂਦਾ ਤੇ ਤੀਸਰੇ ਕਹਿੰਦੇ ਆਪੇ ਬਖਸ਼ੇ ਸ਼ਬਦ ਮਿਲਾਏ। ਹੁਣ ਆਪੇ ਕੌਣ ਹੈ? ਉਹ ਆਪ ਇੱਕ। ਬਖਸ਼ੇ ਸ਼ਬਦ ਮਿਲਾਏ। ਸ਼ਬਦ ਕੀ ਹੈ? ਸ਼ਬਦ ਦੇ ਨਾਲ, ਗੁਣਾਂ ਦੇ ਨਾਲ, ਸਿੱਖਿਆ ਦੇ ਨਾਲ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਕਰਦੇ ਹਾਂ ਤੇ ਆਪ ਹੀ ਬਖਸ਼ਿਸ਼ ਕਰਦਾ ਹੈ। ਤੇ ਜਦੋਂ ਸਾਡੇ ਮਨ ਦੇ ਅੰਦਰ ਗੁਣਾਂ ਦੀ ਪੂਰੀ ਕਹਿੰਦੇ ਨੇ ਓਸ਼ਨ ਇਜ਼ ਕ੍ਰੀਏਟਡ, ਉਹ ਓਸ਼ਨ ਹੀ ਸਾਡੇ ਉਸ ਜੋਤ ਸਰੂਪ ਦੇ ਨਾਲ ਮਿਲਾ ਦਿੰਦਾ, ਇੱਕ ਮਿੱਥ ਹੋ ਜਾਂਦਾ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਉਹ ਆਪ ਹੀ ਆਪਣੀ ਕਿਰਪਾ ਦੇ ਨਾਲ, ਉਸਦੀ ਆਪਣੀ ਗ੍ਰੇਸ ਦੇ ਨਾਲ ਹੀ ਉਹ ਜਿਹੜੇ ਸਾਡੇ ਗੁਣ ਹਨ ਗੈਟਸ ਟਿਊਨਡ ਵਿਦ ਦ ਮਨ ਜੋਤ ਸਰੂਪ ਹੈ। ਇਹੀ ਜੋ ਜਦੋਂ ਸਾਡੀ ਇਹ ਇੱਕ ਅਵਸਥਾ ਹੁੰਦੀ ਹੈ ਤੇ ਅਸੀਂ ਕਹਿੰਦੇ ਹਾਂ ਕਿ ਸਾਡੇ ਅੰਦਰ there is a fragrance, there is a beautiful fragrance inside, ਜਿਸ ਨੂੰ ਕਹਿੰਦੇ ਨੇ ਕਿ ਬਈ ਚੰਦਨ, ਜੋ ਆਲਰੇਡੀ ਪਹਿਲੇ ਗੱਲ ਕਰ ਚੁੱਕੇ ਹਨ ਕਿ ਚੰਦਨ ਠੰਡਕ ਦਿੰਦੀ ਹੈ ਔਰ ਆਪਣੀ ਖੁਸ਼ਬੂ ਦਿੰਦੀ ਹੈ। ਜੋ ਵੀ ਇਸ ਦੇ ਨਾਲ ਲੱਗੇਗਾ ਉਸ ਨੂੰ ਵੀ ਠੰਡਕ ਮਿਲੇਗੀ, ਉਸ ਜੀ ਆਪਣੇ ਮਨ ਨੂੰ ਵੀ ਠੰਡਕ ਦੇਗਾ, ਆਪਣੇ ਅੰਗਾਂ ਨੂੰ ਵੀ ਠੰਡਕ ਦੇਗਾ ਤੇ ਸੰਸਾਰ ਨੂੰ ਵੀ ਠੰਡਕ ਦੇਗਾ। ਕਿਉਂਕਿ ਉਸ ਦੇ ਅੰਦਰ ਇਹ ਸਾਰਾ ਗੁਣਾਂ ਦਾ ਵਾਸਲਾ ਹੋ ਚੁੱਕਾ ਹੈ ਇਸ ਮਨ ਦੇ ਅੰਦਰ। ਹਾਂਜੀ ਅੱਗੇ ਜੀ ਭੂਆ ਜੀ, ਆਪ ਜੀ ਨੇ ਮਨ ਦੇ ਨਾਲ ਰਿਲੇਟ ਕਰਕੇ ਸ਼ਬਦ ਨੂੰ ਸਮਝਾਉਣਾ ਕੀਤਾ, ਧੰਨਵਾਦ ਆਪ ਜੀ ਦਾ। ਜੀ ਸੁਖਵਿੰਦਰ ਵੀਰ ਜੀ। ਹਾਂਜੀ ਵੀਰ ਜੀ, ਜਿਹੜਾ ਬੰਦ ਸਤਿਗੁਰੂ ਜੀ ਨੇ ਸਾਨੂੰ ਅੱਜ ਸ਼ੇਅਰ ਕਰ ਰਹੇ ਸਾਡੇ ਨਾਲ, ਇਸ ਦੇ ਵਿੱਚ ਪਹਿਲਾਂ ਇੱਕ ਧਿਆਨ ਆਪਾਂ ਇਹ ਦਈਏ ਕਿ ਜਿਹੜੇ ਲਫ਼ਜ਼ ਸੇਵਕ ਆਏ ਹੈ ਇਹ ਵੀ ਬਹੁਵਚਨ ਪਲੂਰਲ ਵਿੱਚ ਆਏ ਹੈ। ਇਹ ਇੱਕ ਸੇਵਕ ਦੀ ਗੱਲ ਨਹੀਂ ਕਰ ਰਹੇ ਸਤਿਗੁਰੂ ਜੀ। ਸੇਵਾ ਵੀ ਆਇਆ, ਉਹ ਵੀ ਅਸੀਂ ਬਿੰਦੀ ਲਾ ਕੇ ਉਚਾਰਨ ਕਹਿੰਦੇ ਹਾਂ, ਇਹ ਵੀ ਪਲੂਰਲ ਫਾਰਮ ਵਿੱਚ ਆਇਆ, ਇੱਕ ਵਚਨ ਚ ਨਹੀਂ ਆਇਆ। ਸਲਾਹ ਵੀ ਪਲੂਰਲ ਫਾਰਮ ਵਿੱਚ ਆਇਆ, ਹਰ ਗੁਣ ਗਾਵੇਂ ਵੀ ਪਲੂਰਲ ਫਾਰਮ ਵਿੱਚ ਆਇਆ, ਤੇ ਜਿਹੜਾ ਆਪੇ ਬਖਸ਼ੀ ਹੈ ਇਹ ਸਿੰਗੂਲਰ ਫਾਰਮ ਵਿੱਚ ਆ ਰਿਹਾ। ਇੱਥੇ ਬਖਸ਼ ਕੌਣ ਰਿਹਾ ਹੈ? ਤੇ ਪਰਮਲ ਵਾਸ ਜਿਹੜੀ ਨੀਚੇ ਅਗਰ ਹੁਣ ਇਸ ਸ਼ਬਦ ਵਿੱਚ ਅਸੀਂ ਅੱਜ ਤੱਕ ਜਿਹੜੇ 11 ਪਦੇ ਪੜ੍ਹ ਆਏ ਹਾਂ, ਹੁਣ ਸਤਿਗੁਰੂ ਜੀ ਨੇ ਮਨ ਲਫ਼ਜ਼ ਯੂਜ਼ ਕੀਤਾ ਹੈ। ਹੁਣ ਤੱਕ ਜਿਤਨੇ ਵੀ ਲਫ਼ਜ਼ ਯੂਜ਼ ਕਰ ਰਹੇ ਸਨ, ਜਿਵੇਂ ਪਿਛਲੇ ਬੰਦ ਵਿੱਚ ਵੀ ਸਤਿਗੁਰੂ ਜੀ ਯੂਜ਼ ਕਰਕੇ ਆਏ ਨਾ, ਹਰ ਹਰ ਸੱਚਾ ਵਸੈ ਘਾਟੇ ਅੰਤਰ, ਉਸ ਨੂੰ ਹੁਣ ਇੱਥੇ ਬੋਲ ਰਹੇ ਹੈ ਪਰਮਲ ਵਾਸ ਮਨ ਤਾਹਾ ਹੈ, ਜਿਸ ਨੂੰ ਉੱਪਰ ਬੋਲੇ ਸੋ ਘਟ ਨਿਰਮਲ ਤਾਹਾ ਹੈ। ਪਰ ਮਲ ਵਾਸ ਮਨ ਤਾਹਾ ਹੈ, ਮਲ ਤੋਂ ਪਰੇ ਕੌਣ ਹੈ? ਨਿਰਮਲ ਸਾਚਾ, ਜਿਸ ਨੂੰ ਉਰੇ ਚੰਦਨ ਵੀ ਬੋਲਦੇ। ਚੰਦਨ ਦੇ ਨਾਲ, ਅੱਛਾ ਸਤਿਗੁਰੂ ਜੀ ਨੇ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਇਸੇ ਬੰਦ ਨੂੰ ਖੋਲ ਰਿਹਾ, ਉਹ ਸ਼ਬਦ ਬਹੁਤ ਅੱਛੀ ਤਰ੍ਹਾਂ ਖੋਲ ਰਿਹਾ। ਉਹ ਸ਼ਬਦ ਹੈ ਤੁਮ ਚੰਦਨ ਹਮ ਇਰੰਡ ਬਾਪਰੇ। ਉੱਥੇ ਤੁਮ ਚੰਦਨ ਹੈ, ਇਹ ਸਿੰਗੂਲਰ ਫਾਰਮ ਵਿੱਚ ਹੈ, ਜਿਸ ਨੂੰ ਉਰੇ ਬੋਲ ਰਹੇ ਸਤਿਗੁਰੂ ਜੀ ਇਸ ਸ਼ਬਦ ਦੇ ਵਿੱਚ ਆਪੇ ਬਖਸ਼ੇ, ਇਹ ਸਿੰਗੂਲਰ ਫਾਰਮ ਹੈ। ਉੱਥੇ ਜੇ ਬੋਲ ਰਹੇ ਨੇ ਤੁਮ ਚੰਦਨ, ਉਰੇ ਵੀ ਉਸ ਨੂੰ ਕਹਿ ਰਹੇ ਨੇ ਆਪੇ ਬਖਸ਼ੇ। ਅੱਗੇ ਹਮ ਇਰੰਡ ਬਾਪਰੇ, ਉੱਥੇ ਹਮ ਜਿਹੜਾ ਪਲੂਰਲ ਫਾਰਮ ਵਿੱਚ ਆਇਆ, ਬਹੁਵਚਨ ਚ, ਜਿਸ ਉਰੇ ਬੋਲ ਰਿਹਾ ਸੇਵਕ ਸੇਵਾ। ਹਮ ਇਰੰਡ ਬਾਪਰੇ ਕਹਿੰਦੇ ਸੰਗ ਤੁਮਾਰੇ ਵਾਸਾ, ਅਸੀਂ ਰਹਿ ਤੇਰੇ ਨਾਲ ਰਹੇ ਹਾਂ। ਕਿਸ ਦੇ ਨਾਲ ਰਹਿ ਰਹੇ ਨੇ? ਚੰਦਨ ਜਿਹੜਾ ਹੁਣ ਬਣ ਚੁੱਕਿਆ ਹੈ। ਉਰੇ ਚੰਦਨ ਕਿਸ ਨੂੰ ਆਖ ਰਹੇ ਨੇ? ਪਰਮਲ ਵਾਸ ਕਿੱਥੇ ਹੈ? ਮਨ ਵਿੱਚ। ਮਨ ਨੂੰ ਕਹਿ ਰਹੇ ਨੇ ਤੁਮ ਚੰਦਨ ਹਮ ਇਰੰਡ ਬਾਪਰੇ,
ਸੰਗ ਤੁਮਾਰੇ ਬਾਸਾ। ਇਸ ਨੂੰ ਅੱਗੇ ਹੋਰ ਖੋਲਦੇ ਨੇ, ਉਸ ਵਿੱਚ ਕਹਿੰਦੇ ਨੇ ਨੀਚ ਰੂਖ ਤੇ ਊਚ ਪਏ ਹੈ, ਗੰਧ ਸੁਗੰਧ ਨਿਵਾਸਾ। ਨੀਚ ਰੂਖ ਅਸੀਂ ਕੱਲ ਵੀ ਸਮਝ ਰਹੇ ਸਾਂ, ਗੁਰਬਾਣੀ ਕਹਿੰਦੀ ਹੈ ਨਾਨਕ ਇਹ ਤਨ ਬਿਰਖ ਰਾਮ ਨਾਮ ਫਲ ਪਾਏ ਸੋਏ। ਇਸ ਤਨ ਨੂੰ ਗੁਰਬਾਣੀ ਰੁੱਖ ਆਖਦੀ ਹੈ, ਬਿਰਖ ਆਖਦੀ ਹੈ। ਔਰ ਕੀ ਕਹਿੰਦੇ ਸਤਿਗੁਰੂ ਜੀ ਸਾਨੂੰ ਉਸ ਸ਼ਬਦ ਵਿੱਚ ਸਮਝਾ ਰਹੇ ਨੇ, ਕਹਿੰਦੇ ਨੇ ਇਹ ਜਿਹੜਾ ਰੁੱਖ ਸੀ ਨਾ, ਇਹ ਜਿਹੜਾ ਤਨ ਸੀ, ਭਾਵ ਇਸ ਤਨ ਦੇ ਇੰਦਰੇ ਗਿਆਨ ਇੰਦਰੇ, ਉਹ ਪਹਿਲਾਂ ਨੀਚ ਰੂਖ ਸਨ। ਅਜੇ ਉਹਦੇ ਵਿੱਚ ਰਾਮ ਨਾਮ ਦਾ ਫਲ ਨਹੀਂ ਸੀ ਲੱਗਿਆ। ਹਾਂ, ਨੀਚ ਰੂਖ ਤੇ ਊਚ ਪਏ ਹੈ। ਕਿਹੜੇ ਇਹ ਊਚ ਕੌਣ ਬੋਲ ਰਹੇ? ਨੀਚ ਰੂਖ ਵਾਲੇ ਕੌਣ ਬੋਲ ਰਹੇ? ਕਹਿੰਦੇ ਨੇ ਹਮ ਇਰੰਡ ਵਾਪਰੇ ਜਿਹੜੇ ਨਾਮ ਹੈ। ਗੁਰਬਾਣੀ ਤਨ ਨੂੰ, ਭਾਵ ਸਾਡੇ ਇੰਦਰੀਆਂ ਨੂੰ, ਗਿਆਨ ਇੰਦਰੀਆਂ ਨੂੰ, ਰੋਮ ਰੋਮ ਭਾਵ ਜੋ ਵੀ ਅੰਦਰਲੇ ਗੁਰਬਾਣੀ ਸਰੀਰ ਦੇ ਅੰਦਰਲੀ ਗੱਲ ਹੈ, ਉਹਨਾਂ ਸਾਰਿਆਂ ਨੂੰ ਬੋਲਦੀ ਹੈ ਸੇਵਕ। ਗੁਰਬਾਣੀ ਉਹਨਾਂ ਵਾਸਤੇ ਲਫ਼ਜ਼ ਸੇਵਕ ਆ ਰਿਹਾ ਜਿਹੜੇ ਇਸ ਮਨ ਦੇ, ਦੇਖੋ ਮਨ ਦੇ ਵਿੱਚ ਪਰਮਲ ਵਾਸ, ਭਾਵ ਮਨ ਪਹਿਲਾਂ ਚੰਦਨ ਗੁਰੂ ਜੀ ਦੇ ਨਾਲ ਸੇਵਕ। ਅੱਛਾ, ਸੇਵਕ ਦੀ ਡੈਫੀਨੇਸ਼ਨ ਆਪਾਂ ਫਿਰ ਪਹਿਲਾਂ ਸਮਝ ਲਈਏ। ਗੁਰਬਾਣੀ ਕਹਿੰਦੀ ਹੈ ਨਾਨਕ ਸੇਵਕ ਸੋਈ ਆਖੀ ਹੈ ਜੇ ਸਿਰ ਧਰੇ ਉਤਾਰ। ਕਹਿੰਦੇ ਜਿਸ ਨੇ ਵੀ ਆਪਣਾ ਸਿਰ, ਭਾਵ ਆਪਣੀ ਮੱਤ, ਆਪਣੀ ਦੁਰਮਤ, ਉਹ ਸਤਿਗੁਰੂ ਜੀ ਦੇ ਅੱਗੇ ਰੱਖ ਦਿੱਤੀ, ਚੰਦਨ ਗੁਰੂ ਜੀ ਦੇ ਅੱਗੇ ਰੱਖ ਦਿੱਤੀ, ਹਨਾ, ਉਸਨੂੰ ਕਹਿੰਦੇ ਨੇ, ਕਹਿੰਦੇ ਉਹ ਸੇਵਕ, ਉਸੇ ਨੂੰ ਸੇਵਕ ਆਖਿਆ ਜਾਂਦਾ। ਦੇਖੋ ਕਹਿੰਦੇ ਨੇ ਨਾਨਕ ਸੇਵਕ ਸੋਈ ਆਖਿਆ ਜੇ ਸਿਰ ਧਰੇ ਉਤਾਰ। ਮਨ ਨੇ ਸਭ ਤੋਂ ਪਹਿਲਾਂ ਆਪਣਾ ਸਿਰ ਸਤਿਗੁਰੂ ਜੀ ਦੇ, ਚੰਦਨ ਸਤਿਗੁਰੂ ਜੀ ਦੇ ਅੱਗੇ ਸਰਪਣ ਕੀਤਾ। ਚੰਦਨ ਸਤਿਗੁਰੂ ਜੀ ਦੇ ਨਿਕਟ ਆਇਆ ਮਨ, ਮਨ ਨੇ ਚੰਦਨ ਸਤਿਗੁਰੂ ਜੀ ਦੀ ਸੰਗਤ ਕੀਤੀ। ਕੀ ਹੋਇਆ? ਕਹਿੰਦੇ ਨੇ ਓਏ ਵੀ ਚੰਦਨ ਹੋਏ ਰੇ, ਮਨ ਚੰਦਨ ਬਣ ਗਿਆ। ਕਿਉਂ? ਗੁਰਬਾਣੀ ਦਾ ਹੀ ਫਰਮਾਨ ਹੈ, ਓਏ ਵੀ ਚੰਦਨ ਹੋਏ ਰੇ ਵਸੈ ਸੋ ਚੰਦਨ ਪਾ। ਹੁਣ ਦੇਖੋ ਮਨ ਚੰਦਨ ਬਣ ਗਿਆ। ਹੁਣ ਮਨ ਦੇ ਨਾਲ ਕੌਣ ਰਹਿ ਰਿਹਾ? ਜਿਹੜੇ ਕਹਿ ਰਹੇ ਹਮ ਇਰੰਡ ਵਾਪਰੇ, ਜਿਸ ਨੂੰ ਸਤਿਗੁਰੂ ਜੀ ਸਾਨੂੰ ਬੋਲ ਕੇ ਸਮਝਾ ਰਹੇ। ਮਨ ਦੇ ਨਾਲ ਹੁਣ ਤਨ ਰਹਿ ਰਿਹਾ, ਤਨ ਦੇ ਇੰਦਰੇ ਰਹਿ ਰਿਹਾ। ਉਹਨਾਂ ਨੇ ਅਜੇ ਆਪਣਾ ਸਿਰ ਨਹੀਂ ਉਤਾਰਿਆ, ਆਪਣੀ ਮੱਤ ਨਹੀਂ ਛੱਡੀ। ਜਦੋਂ ਹੁਣ ਪਿਛਲੇ ਬੰਦ ਦੇ ਅਨੁਸਾਰ, ਕੱਲ ਅਸੀਂ ਜਿਹੜਾ ਬੰਦ ਡਿਸਕਸ ਕੀਤਾ ਸੀ, ਜਦੋਂ ਮਨ ਹੁਣ ਨਾਮ ਦੀ ਨਾਮ ਵਖਾਣੀ ਕਰਦਾ ਹੈ, ਨਾਮ ਦਾ ਵਿਆਖਿਆ ਆਪਣੇ ਉਹਨਾਂ ਨੂੰ ਇੰਦਰੇ ਗਿਆਨ ਇੰਦਰੀਆਂ ਨੂੰ ਵੀ ਨਾਮ ਦੀ ਦਾਤ ਬਖਸ਼ਣ ਲੱਗ ਗਿਆ। ਭਾਵ ਜਿਹੜਾ ਚੰਦਨ ਬਣ ਗਿਆ, ਚੰਦਨ ਦੀ ਸੁਗੰਧ ਨਾਲ ਵਸਦੇ ਇਰੰਡ ਵਾਪਰਿਆਂ ਨੂੰ, ਜਿਨ੍ਹਾਂ ਨੂੰ ਉਰੇ ਸੇਵਕ ਆਖਿਆ ਜਾਂਦਾ ਹੈ, ਭਾਵ ਤਨ ਦੇ ਸਾਰੇ ਇੰਦਰੇ ਗਿਆਨ ਇੰਦਰੀਆਂ ਨੂੰ ਵੀ ਸੁਗੰਧੀ ਦੇਣ ਲੱਗ ਗਿਆ, ਕਿਉਂਕਿ ਚੰਦਨ ਦੇ ਨਾਲ ਰਹਿ ਰਹੇ ਨੇ। ਹੈ ਨੀਚ ਰੂਖ ਵਾਲੇ, ਤੁਮ ਚੰਦਨ ਹਮ ਇਰੰਡ ਵਾਪਰੇ। ਕਹਿੰਦੇ ਨੇ ਸੰਗ ਤੁਮਾਰੇ ਵਾਸਾ। ਕਹਿੰਦੇ ਪਰ ਅਸੀਂ ਰਹਿ ਤੇਰੇ ਨਾਲ ਰਹੇ ਹਾਂ। ਕਹਿੰਦੇ ਤੇਰੇ ਨਾਲ ਰਹੇ ਹਾਂ, ਸੰਗ ਤੁਮਾਰੇ ਸਾਡਾ ਵਾਸ ਹੈ, ਪਰ ਹੈ ਅਸੀਂ ਇਰੰਡ ਆ, ਇਰੰਡ ਵਾਪਰੇ ਹਾਂ ਅਸੀਂ ਸਾਰੇ। ਤੂੰ ਹੁਣ ਚੰਦਨ ਬਣ ਗਿਆ। ਕਹਿੰਦੇ ਨੇ ਹੁਣ ਕੀ? ਅਸੀਂ ਹਾਂ ਨੀਚ ਰੂਖ, ਜਿਸ ਨੂੰ ਉੱਪਰ ਇਰੰਡ ਵਾਪਰੇ ਬੋਲ ਰਹੇ, ਉਸ ਨੂੰ ਥੱਲੇ ਬੋਲ ਰਹੇ ਨੀਚ ਰੂਖ। ਗੁਰਬਾਣੀ ਆਖਦੀ ਨਾਨਕ ਇਹ ਤਨ ਬਿਰਖ, ਉਹ ਰਾਮ ਨਾਮ ਫਲ ਪਾਏ ਸੋਏ ਵਾਲੇ, ਇਹ ਬਿਰਖ ਅੰਮ੍ਰਿਤ ਪ੍ਰਾਪਤ ਕਰ ਰਿਹਾ ਜਿਹੜਾ ਤਨ, ਉਹਨੂੰ ਬੋਲ ਰਹੇ ਨੇ ਨੀਚ ਰੂਖ ਤੇ ਊਚ ਪਏ ਹੈ। ਕਦੋਂ? ਜਦੋਂ ਕਹਿੰਦੇ ਚੰਦਨ ਸਤਿਗੁਰੂ ਚੰਦਨ ਜੀ, ਹੁਣ ਅਸੀਂ ਤੁਹਾਡੇ ਨਾਲ ਜਦੋਂ ਰਹੇ ਨਾ, ਹੁਣ ਤੁਹਾਡੀ ਤੁਸੀਂ ਸਾਨੂੰ ਸੁਗੰਧੀ ਦੇਣ ਲੱਗ ਗਏ। ਹੁਣ ਤੁਸੀਂ ਜਿਵੇਂ ਸਤਿਗੁਰੂ ਜੀ ਦੇ ਨਾਲ ਰਹੇ ਤਾਂ ਤੁਸੀਂ ਚੰਦਨ ਬਣ ਗਏ, ਹੁਣ ਅਸੀਂ ਤੁਹਾਡੇ ਨਾਲ ਰਹਿ ਰਹੇ ਹਾਂ ਚੰਦਨ, ਤੁਸੀਂ ਚੰਦਨ ਬਣ ਗਏ। ਤੁਹਾਡੇ ਅੰਦਰ ਪਰਮਲ ਦੀ ਵਾਸ ਹੈ, ਮਨ ਜੀ ਤਾਹਾ ਹੈ। ਅਸੀਂ ਵੀ ਚੰਦਨ ਬਣ ਕੇ ਹੁਣ ਤੁਹਾਡੇ, ਤੁਸੀਂ ਜਿਵੇਂ ਗੁਣ ਗਾ ਰਹੇ ਸੀ ਸਤਿਗੁਰੂ ਜੀ, ਅਸੀਂ ਵੀ ਹੁਣ ਸ਼ਬਦ ਨੂੰ ਸਲਾਹਾ ਕਰ ਰਹੇ। ਸ਼ਬਦ ਨੂੰ ਹੀ ਚੰਦਨ ਬੋਲਦੇ ਨੇ। ਸ਼ਬਦ ਦੀ ਅਸੈਂਸ ਨੂੰ, ਸ਼ਬਦ ਦੀ ਤੱਤ ਨੂੰ, ਸ਼ਬਦ ਦੀ ਸਿੱਖਿਆ ਨੂੰ, ਸ਼ਬਦ ਦੀ ਜੋ ਸਾਨੂੰ ਸ਼ਬਦ ਸਤਿਗੁਰੂ ਜੀ ਸਿੱਖਿਆਵਾਂ ਦੀ ਸੋਝੀ ਬਖਸ਼ੇ, ਉਸਨੂੰ ਪਰਮਲ ਵਾਸੀ ਆਖ ਰਹੇ ਨੇ। ਮਨ ਸਤਿਗੁਰੂ ਜੀ ਦੀ ਸਿੱਖਿਆਵਾਂ ਰੂਪੀ ਚੰਦਨ ਦੇ ਵਿੱਚ, ਚੰਦਨ ਦੇ ਸੰਗਤ ਵਿੱਚ ਰਹਿ ਕੇ ਸਤਿਗੁਰੂ ਦੀ ਚੰਦਨ ਰੂਪੀ ਸਿੱਖਿਆਵਾਂ ਦੇ ਵਿੱਚ ਮਰਜ ਹੋ ਗਿਆ। ਫਿਰ ਹੁਣ ਉਸ ਚੰਦਨ ਰੂਪੀ ਸਿੱਖਿਆਵਾਂ ਦੇ ਨਾਲ ਸਾਡੇ ਇੰਦਰੀ ਗਿਆਨ ਇੰਦਰੇ ਰਹਿ ਰਹੇ ਹਨ, ਜਿਨ੍ਹਾਂ ਨੂੰ ਨੀਚ ਰੂਖ ਆਖਿਆ ਜਾ ਰਿਹਾ। ਉਹ ਵੀ ਨੀਚ ਰੂਖ ਤੇ ਉੱਚ ਬਏ ਹੈ। ਹੁਣ ਉਹ ਵੀ ਸੇਵਕ ਸੇਵੈ ਸ਼ਬਦ ਸਲਾਹੇ ਕਰ ਰਿਹਾ, ਉੱਚ ਰੂਖ ਬਣ ਗਏ ਹੈ। ਹੁਣ ਉਹ ਵੀ ਸਦਾ ਰੰਗ ਰਾਤੇ ਹਣ ਗੁਰ ਗਾਵੇ ਹੈ। ਪਰ ਬਣੇ ਕਦੋਂ? ਇਹ ਚੰਦਨ ਮਨ ਦੇ ਨਾਲ ਰਹਿ ਰਹੇ। ਕਿਉਂ? ਅੱਗੇ ਬੋਲਦੇ ਕਹਿੰਦੇ ਨੇ ਆਪੇ ਬਖਸ਼ੇ। ਹੁਣ ਕਦੋਂ ਬਣੇ? ਜਦੋਂ ਜਿਹੜਾ ਮਨ ਚੰਦਨ ਬਣ ਚੁੱਕਾ, ਭਾਵ ਸਤਿਗੁਰੂ ਜੀ ਦੀ ਸ਼ਬਦ ਦੀ ਸਿੱਖਿਆਵਾਂ ਵਿੱਚ ਮਰਜ ਹੋ ਚੁੱਕਾ ਹੈ। ਉਹ ਸ਼ਬਦ ਦੀ ਸਿੱਖਿਆਵਾਂ ਆਪਣੇ ਪੂਰੇ ਤਨ ਰੂਪੀ ਰੁੱਖ ਨੂੰ ਦੇ ਕੇ, ਤਨ ਰੂਪੀ ਇੰਦਰੇ ਗਿਆਨ ਇੰਦਰੀਆਂ ਨੂੰ ਉੱਚ ਕਰ ਲਿੱਤਾ। ਮਨ ਨੇ ਆਪੇ ਬਖਸ਼ੇ, ਸ਼ਬਦ ਦੇ ਕੇ ਮਿਲਾ ਲਿਆ ਆਪਣੇ ਨਾਲ। ਓਏ ਵੀ ਚੰਦਨ ਹੋਏ ਰਹੇ, ਹੁਣ ਇੰਦਰੇ ਗਿਆਨ ਇੰਦਰੇ ਵੀ ਚੰਦਨ ਹੋ ਗਏ, ਭਾਵ ਇਹ ਵੀ ਸ਼ਬਦ ਦੇ ਵਿੱਚ ਮਰਜ ਹੋ ਚੁੱਕੇ। ਸ਼ਬਦ ਸਲਾ ਰਹੇ ਨੇ, ਹਰ ਗੁਣ ਗਾ ਰਹੇ ਨੇ। ਪਹਿਲਾਂ ਮਨ ਸ਼ਬਦ ਨਾਲ ਮਿਲਿਆ ਸੀ, ਹੁਣ ਇੰਦਰੇ ਗਿਆਨ ਇੰਦਰੇ ਵੀ ਮਿਲ ਗਏ ਨੇ। ਮਿਲਾਇਆ ਕਿਸ ਨੇ?
ਜਿਹੜੇ ਮਨ ਨੇ ਖੁਦ ਸਤਿਗੁਰੂ ਜੀ ਦੀ ਚੰਦਨ ਰੂਪੀ ਸਿੱਖਿਆ ਪ੍ਰਾਪਤ ਕੀਤੀ, ਚੰਦਨ ਰੂਪੀ ਵਾਸ਼ਨਾ ਪ੍ਰਾਪਤ ਕੀਤੀ, ਉਹ ਹੁਣ ਬਖਸ਼ ਰਿਹਾ ਹੈ। ਉਸੇ ਨੂੰ ਸ਼ਬਦ ਆਖਦੇ ਨੇ, ਸ਼ਬਦ ਵਿੱਚ ਮਿਲਾਏ। ਸ਼ਬਦ ਰੂਪੀ ਚੰਦਨ ਦੀ ਸਿੱਖਿਆ ਦੇ ਕੇ ਉਹਨੇ ਹੁਣ ਆਪਣੇ ਇੰਦਰੀ ਗਿਆਨ ਇੰਦਰੀਆਂ ਨੂੰ ਵੀ ਸ਼ਬਦ ਵਿੱਚ ਮਿਲਾ ਲਿਆ ਹੈ। ਕਿਉਂ? ਕਿਉਂਕਿ ਮਨ ਦੇ ਵਿੱਚ ਚੰਦਨ ਰੂਪੀ ਵਾਸ਼ਨਾ, ਸ਼ਬਦ ਰੂਪੀ ਵਾਸ਼ਨਾ ਰਹਿ ਰਹੀ ਸੀ, ਆ ਗਈ ਸੀ, ਸਮਾ ਗਈ ਸੀ। ਇਹ ਸ਼ਬਦ ਉਹ ਉਸ ਸੰਬੰਧ ਵਿੱਚ ਹੈ। ਸਤਿਗੁਰੂ ਜੀ ਸਾਨੂੰ ਇਹ ਕਹਿ ਰਹੇ ਨੇ, ਅਸੀਂ ਵੀ ਸ਼ਬਦ ਰੂਪੀ ਚੰਦਨ ਦੇ ਸੰਗਤ ਕਰੀਏ। ਮਾਧੋ ਸਤ ਸੰਗਤ ਤੁਮਾਰੀ, ਹਮ ਅਵਗੁਣ ਤੁਮ ਉਪਕਾਰੀ। ਸਤਿਗੁਰੂ ਜੀ ਚੰਦਨ ਨੇ, ਅਸੀਂ ਚੰਦਨ ਦੀ ਸੇਵਾ ਕਰਾਂਗੇ, ਅਸੀਂ ਵੀ ਚੰਦਨ ਰੂਪ ਹੋ ਜਾਵਾਂਗੇ। ਭਾਵ ਸਾਡੇ ਅੰਦਰ ਵੀ ਸਤਿਗੁਰੂ ਜੀ ਦੀ ਸਿੱਖਿਆ ਵਸ ਜਾਏਗੀ। ਫਿਰ ਜਿਹੜੇ ਤਨ ਸਾਡਾ, ਉਹ ਵੀ ਸਾਡੇ ਮਨ ਦੇ ਨਾਲ ਰਹਿ ਰਿਹਾ, ਤਨ ਵੀ ਚੰਦਨ ਦੇ ਨਾਲ ਰਹਿਣ ਕਰਕੇ ਚੰਦਨ ਬਣ ਜਾਏਗਾ। ਭਾਵ ਸ਼ਬਦ ਦੇ ਗੁਣ ਸਲਾਣਾ ਲੱਗ ਜਾਏਗਾ, ਸ਼ਬਦ ਦੇ ਗੁਣ ਗਾਉਣ ਲੱਗ ਜਾਏਗਾ, ਹਮੇਸ਼ਾ ਸ਼ਬਦ ਵੀ ਰਤਿਆ ਰਹੇਗਾ। ਹਾਂਜੀ ਹਾਂਜੀ ਵੀਰ ਜੀ, ਆਪ ਜੀ ਅੰਦਰ ਦੀ ਖੇਡ ਬੜੀ ਖੂਬਸੂਰਤੀ ਨਾਲ ਆਪ ਜੀ ਸਮਝਾਣਾ ਕਰਦੇ ਹੋ। ਚੰਦਨ ਦਾ ਜ਼ਿਕਰ ਬਾਰ-ਬਾਰ ਗੁਰੂ ਗ੍ਰੰਥ ਸਾਹਿਬ ਵਿੱਚ ਕਈ ਵਾਰੀ ਕਈ ਥਾਵਾਂ ਤੇ ਆਉਂਦਾ ਹੈ। ਔਰ ਚੰਦਨ ਦੇ ਨਿਕਟ ਗੁਰੂ ਸਾਹਿਬ ਹੋਰ ਵੀ ਉਦਾਹਰਨਾਂ ਦੇ ਕੇ ਸਮਝਾਣਾ ਕਰਦੇ ਹਨ। ਚੰਦਨ ਦੇ ਨਿਕਟ ਕੋਈ ਵੀ ਬੂਟਾ ਆਏ ਖੁਸ਼ਬੂ ਲੈ ਲੈਂਦਾ ਹੈ। ਪਰ ਨਾਲ ਹੀ ਗੁਰੂ ਸਾਹਿਬ ਇੱਕ ਬੂਟੇ ਦਾ ਜ਼ਿਕਰ ਹੋਰ ਕਰਦੇ ਹਨ ਕਿ ਬਾਂਸ ਅਗਰ ਚੰਦਨ ਦੇ ਨਿਕਟ ਆ ਜਾਏ ਤੇ ਉਹ ਖੁਸ਼ਬੂ ਨਹੀਂ ਲੈ ਪਾਉਂਦਾ। ਜਦੋਂ ਤੱਕ ਜਬ ਹਮ ਹੋਤੇ ਤਬ ਤੂੰ ਨਹੀਂ, ਜਦੋਂ ਤੱਕ ਅਸੀਂ ਅਹੰਕਾਰ ਵਿੱਚ ਬੈਠੇ ਹਾਂ, ਗੁਰੂ ਦੇ ਨਿਕਟ ਬੈਠਿਆਂ ਵੀ ਖੁਸ਼ਬੂ ਮਨ ਦੇ ਵਿਚਕਾਰ ਅਸੀਂ ਨਹੀਂ ਲੈ ਪਾਉਂਦੇ। ਜਦੋਂ ਤੱਕ ਅੰਦਰ ਮੇਰੀ ਦੀ ਹੋਂਦ ਬਣੀ ਹੋਈ ਹੈ, ਆਪਣੇ ਅਹੰਕਾਰ ਵਿੱਚ ਅਸੀਂ ਬੈਠੇ ਹਾਂ, ਅਸੀਂ ਲੈ ਹੀ ਨਹੀਂ ਪਾਵਾਂਗੇ। ਜਦੋਂ ਤੱਕ ਅਸੀਂ ਗੁਰੂ ਦੇ ਸ਼ਬਦ ਤੋਂ ਇੰਜ ਮੰਨਣਾ ਕਰੀਏ ਕਿ ਕੁਝ ਲੈਣ ਦੀ ਭਾਵਨਾ ਨਾਲ ਅਸੀਂ ਨਹੀਂ ਬੈਠਾਂਗੇ, ਤਦ ਤੱਕ ਗੁਰੂ ਦੇ ਕੋਲੋਂ ਅਸੀਂ ਖੁਸ਼ਬੂ ਨਹੀਂ ਪ੍ਰਾਪਤ ਕਰ ਪਾਵਾਂਗੇ। ਸ਼ਬਦੇ ਅਕਥ ਕਥੇ ਸਾਲਾਹੇ, ਮੇਰੇ ਪ੍ਰਭ ਸਾਚੇ ਵੇ ਪਰਵਾਹੇ। ਆਪੇ ਗੁਣ ਦਾਤਾ ਸ਼ਬਦ ਮਿਲਾਏ, ਸ਼ਬਦੈ ਕਾ ਰਸ ਤਾਹਾ ਹੈ। ਸ਼ਬਦੇ ਅਕਥ ਕਥੇ ਸਾਲਾਹੇ, ਸ਼ਬਦੇ ਸਾਲਾਹੇ। ਅਕਥ ਕਥੇ ਕਹਿੰਦੇ ਸ਼ਬਦ ਦੇ ਰਾਹੀਂ, ਸ਼ਬਦ ਦੀ ਸਲਾਹ ਲੈ ਲੈ ਤੇ ਕੀ ਹੋਏਗਾ। ਅਸੀਂ ਪਿੱਛੇ ਵੀ ਪਾਠ, ਪਿਛਲੇ ਪਦੇ ਦਾ ਵੀ ਪਾਠ ਕਰਕੇ ਆਇਆ ਨਾ, ਸੇਵਕ ਸੇਵੇ ਸ਼ਬਦ ਸਲਾਹੇ। ਹੁਣ ਸ਼ਬਦ ਸਲਾਹਣ ਨਾਲ ਕੀ ਹੋਏਗਾ। ਗੁਰੂ ਸਾਹਿਬ ਕਹਿ ਰਹੇ ਜਿਹੜਾ ਅਕਥ ਹੈ, ਅਕਥ ਤੋਂ ਕੀ ਭਾਵੇਂ ਜਿਹਨੂੰ ਕਥਿਆ ਨਹੀਂ ਜਾ ਸਕਦਾ। ਕਹਿੰਦੇ ਜਦੋਂ ਸ਼ਬਦ ਦੀ ਸਲਾਹ ਮਨ ਵਿੱਚ ਵਸ ਜਾਏਗੀ, ਸ਼ਬਦ ਨਾਲ ਇੱਕ ਮਿਕਤਾ ਹੋ ਜਾਏਗੀ, ਉਹ ਪਰਮਾਤਮਾ ਜੋ ਅਕਥ ਹੈ ਉਹ ਵੀ ਪਰਮਾਤਮਾ ਕਥੇ, ਉਹ ਵੀ ਪਰਮਾਤਮਾ ਜਿਹੜਾ ਉਸ ਨੂੰ ਬਿਆਨ ਕਰਨ ਲੱਗ ਪੈਂਦੇ ਨੇ। ਪਾਓ ਪਰਮਾਤਮਾ ਨਾਲ ਇੱਕ ਮਿਕਤਾ ਬਣਨ ਲੱਗ ਪੈਂਦੀ ਹੈ, ਪਰਮਾਤਮਾ ਦੇ ਨਾਲ ਸਾਂਝ ਬਣ ਜਾਂਦੀ ਹੈ। ਸ਼ਬਦੇ ਅਕਥ ਕਥੇ ਸਾਲਾਹੇ, ਮੇਰੇ ਪ੍ਰਭ ਸਾਚੇ ਵੇ ਪਰਵਾਹੇ। ਕਿਸ ਨੂੰ? ਮੇਰੇ ਪ੍ਰਭ ਸਾਚੇ ਵੇ ਪਰਵਾਹੇ। ਦੇਖੋ ਅੱਖਰ ਸਾਚੇ ਜਿਹੜਾ ਆਉਂਦਾ ਨਾ, ਬਾਰ-ਬਾਰ ਸਾਚੇ ਅੱਖਰ ਆ ਰਿਹਾ। ਸਾਚੇ ਅੱਖਰ ਜਦ ਵੀ ਆਇਆ ਨਾ, ਇੱਕ ਵਾਰੀ ਸ਼ਲੋਕ ਨਾਲ ਰਲਾ ਲਈਏ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਮੇਰੇ ਪ੍ਰਭ ਸਾਚੇ ਵੇ ਪਰਵਾਹੇ, ਉਹ ਪਰਮਾਤਮਾ ਜੋ ਅਟਲ ਹੈ, ਸਦੀਵ ਹੈ, ਜਿਹਦਾ ਹੁਕਮ ਅਟਲ ਹੈ। ਵੇ ਪਰਵਾਹੇ ਕਹਿੰਦੇ ਨੇ ਉਸ ਨੂੰ, ਉਹ ਪਰਮਾਤਮਾ ਜੋ ਅਕਥ ਹੈ ਉਸ ਨੂੰ ਫਿਰ ਸ਼ਬਦ ਦੇ ਰਾਹੀਂ ਕਥਨ ਲੱਗ ਪੈਂਦੇ ਹਨ। ਆਪੇ ਗੁਣ ਦਾਤਾ ਸ਼ਬਦ ਮਿਲਾਏ, ਸ਼ਬਦੇ ਕਾ ਰਸਤਾ ਹੈ। ਆਪੇ ਗੁਣ ਦਾਤਾ, ਗੁਣਾ ਦਾ ਦਾਤਾ, ਆਪੇ ਹੀ ਉਹਨੇ ਸਿਸਟਮ ਇਸ ਤਰ੍ਹਾਂ ਦਾ ਬਣਾਇਆ ਹੈ ਕਿ ਸ਼ਬਦ ਦੇ ਰਾਹੀਂ ਉਸ ਦੇ ਨਾਲ ਸਾਂਝ ਬਣਦੀ ਹੈ। ਜਿਹੜਾ ਅਸੀਂ ਧਿਆਨ ਦਈਏ ਨਾ, ਅਸੀਂ ਜਰਨੀ ਕਰਨੀ ਹੋਏ, ਕਿਧਰੇ ਅਸੀਂ ਸਫ਼ਰ ਕਰਨਾ ਹੋਏ, ਤੇ ਅਸੀਂ ਜੇਕਰ ਬੰਧਨਾਂ ਵਿੱਚ ਪਏ ਹੋਈਏ ਅਸੀਂ ਟੁਰ ਨਹੀਂ ਪਾਵਾਂਗੇ। ਜੇ ਰੱਸੀ ਬੰਧੀ ਹੋਏ ਸਾਨੂੰ, ਅਸੀਂ ਟੁਰ ਨਹੀਂ ਪਾਵਾਂਗੇ। ਸਾਡੇ ਮਨ ਦੇ ਵਿੱਚ ਕਈ ਕਿਸਮ ਦੀਆਂ ਗੰਢਾਂ ਪਈਆਂ, ਕਈ ਕਿਸਮ ਦੀ ਵਹਿਮਾਂ ਦੀਆਂ, ਭਰਮਾਂ ਦੀਆਂ, ਉਲਝਣਾਂ ਦੀਆਂ, ਵਿਕਾਰਾਂ ਦੀਆਂ ਕਈ ਕਿਸਮ ਦੀਆਂ ਗੰਢਾਂ ਪਈਆਂ। ਜਿਸ ਤਰ੍ਹਾਂ ਸ਼ਬਦ ਦੇ ਨਾਲ ਅਸੀਂ ਜੁੜਨਾ ਕਰਦੇ ਹਾਂ, ਕਈ ਵਾਰੀ ਮਹਿਸੂਸ ਹੁੰਦੀ ਹੈ ਗੰਢ ਹੋਰ ਖੁੱਲ ਗਈ, ਇੱਕ ਭਰਮ ਮਨ ਦੇ ਵਿੱਚੋਂ ਹੋਰ ਨਿਕਲ ਗਿਆ। ਅਜੇ ਤੱਕ ਤੇ ਮੈਂ ਐਸੀ ਨੂੰ ਜਿਹੜਾ ਸਿਫਤ ਸਲਾਹ ਸਮਝੀ ਜਾਂਦਾ ਸੀਗਾ, ਅਜੇ ਤੱਕ ਤੇ ਮੈਂ ਐਸੀ ਚੀਜ਼ ਨੂੰ ਸੱਚ ਸਮਝੀ ਬੈਠਾ ਸੀ। ਜਦੋਂ ਉਹ ਗੰਢ ਖੁੱਲੀ ਤੇ ਸਮਝੋ ਕਿ ਹੋਰ ਇੱਕ ਇੰਜ ਸਮਝੀਏ ਨਾ
ਕਿ ਰੱਸੀ ਦੀ ਇੱਕ ਗੰਢ ਹੋਰ ਖੁੱਲ ਜਾਏ ਤੇ ਰੱਸੀ ਹੋਰ ਵੱਡੀ ਹੋ ਗਈ, ਸਾਡੀ ਜਰਨੀ ਥੋੜੀ ਜੀ ਹੋਰ ਅੱਗੇ ਤੱਕ ਅਸੀਂ ਇੱਕ ਕਦਮ ਹੋਰ ਤੁਰ ਪਏ। ਤੇ ਧੀਰੇ ਧੀਰੇ ਜਿਸ ਤਰ੍ਹਾਂ ਗੰਢਾਂ ਖੁੱਲਦੀਆਂ ਜਾਂਦੀਆਂ ਉਸ ਤਰ੍ਹਾਂ ਮਨੁੱਖ ਦਾ ਸਫ਼ਰ ਜਿਹੜਾ ਹੈ ਲੰਬਾ ਹੁੰਦਾ ਜਾਂਦਾ ਹੈ। ਅਸੀਂ ਮਨ ਸਾਡਾ ਪਹਿਲਾਂ ਵੀ ਇੱਕ ਵਾਰੀ ਸਾਂਝ ਬਣੀ ਸੀ, ਹਮੇਸ਼ਾ ਹੀ ਸਫ਼ਰ ਵਿੱਚ ਰਹਿੰਦਾ, ਹਮੇਸ਼ਾ ਸਫ਼ਰ ਵਿੱਚ ਰਹਿੰਦਾ। ਇੱਥੇ ਤੱਕ ਕਿ ਜਦੋਂ ਅਸੀਂ ਸੁੱਤੇ ਪਏ ਹੁੰਦੇ ਆ ਤਾਂ ਵੀ ਸਾਡਾ ਮਨ ਸਫ਼ਰ ਕਰ ਰਿਹਾ ਹੁੰਦਾ। ਜਿਹੜੇ ਸੁਪਨੇ ਆਉਂਦੇ ਨੇ, ਸੁਪਨੇ ਕੀ ਹਨ? ਮਨ ਦਾ ਸਫ਼ਰ ਹੈ। ਮਨ ਤਾਂ ਵੀ ਸ਼ਾਂਤ ਨਹੀਂ ਬੈਠਾ, ਤਾਂ ਵੀ ਕਿਧਰੇ ਨਾ ਕਿਧਰੇ ਘੁੰਮ ਰਿਹਾ, ਸਫ਼ਰ ਕਰ ਰਿਹਾ। ਗੁਰੂ ਸਾਹਿਬ ਕਹਿ ਰਹੇ ਨੇ, ਆ ਮੈਂ ਤੈਨੂੰ ਇੱਕ ਐਸਾ ਸਫ਼ਰ ਕਰਾਵਾਂ ਕਿ ਤੇਰੇ ਸਾਰੇ ਸਫ਼ਰ ਹੀ ਮੁੱਕ ਜਾਣ। ਤੇ ਗੁਰੂ ਸਾਹਿਬ ਸ਼ਬਦ ਦੇ ਰਾਹੀਂ ਸਾਨੂੰ ਇੱਕ ਐਸੀ ਜਰਨੀ ਤੇ ਲੈ ਜਾਂਦੇ ਹਨ, ਸਾਡੀ ਸੁਰਤ ਐਸੀ ਥਾਂ ਤੇ ਟਿਕਾ ਦਿੰਦੇ ਹਨ ਕਿ ਮਨ ਦੀ ਸਾਰੀ ਦੌੜ ਭੱਜ ਮੁੱਕੀ ਜਾਂਦੀ ਹੈ, ਮਨ ਸ਼ਾਂਤ ਹੋ ਜਾਂਦਾ ਹੈ, ਮਨ ਆ ਕੇ ਨਿਜ ਦੇ ਘਰ ਵਿੱਚ ਟਿਕ ਜਾਂਦਾ ਹੈ। ਮਨ ਦੀ ਦੇਖੋ ਸਫ਼ਰ ਅਖਰ ਇੰਗਲਿਸ਼ ਵਿੱਚ ਸਫਰਿੰਗ ਲਈ ਵੀ ਆਉਂਦਾ। ਸਾਡੀ ਸਫਰਿੰਗ ਤਦ ਤੱਕ ਹਨ ਜਦੋਂ ਤੱਕ ਮਨ ਸੱਚ ਦਾ ਸਫ਼ਰ ਨਹੀਂ ਕਰਦਾ। ਜਦੋਂ ਮਨ ਸੱਚ ਦਾ ਸਫ਼ਰ ਕਰਨ ਲੱਗ ਪਏ, ਸਾਡੀ ਮਨ ਦੀ ਸਫਰਿੰਗਸ ਖਤਮ ਹੋ ਜਾਣਗੀਆਂ। ਸਾਡੀ ਤਨ ਵਿੱਚ ਵੀ ਸਫਰਿੰਗਸ ਹਨ। ਕਿਉਂ ਹਨ ਸਫਰਿੰਗ? ਕਿਉਂ ਅਸੀਂ ਦੁਖੀ ਹਾਂ? ਕਿਉਂਕਿ ਮਨ ਨੇ ਸੱਚ ਦਾ ਸਫ਼ਰ ਨਹੀਂ ਕੀਤਾ। ਤੇ ਗੁਰੂ ਸਾਹਿਬ ਬਾਰ-ਬਾਰ ਸਾਨੂੰ ਸਮਝਾ ਰਹੇ ਨੇ, ਆਪੇ ਗੁਣ ਦਾਤਾ ਸ਼ਬਦ ਮਿਲਾਏ। ਇਹ ਵਿਉਂਤ ਬਣਾਈਏ ਸ਼ਬਦ ਦੇ ਰਾਹੀਂ, ਆਪਣੇ ਨਾਲ ਸਾਂਝ ਬਣਾ ਲੈਂਦਾ, ਆਪਣੇ ਨਾਲ ਸਾਂਝ ਬਣ ਜਾਂਦੀ ਹੈ। ਸ਼ਬਦ ਹੈ ਕਾ ਰਸਤਾ ਹੈ, ਕਹਿੰਦੇ ਜਦੋਂ ਸ਼ਬਦ ਦੇ ਰਾਹੀਂ ਮਿਲ ਪਈਏ, ਸ਼ਬਦ ਕਾ ਰਸਤਾ ਹੈ। ਪਿੱਛੇ ਪਰਮਲ ਵਾਸ ਮਨ ਤਾਹਾ ਹੈ ਦਾ ਜ਼ਿਕਰ ਕੀਤਾ ਪਿਛਲੇ ਪਦੇ ਵਿੱਚ, ਇੱਥੇ ਸ਼ਬਦੇ ਕਾ ਰਸਤਾ ਹੈ। ਸ਼ਬਦ ਦਾ ਰਸ ਉਹਦੇ ਮਨ ਵਿੱਚ ਆ ਜਾਂਦਾ ਹੈ। ਭਾਵ ਸ਼ਬਦ ਨਾਲ ਸਾਂਝ ਬਣ ਗਈ। ਪਾਰਸ ਪੱਥਰ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਜ਼ਿਕਰ ਆਉਂਦਾ ਹੈ, ਕੋਈ ਐਸਾ ਪੱਥਰ ਹੈ ਨਹੀਂ, ਕਿਉਂਕਿ ਪੁਰਾਣੀ ਗਾਥਾਵਾਂ ਵਿੱਚ ਜ਼ਿਕਰ ਆਉਂਦਾ ਹੈ ਕਿ ਪਾਰਸ ਪੱਥਰ ਦੇ ਨਾਲ ਧਾਤੂ, ਕਿਸੇ ਵੀ ਧਾਤੂ ਨੂੰ ਰੱਖੀਏ ਤੇ ਉਹ ਸੋਨਾ ਬਣ ਜਾਂਦੀ ਹੈ। ਪਰ ਪਾਰਸ ਪੱਥਰ ਵਿੱਚ ਪਾਰਸ ਬਣਾਉਣ ਦੀ ਕਾਬਲੀਅਤ ਕਿਧਰੇ ਨਹੀਂ ਦੱਸੀ ਗਈ। ਗੁਰੂ ਐਸਾ ਪਾਰਸ ਹੈ ਜੋ ਆਪਣੇ ਵਰਗਾ ਹੀ ਬਣਾ ਲੈਂਦਾ ਹੈ। ਗੁਰੂ ਸਾਹਿਬ ਇੱਥੇ ਵੀ ਕਹਿ ਰਹੇ ਨੇ, ਸਮਝਾਣਾ ਕਰ ਰਹੇ ਨੇ ਬਾਰ-ਬਾਰ, ਗੁਰੂ ਨਾਲ ਸਾਂਝ ਬਣੀ, ਇੱਕ ਮਿਕਤਾ ਹੋ ਗਈ, ਕੋਈ ਭੇਦ ਹੀ ਨਹੀਂ ਰਹਿ ਗਿਆ। ਭਾਵ ਪਰਮਾਤਮਾ ਤੇ ਗੁਰੂ, ਪਰਮਾਤਮਾ ਤੇ ਉਹ ਮਨ ਜਿਹੜਾ ਸ਼ਬਦ ਨਾਲ ਭੇਜਿਆ ਹੈ, ਉਹ ਮਨੁੱਖ, ਉਸ ਮਨੁੱਖ ਦਾ ਮਨ, ਦੋਨੋਂ ਹੀ ਇੱਕ ਮਿਕ ਹੋ ਗਏ, ਕੋਈ ਭੇਦ ਨਹੀਂ ਰਹਿ ਗਏ। ਸ਼ਬਦੇ ਕਾ ਰਸਤਾ ਹੈ, ਸ਼ਬਦ ਦਾ ਰਸ ਉਹੀਓ ਮਨ, ਉਹੀਓ ਮਨੁੱਖ ਮਾਣ ਪਾਉਂਦਾ ਹੈ ਜਿਹੜਾ ਗੁਰੂ ਦੀ ਬਣਾਈ ਵਿਉਂਤ ਦੇ ਹਿਸਾਬ ਨਾਲ ਟੁਰਨਾ ਕਰਦਾ ਹੈ। ਉਹ ਜਦੋਂ ਹੁਕਮ ਦੇ ਨਾਲ ਸਾਂਝ ਬਣਦੀ ਹੈ ਤੇ ਉਹਦੇ ਅੰਦਰ ਰਸ ਪ੍ਰਗਟ ਹੋ ਜਾਂਦਾ ਹੈ। ਜੀ ਹਰਵਿੰਦਰ ਜੀ, ਅਸੀਂ ਜਿਹੜਾ ਇਸ ਤੋਂ ਪਹਿਲਾਂ ਪਤਾ ਵਿਚਾਰਿਆ ਸੀ, ਉਹਦੇ ਅੰਦਰ ਜਿਹੜਾ ਗੁਰੂ ਸਾਹਿਬ ਜਿਵੇਂ ਸੇਵਕ ਕੌਣ ਇਹਨੂੰ ਡਿਫਾਈਨ ਕਰਦੇ ਪਏ ਸਨ, ਸੇਵਕ ਦੀ ਜੀਵਨ ਜਾਂਚ ਕੀ ਕਹਿ ਲਓ ਉਹਨੂੰ ਡਿਫਾਈਨ ਕਰਦੇ ਪਏ ਸਨ। ਜਿਹੜੇ ਸੇਵਕ ਨੇ ਉਹਨੂੰ ਸੇਵਦੇ ਨੇ, ਉਹਦੀ ਬਾਣੀ ਦੀ ਵਿਚਾਰ ਕਰਦੇ, ਫਿਰ ਉਹਨੂੰ ਸ਼ਬਦ ਦੀ ਸਲਾਹ ਲੈਂਦੇ ਨੇ। ਜਦੋਂ ਅਸੀਂ ਦੇਖਾਂਗੇ ਨਾ ਸ਼ਬਦ, ਜਦ ਸ਼ਬਦ ਨੂੰ ਪੁੱਛਾਂਗੇ ਵੀ ਉਹ ਜਿਹੜਾ ਅਸੀਂ ਆਨੰਦ ਸਾਹਿਬ ਪੜ੍ਹਨੇ ਆ, ਆਓ ਸੰਤ ਪਿਆਰਿਓ ਅਕਥ ਕੀ ਕਰਾਂ ਕਹਾਣੀ। ਹੁਣ ਪਰਮਾਤਮਾ ਹੈ ਤੇ ਅਕਥ, ਪਰਮਾਤਮਾ ਨੂੰ ਪੂਰਨ ਤੌਰ ਤੇ ਬਿਆਨ ਕੋਈ ਲਫ਼ਜ਼ ਨਹੀਂ ਕਰ ਸਕਦੇ। ਜਿਹੜਾ ਗੁਰੂ ਕਹਿੰਦਾ ਵੀ ਸੋਈ ਅਜਾਨ ਕਹੇ ਮੈਂ ਜਾਣਾ, ਜਾਣਨ ਹਾਰ ਨਾ ਛਾਨਾ ਰੇ। ਉਹ ਪਰਮਾਤਮਾ ਛੁਪਿਆ ਨਹੀਂ ਹੈ, ਲੇਕਿਨ ਜੇ ਕੋਈ ਬੰਦਾ ਦਾਵਾ ਕਰੇ ਕਿ ਮੈਂ ਰੱਬ ਨੂੰ ਪੂਰਨ ਤੌਰ ਤੇ ਜਾਣ ਲਿੱਤਾ ਹੈ, ਉਸ ਤੋਂ ਵੱਡਾ ਕੋਈ ਅਣਜਾਣ ਬੰਦਾ ਨਹੀਂ। ਹੁਣ ਇੱਥੇ ਵੀ ਨਾ ਸੇਮ ਗੱਲ ਕਰਦੇ, ਕਹਿੰਦੇ ਵੀ ਉਹ ਪਰਮਾਤਮਾ ਹੈ ਤੇ ਅਕਥ, ਲੇਕਿਨ ਕਿਉਂਕਿ ਅਕਥ ਹੈ ਤੇ ਮੈਂ ਉਹਨੂੰ ਕਥਨਾ ਛੱਡ ਦਵਾਂ? ਨਹੀਂ, ਸਲਾਹ ਗੁਰੂ ਕੋਲੋਂ ਲੈ। ਜੇ ਅਸੀਂ ਆਪਣੇ, ਕੋਈ ਬੰਦਾ ਹੋ ਸਕਦਾ ਹੈ ਕਿ ਨਹੀਂ ਜੇ ਅਕਥ ਹੈ ਤੇ ਫਿਰ ਕਥ ਕੇ ਕੀ ਕਰਨਾ, ਨਹੀਂ, ਕਹਿੰਦਾ ਤੂੰ ਸਲਾਹ ਗੁਰੂ ਕੋਲੋਂ ਲੈ। ਗੁਰੂ ਕੀ ਸਲਾਹ ਦਿੰਦਾ, ਕਹਿੰਦੇ ਸ਼ਬਦ, ਉਹ ਕਹਿੰਦੇ ਆਓ ਸੰਤ ਪਿਆਰਿਓ ਅਕਥ ਕੀ ਕਰਾਂ ਕਹਾਣੀ। ਅੱਛਾ ਉਹ ਕਿਵੇਂ ਕਰ, ਉਹਦੀ ਸਿਫਤ ਸਲਾਹ ਕਿਵੇਂ ਕਰ? ਕਹਿੰਦਾ ਸ਼ਬਦੇ ਅਕਥ ਕਥੇ, ਸ਼ਬਦ ਦੇ ਰਾਹੀਂ ਕਰੀ। ਜੇ ਤੂੰ ਅਸੀਂ ਜਿਹੜਾ ਪੜ੍ਹਨੇ ਨੇ ਵੀ ਗੁਰਮੁਖ ਨਾਦਨ ਗੁਰਮੁਖ ਵੇਦਨ, ਹੁਣ ਕਈਆਂ ਨੇ ਰੱਬ ਦੀ ਵਡਿਆਈ ਕਰਨ ਵਾਸਤੇ ਆਪਣੇ ਬੋਲ ਵੀ ਯੂਜ਼ ਕਰਨੇ ਸ਼ੁਰੂ ਕਰ ਦਿੱਤੇ, ਲੇਕਿਨ ਉਹ ਇੱਕ ਸ਼ਬਦ ਆਉਂਦਾ ਵੀ ਤੂੰ ਸੁਲਤਾਨ ਕਹਾਂ ਹੋ ਮੀਆਂ ਤੇਰੀ ਕਵਨ ਵਡਾਈ। ਜਦੋਂ ਮੈਂ ਆਪਣੀ ਮਤ ਬੁੱਧੀ ਦੇ ਨਾਲ ਰੱਬ ਦੀਆਂ ਸਿਫਤਾਂ ਕਰਨ ਦੀ ਕੋਸ਼ਿਸ਼ ਕਰਾਂਗਾ ਨਾ, ਕਿਉਂਕਿ ਮੇਰੀ ਬੁੱਧੀ ਛੋਟੀ ਹੈ, ਮੈਨੂੰ ਰੱਬ ਦੀ ਵਡਿਆਈ ਬਾਰੇ ਪਤਾ ਨਹੀਂ ਹੈ। ਕਹਿੰਦੇ ਏਵੜ ਉੱਚਾ ਹੋਵੇ ਕੋਈ ਤੇ ਉੱਚੇ ਕੋ ਜਾਣੇ ਸੋਏ, ਮੇਰੇ ਕੋਲ ਉਹ ਮਤ ਬੁੱਧੀ ਹੈ ਨਹੀਂ। ਜੇ ਮੈਂ ਆਪਣੀ ਬੁੱਧੀ ਦੇ ਨਾਲ ਰੱਬ ਦੀਆਂ ਸਿਫਤਾਂ ਕਰਨ ਦੀ ਕੋਸ਼ਿਸ਼ ਕਰਾਂਗਾ, ਮੈਂ ਇੱਕ ਗੁਨਾਹ ਕਰ ਬੈਠਾਂਗਾ, ਮੈਂ ਉਹ ਰੱਬ ਨੂੰ ਵੀ ਛੋਟਾ ਬਣਾ ਕੇ ਦਿਖਾ ਦੇਵਾਂ। ਜਦੋਂ ਕਹਿੰਦੇ ਵੀ ਉਹ ਕਹਿੰਦੇ ਤੂੰ ਜੇ ਰੱਬ ਦੀ ਸਿਫਤਾਂ ਵੀ ਕਰਨ, ਕਹਿੰਦਾ ਗੁਰੂ ਕੋਲੋਂ ਨਾਦ ਤੇ ਗੁਰੂ ਦਾ ਵੇਦ ਹੀ ਲੈ, ਉਹਦੇ ਰਾਹੀਂ ਹੀ ਜਿਹੜਾ ਨਾ ਉਹ ਕਹਿੰਦੇ ਮੈਂ ਗੁਣ ਗੱਲਾਂ ਕੇ ਸਿਰ ਭਾਰ।
ਗੱਲੀ ਗੱਲਾਂ ਸਿਰਜਣਹਾਰ। ਜੇ ਮੈਂ ਆਪਣੇ ਵੱਲੋਂ ਰੱਬ ਦੀਆਂ ਸਿਫਤਾਂ ਕਰਨਾ ਚਾਹਾਂ, ਕਹਿੰਦਾ ਨਹੀਂ, ਸ਼ਬਦ ਦੇ ਰਾਹੀਂ ਕਰੀ। ਤੂੰ ਵਡਿਆਈ ਵੀ ਕਰਨਾ ਚਾਹਨਾ ਨਾ, ਤੂੰ ਰੱਬ ਨੂੰ ਕੁਝ ਕਹਿ ਦੇਗਾ ਬਹੁਤ ਵੱਡਾ ਕਰ, ਤੂੰ ਸੁਲਤਾਨ ਕਹਾਂ ਹੋ ਮੀਆਂ। ਵੀ ਜੇ ਸੁਲਤਾਨ ਕਹਿੰਦੇ ਨੇ ਐਂਪਰਰ ਨੂੰ, ਜਿਹਦੇ ਹੇਠਾਂ ਕਈ ਬਾਦਸ਼ਾਹ ਹੁੰਦੇ ਨੇ। ਜਦੋਂ ਮੁਗਲ ਸਨ, ਜਿਹੜੇ ਮੁਗਲ ਐਂਪਰਰ ਹੁੰਦੇ ਸਨ, ਉਹਨਾਂ ਦੇ ਹੇਠਾਂ 52 ਰਾਜੇ ਤਾਂ ਅਸੀਂ ਜਾਣਦੇ ਹਾਂ ਕਿ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤੇ ਹੋਏ ਸਨ ਤੇ ਰਾਜੇ। ਲੇਕਿਨ ਉਹ ਤਾਂ ਪੂਰੇ ਇੰਡੀਆ ਦੇ ਕਿਤਨੇ ਉਹਦੇ ਸਾਰੇ ਜਿਹੜੇ ਸਾਨੂੰ ਗੜਵਾਲ ਹਿੱਸੇ ਦੇ ਜਿਹੜੇ ਰਾਜੇ ਸਨ, ਤੇ ਸਾਰੇ ਇੰਡੀਆ ਵਿੱਚ ਤੇ ਕਿਤਨੇ ਕੁ ਰਾਜੇ ਹੋਣੇ ਨੇ। 500 ਰਿਆਸਤਾਂ ਜਿਹੜੀਆਂ ਨੇ, ਉਹ ਤੋਂ ਬਾਅਦ ਜਿਹੜੇ 540 ਕੁਝ ਰਿਆਸਤਾਂ ਜਿਹੜੀਆਂ ਨੇ ਅੰਗਰੇਜ਼ਾਂ ਦੇ ਟਾਈਮ ਤੋਂ ਬਾਅਦ ਮਿਲਾਈਆਂ ਗਈਆਂ। ਉਹ ਇੱਕ ਐਂਪਰਰ ਦੇ ਹੇਠਾਂ ਦੇ ਕਿਤਨੇ ਕੁ ਰਾਜੇ ਹੁੰਦੇ ਹੋਣਗੇ। ਤੇ ਜੇ ਅਸੀਂ ਉਹਨੂੰ ਮੀਆਂ ਕਰਕੇ ਕਹਿ ਦਈਏ, ਅਸੀਂ ਉਹਨੂੰ ਛੋਟਾ ਕਰ ਦੇਵਾਂ ਵੀ ਮੈਂ ਗੁਣ ਮੇਰੇ ਵਿੱਚ, ਉਹ ਮੈਂ ਗੁਣ ਕਹਿੰਦੇ ਅੰਤ ਕਾਰਨ ਕਿਤੇ ਬਿਲਾਹੇ ਤਾਂ ਕਿ ਅੰਤ ਨਾ ਪਾਏ ਜਾਏ, ਇਹ ਅੰਤ ਨਾ ਜਾਣੇ ਕੋਈ। ਹਾਂ, ਗੁਰੂ ਕੋਲੋਂ ਲੈ ਗੁਰੂ ਦੇ ਸ਼ਬਦਾਂ ਦੇ ਰਾਹੀਂ ਰੱਬ ਦੀ ਸਿਫਤ ਕਰਨੀ ਜਿਹੜੀ ਹੈ ਨਾ, ਉਹ ਕਹਿੰਦੇ ਬਾਬਾ ਮੂਰਖ ਹਾਂ ਨਾਵੇਂ ਬਲ ਜਾਉ। ਮੈਂ ਆਪਣੇ ਵੱਲੋਂ ਮੈਂ ਤੇ ਜੋ ਤੇਰੇ ਹੁਕਮ ਨੇ ਨਾ, ਮੈਂ ਕੁਝ ਕਵਾਂ। ਅੱਜ ਜੇ ਅਸੀਂ ਕਹਿੰਦੇ ਮੈਂ ਕਿ ਦੁਨੀਆ ਜਿਹੜੀ ਨੰਗੇ ਪੈਰੀ ਜਾਂਦੀ ਪਈ ਏ, ਉਹ ਤਾਂ ਸਮਝਦੀ ਪਈ ਨਾ ਕਿ ਬਈ ਉਹ ਮੈਂ ਧਰਮ ਦੀ ਕਿਰਿਆ ਕਰਨਾ ਪਿਆ। ਜਿਹੜੇ ਬੰਦੇ ਉਹ ਖਾਣਾ ਨਹੀਂ ਖਾਂਦੇ ਪਏ, ਵਰਤ ਰੱਖਦੇ ਪਏ ਨੇ, ਉਹ ਸਮਝਦੇ ਨੇ ਕਿ ਮੈਂ ਤੇ ਰੱਬ ਪੱਖੀ ਕੋਈ ਕੰਮ ਕਰਨਾ ਪਿਆ। ਤੇ ਗੁਰੂ ਕੀ ਕਹਿੰਦਾ ਪਿਆ? ਕਹਿੰਦਾ ਇੱਕ ਅੰਨ ਨਾ ਖਾਈ ਮੂਰਖ ਤੇ ਨਾ ਕਿਆ ਕੀ ਜਾਈ। ਜਿਹੜੇ ਬੰਦੇ ਨਹਾਉਂਦੇ ਪਏ ਨੇ, ਉਹ ਗੁਰੂ ਕਹਿੰਦੇ ਵਿਵੇਕਹੀਨ ਦੇਹੀ ਧੋਏ। ਝੱਲਾ ਬੰਦਾ, ਪਾਗਲ ਬੰਦਾ ਜਿਹੜਾ ਹੈ ਨਾ, ਉਹ ਧਾਰਮਿਕ ਕਿਰਿਆ ਦੇ ਪ੍ਰਥਾਈ ਸਮਝ ਕੇ ਆਪਣੇ ਸਰੀਰ ਨੂੰ ਧੋਂਦਾ ਹੈ। ਵਿਵੇਕਹੀਨ ਦੇਹੀ ਧੋਏ। ਤੇ ਜਦੋਂ ਕਹਿੰਦੇ ਜੇ ਰੱਬ ਦੀ ਸਿਫਤਾਂ ਵੀ ਕਰਨੀਆਂ ਨੇ ਨਾ, ਜਿਹੜੀ ਉਹਦੇ ਵਾਸਤੇ ਸ਼ਬਦ ਹੀ ਯੂਜ਼ ਕਰ। ਸਲਾਹ ਵੀ ਸ਼ਬਦ ਦੀ ਹੀ ਲੈ। ਸ਼ਬਦੇ ਅਕਤ ਕਥਨ, ਸ਼ਬਦ ਦੇ ਰਾਹੀਂ ਉਹ ਅਕਤ ਪਰਮਾਤਮਾ ਦਾ ਕਥਨ ਕਰ, ਉਹਦੀਆਂ ਗੱਲਾਂ ਕਰ, ਉਹਦੀਆਂ ਵਡਿਆਈਆਂ ਦੀਆਂ ਬਾਤਾਂ ਲੋਕਾਂ ਦੇ ਨਾਲ ਪਾ। ਔਰ ਸ਼ਬਦ ਦੀ ਹੀ ਸਲਾਹ ਲੈ, ਸ਼ਬਦ ਕੋਲੋਂ ਹੀ ਪੁੱਛ ਮੈਂ ਕੀ ਕਰਾਂ, ਮੈਂ ਕੀ ਨਾ ਕਰਾਂ ਨਾ। ਇਹ ਵਾਲੀ ਸਲਾਹ ਉਹ ਸ਼ਬਦ ਕੋਲ ਹੀ ਲੈ। ਕਹਿੰਦੇ ਕਿਹਦੇ ਸ਼ਬਦਾਂ ਕੋਲ ਨਾ, ਕਹਿੰਦੇ ਮੇਰੇ ਪ੍ਰਭ ਸਾਚੇ ਵੇ ਪਰਵਾਹੇ, ਮੇਰਾ ਉਹ ਪਰਮਾਤਮਾ। ਇਹ ਸ਼ਬਦ ਕਿਹਦੇ ਨੇ? ਅਸੀਂ ਕਹਿੰਦੇ ਧੁਰ ਕੀ ਬਾਣੀ ਆਈ ਜੈਸੀ ਮੈਂ ਆਵੇ ਕਸਮ ਕੀ ਬਾਣੀ, ਇਹਦੀ ਸਲਾਹ ਮੰਗਿਆ ਕਰ। ਇਹ ਬਾਣੀ ਕਿਹਦੀ ਹੈ? ਕਹਿੰਦਾ ਮੇਰੇ ਪ੍ਰਭ ਸਾਚੇ। ਸਾਚੇ ਪਾਓ ਜੋ ਸਦੀ ਹੋਣ ਵਾਲਾ, ਜੋ ਕਦੀ ਖਤਮ ਨਹੀਂ ਹੋਏਗਾ। ਅਸੀਂ ਪਿੱਛੇ ਸਤਿਗੁਰੂ ਜੀ ਕਰਕੇ ਮੇਰੇ ਦਿਮਾਗ 'ਚ ਖੋਲ ਕਰ ਆ ਰਹੀ ਸੀ, ਵੀ ਸ਼ੁਡ ਐਲੋਬਰੇਟ। ਅਸੀਂ ਜਦੋਂ ਕਿਹਾ ਵੀ ਪਰਮਾਤਮਾ ਸੱਚਾ ਹੈ, ਉਹਦੇ ਹੁਕਮ ਵੀ ਸੱਚੇ ਨੇ। ਮੇਰੇ ਦਿਮਾਗ ਵਿੱਚ ਉਸ ਟਾਈਮ ਵਿੱਚ ਕੋਈ ਸ਼ਬਦ ਆ ਰਿਹਾ ਸੀ ਵੀ ਉਹ ਅਰਬਤ ਨਰਬਤ ਧੁੰਦੂ ਕਾਰਾ ਧਰਨ ਨਾ ਗਗਨ ਹੁਕਮ ਅਪਾਰਾ। ਵੀ ਜਦੋਂ ਰੱਬ ਜਿਹੜਾ ਹੈ ਨਾ, ਉਹ ਨਿਰਗੁਣ ਸਰੂਪ ਵਿੱਚ ਸੀ, ਨਾ ਧਰਤੀ ਸੀ ਆਕਾਸ਼ ਨਹੀਂ ਸੀ, ਤੇ ਉਹਦੇ ਉਹ ਹੁਕਮ ਵੀ ਨਹੀਂ ਸਨ। ਜਦੋਂ ਅਸੀਂ ਕਹਿੰਦੇ ਸਦੀ ਹੁਣ ਦਿਲ ਰੱਬ ਚੱਲੇ, ਨਿਸਸ ਚੱਲੇ, ਤਾਰਕਾ ਲੱਖ ਪਲੋਏ, ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬੁਗੋਏ। ਮੇਰੇ ਜਸਟ ਦਿਮਾਗ ਵਿੱਚ ਆਏ ਸੀ, ਇਹਨੂੰ ਅਸੀਂ ਹੋਰ ਜੇ ਚਾਹੀਏ ਤੇ ਡਿਲੀਬਰੇਟ ਕਰ ਸਕਦੇ ਹਾਂ, ਸੋ ਹੋਰ ਕੋਈ ਹੋਰ ਅੱਛੀ ਚੀਜ਼ ਸਾਨੂੰ ਸ਼ਾਇਦ ਸਿੱਖਣ ਨੂੰ ਮਿਲੇ। ਜਦੋਂ ਰੱਬ ਨਿਰਗੁਣ ਸਰੂਪ ਵਿੱਚ ਸੀ, ਉਸ ਟਾਈਮ ਦੇ ਸ਼ਾਇਦ ਉਹਦੇ ਹੁਕਮ ਵੀ ਕਿਤੇ ਵਰਤ ਨਹੀਂ ਰਹੇ ਸਨ। ਉਹ ਆਪ ਆਪਣੇ ਆਪ ਅੰਦਰ ਹੀ ਆਪ ਸੀ। ਮੇਰੇ ਪ੍ਰਭ ਸਾਚੇ ਵੇ, ਮੇਰਾ ਉਹ ਮਾਲਕ, ਉਹਦੇ ਸ਼ਬਦਾਂ ਦੇ ਰਾਹੀਂ, ਉਹਦੇ ਸ਼ਬਦਾਂ ਦੀ ਸਿਫਤ, ਉਹਦੇ ਸ਼ਬਦਾਂ ਦੇ ਰਾਹੀਂ ਸਿਫਤ ਕਰ। ਉਹਦੇ ਸ਼ਬਦਾਂ ਕੋਲੋਂ ਸਲਾਹ ਮੰਗ। ਕਿਹਦੇ ਸ਼ਬਦਾਂ ਕੋਲੋਂ? ਮੇਰੇ ਪ੍ਰਭ ਸਾਚੇ ਦੇ, ਜੋ ਸਦੀਵ ਹੋਣ ਵਾਲਾ ਮੇਰਾ ਪ੍ਰਭ ਹੈ, ਜੋ ਵੇ ਪ੍ਰਵਾਹ। ਉਹਨੂੰ ਕਿਸੇ ਦੀ ਚਿੰਤਾ ਨਹੀਂ, ਉਹ ਅਕਥ ਨਾ, ਅਭੁੱਲ ਨਾ ਭੁੱਲੇ, ਲਖਿਓ ਨਾ ਚਲਾਵੇ, ਮਤਾ ਨਾ ਕਰੇ ਪਚਾਸਾ। ਉਹ 50 ਬੰਦਿਆਂ ਨੂੰ ਪੁੱਛ ਕੇ ਬੁਲਾ ਕੇ ਉਹਨਾਂ ਕੋਲ ਸਲਾਹ ਮਸ਼ਵਰਾ ਕਰਕੇ ਕੋਈ ਔਰ ਜੋ ਕਰਦਾ ਨਾ, ਕਹਿੰਦੇ ਹਰ ਕਾ ਇੱਕ ਅਚੰਭੋ ਦੇਖਿਆ ਮੇਰੇ ਲਾਲ ਜੀਓ, ਜੋ ਕਰੇ ਸੋ ਧਰਮ ਨਿਆਏ ਰਾਮ, ਜੋ ਤੁਧ ਭਾਵੈ ਸੋ ਸੱਚ ਧਰਮਾ। ਹੁਣ ਜੋ ਅੱਜ ਬੰਦਾ ਕਹਿੰਦਾ ਮੈਂ ਭੁੱਖਾ ਰਵਾਂ, ਉਹਨੂੰ ਨਹੀਂ, ਰੱਬ ਨੂੰ ਨਹੀਂ ਪਸੰਦ ਆਉਂਦਾ, ਤੂੰ ਤੇਰੀ ਮਰਜ਼ੀ, ਤੂੰ ਰਹਿਣਾ ਚਾਹੁੰਦਾ ਰਹਿ ਲੈ। ਜੋ ਪੱਥਰ ਦੀ ਪੂਜਾ ਕਰਦੇ ਪਏ ਉਹਨਾਂ ਦਾ ਮਨ, ਗੁਰੂ ਕਹਿੰਦਾ ਵੀ ਜੋ ਪੱਥਰ ਕੀ ਪਾਈ ਪਾਏ ਤਿਨ ਕੀ ਕਾਲ ਅਜਾਈ ਜਾ। ਹੁਣ ਉਹ ਰੱਬ ਨੂੰ ਨਹੀਂ ਪਸੰਦ ਆਉਂਦਾ। ਰੱਬ ਨੂੰ ਤੀਰਥਾਂ ਤੇ ਕਹਿੰਦਾ ਜੇ ਤੈਨੂੰ ਤੀਰਥਾਂ ਦੇ ਨਾਮ ਨਾਲ ਪਸੰਦ ਆਉਂਦਾ ਹੁੰਦਾ ਤੇ ਮੈਂ ਕਿਉਂ ਨਾ ਨਾਵਾਂ। ਤੀਰਥ ਨਾਵਾਂ ਜੇ ਤਿਸ ਪਾਵਾਂ, ਵਿਨ ਭਾਣੇ ਕੇ ਨਾਏ ਕਰੀ। ਤੇ ਤੂੰ ਸਲਾਹ ਜਿਹੜੀ ਲੈਣੀ ਹੈ ਨਾ, ਕਿਉਂਕਿ ਜੇ ਤੂੰ ਆਪਣੀ ਬੁੱਧੀ ਦੇ ਨਾਲ, ਜੇ ਤੂੰ ਗੁਰੂ ਨੂੰ ਨਹੀਂ ਪੁੱਛਿਆ ਨਾ, ਫਿਰ ਉਹ ਮਨਮੁਖ ਭਗਤ ਕਰੇ, ਬਿਨ ਸਤਿਗੁਰੂ ਵਾਲੀ ਗੱਲ ਹੋ ਜਾਏਗੀ। ਬਿਨ ਸਤਿਗੁਰੂ ਭਗਤ ਨਾ ਹੋਈ ਰਾਮ। ਉਹ ਸੱਚਾ ਪਰਮਾਤਮਾ ਹੈ ਜੋ ਵੇ ਪਰਵਾਹ ਹੈ, ਉਹਦੇ ਸ਼ਬਦਾਂ ਦੀ ਸਲਾਹ ਲੈ ਲੈ। ਕਹਿੰਦੇ ਆਪੇ ਗੁਣ ਦਾਤਾ ਸ਼ਬਦ ਮਿਲਦਾ ਹੈ। ਇਹ ਠੀਕ ਐਸੀ ਜਿਹੜੀ ਇਹ ਵਾਲੀ ਪੰਕਤੀ ਜਿਹੜੀ ਇਸ ਤੋਂ ਪਹਿਲੇ ਵਾਲਾ ਪਦ ਗਿਆ ਸੀ, ਉਹਦੇ ਚੱਲਿਆ ਵੀ ਸੀ ਆਪੇ ਬਖਸ਼ੇ ਸ਼ਬਦ ਮਿਲਦਾ ਹੈ।
ਹੁਣ ਇੱਥੇ ਕਹਿੰਦੇ ਮੈਨੇ ਆਪੇ ਗੁਣ ਦਾਤਾ, ਹੁਣ ਇੱਥੇ ਆਪੇ ਦੇ ਨਾਲ ਇੱਕ ਹੋਰ ਐਡਜੈਕਟਿਵ ਜੋੜ ਦਿੱਤਾ ਵੀ ਉਹ ਪਹਿਲਾਂ ਆਪੇ ਬਖਸ਼ੇ ਸੀ, ਹੁਣ ਆਪੇ ਗੁਣ ਦਾਤਾ ਹੋ ਗਿਆ ਵੀ ਉਹ, ਕਿਉਂਕਿ ਉਹਦੇ ਰੱਬ ਦੇ ਅੰਦਰ ਤੇ ਕਿੰਨੇ ਐਡਜੈਕਟਿਵ ਨੇ, ਜਿਤਨੇ ਉਹਦੇ ਗੁਣ ਨੇ ਉਹੀ ਉਹਦੇ ਨਾਮ ਨੇ, ਉਹੀ ਉਹਦੇ ਵਿਸ਼ੇਸ਼ਣ ਵੀ ਨੇ। ਕਹਿੰਦੇ ਆਪੇ ਗੁਣ ਦਾਤਾ ਸ਼ਬਦ ਮਿਲਾਏ, ਉੱਥੇ ਸੀ ਆਪੇ ਬਖਸ਼ੇ ਸ਼ਬਦ ਮਿਲਾਏ, ਉੱਥੇ ਸੀ ਪਰਮਲ ਵਾਸ ਮਨ ਤਾਹਾਂ ਹੈ, ਇੱਥੇ ਆਂਦਾ ਬਈ ਸ਼ਬਦੇ ਕਾ ਰਸ ਤਾਹਾਂ ਹੈ। ਗੱਲ ਇੱਕੋ ਚਲਦੀ ਪਈ ਹੈ। ਸ਼ਬਦ ਜੋ ਹੈ, ਸ਼ਬਦ ਜੋ ਮਨੋ ਇੱਕ ਸ੍ਰੇਸ਼ਟ ਖੁਸ਼ਬੂ ਦੀ, ਕਿਉਂਕਿ ਸ਼ਬਦ ਜੀਵਨ ਨੂੰ ਪਰਿਵਰਤਨ ਕਰ ਦਿੰਦਾ ਹੈ। ਉਹ ਸ਼ਬਦ ਤੁਸੀਂ ਹੋ ਸਕਦਾ ਜੀ ਕਈ ਵਾਰ ਬੰਦਿਆਂ ਦੀ ਚਿਹਰੇ ਨਾ ਦੇਖਦੇ ਹੋ, ਜਦੋਂ ਅੱਜ ਤੋਂ ਦੇਖੋ ਵੀਡੀਓਜ਼ ਤੇ ਹੁਣ ਕਾਮਨ ਹੋਈਆਂ ਨੇ ਨਾ, ਇਸ ਤੋਂ ਪਹਿਲਾਂ ਤੇ ਸਮਝੋ ਜਦੋਂ ਅੱਜ ਤੋਂ 15-20 ਸਾਲ 25 ਸਾਲ ਪਹਿਲਾਂ ਟੇਪਾਂ ਜਲਦੀਆਂ ਹੁੰਦੀਆਂ ਸਨ, ਜਾਂ ਜਦੋਂ ਅਸੀਂ ਕਾਰ ਵਿੱਚ ਕੋਈ ਅੱਛੀ ਕੋਈ ਵਿਚਾਰ ਲਗਾਈ ਹੋਈ ਹੈ, ਉਹ ਆਡੀਓ ਚੱਲੀ ਜਾਂਦੀ ਪਈ ਹੈ, ਤੇ ਸ਼ਬਦ ਹੀ ਸਾਡੇ ਸ਼ਬਦ ਹੀ ਸਾਡੇ ਜੀਵਨ ਨੂੰ ਟਰਾਂਸਫਾਰਮ ਕਰਦਾ ਪਿਆ ਵੀ ਆਪੇ ਗੁਣਦਾਤਾ ਸ਼ਬਦ ਮਿਲਾਏ। ਕਹਿੰਦਾ ਸ਼ਬਦੇ ਕਾ ਰਸ ਤਾਂ ਹੈ, ਉਹਦੇ ਹਿਰਦੇ ਵਿੱਚ ਸ਼ਬਦ ਦਾ ਰਸ, ਸ਼ਬਦ ਦੀ ਖੁਸ਼ਬੂ ਜਿਹੜਾ ਨਾ ਉਹ ਪਰਮਾਤਮਾ ਜਿਹੜਾ ਉਹ ਟਿਕਾ ਦਿੰਦਾ ਹੈ। ਹਾਂਜੀ ਜੀ ਵੀਰ ਜੀ। ਹਰਵਿੰਦਰ ਵੀਰ ਜੀ, ਤੁਸੀਂ ਜੇ ਸ਼ਬਦ ਦੀ ਗੱਲ ਕੀਤੀ ਹੈ ਸਨ ਅਰਬਦ ਨਰਬਦ ਡੰਡੂਕਾਰਾ, ਮੈਂ ਕੱਲ ਰਾਤੀ ਹੀ ਸਦੀਪ ਵੀਰ ਜੀ ਦੇ ਨਾਲ ਔਰ ਸੁਖਵਿੰਦਰ ਵੀਰ ਜੀ ਦੇ ਨਾਲ ਮੈਂ ਸ਼ੇਅਰ ਕੀਤਾ ਸੀ, ਲੇਟ ਹੋ ਗਿਆ ਸੀਗਾ ਤੇ ਉਸ ਸ਼ਬਦ ਦੀ ਵਿਚਾਰ ਨਹੀਂ ਹੋ ਪਾਈ, ਤੇ ਉਸ ਸ਼ਬਦ ਦੀ ਵਿਚਾਰ ਅਸੀਂ ਕੱਲ ਰੱਖਾਂਗੇ। ਬਿਲਕੁਲ ਉਹੀ ਸ਼ਬਦ ਨੂੰ ਖੁੱਲ ਕੇ ਵਿਚਾਰਾਂਗੇ ਕੱਲ। ਠੀਕ ਹੈ ਵੀਰ ਕੁਐਸਚਨ ਜੀ ਵੀਰ ਜੀ, ਉਹ ਵਿਚਾਰ ਦਾ ਵਿਸ਼ਾ ਜਿਹੜੀ ਗੱਲ ਆਪ ਜੀ ਨੇ ਕਹੀ ਹੈ, ਕਿਉਂਕਿ ਹੁਕਮ ਅਪਾਰਾ ਜਿਹੜਾ ਅੱਖਰ ਆਉਂਦਾ ਹੈ ਉਹ ਹੁਕਮ ਰੂਪ ਵਿੱਚ ਵਰਤ ਰਿਹਾ ਸੀ, ਜੋ ਗੱਲ ਸਮਝ ਆਉਂਦੀ ਹੈ। ਇਸ ਦੇ ਉੱਤੇ ਕੱਲ ਅਗਰ ਖੁੱਲ ਕੇ ਵਿਚਾਰ ਕਰ ਲਈ, ਕਿਉਂਕਿ ਚਲੋ ਉਸ ਦੇ ਬਾਬਤ ਹੋਰ ਵਿਚਾਰ ਵੀ ਹਨ। ਅੰਮ੍ਰਿਤ ਸਿੰਘ ਵੀਰ ਜੀ ਦਾ ਧੰਨਵਾਦ ਹੈ, ਔਰ ਨਾਲ ਦੇ ਨਾਲ ਹੀ ਸ਼ਬਦ ਪਾਈ ਜਾ ਰਹੇ ਹਨ। ਜਸਵਿੰਦਰ ਵੀਰ ਜੀ ਨੇ ਨਾਲ ਬੜੀ ਖੂਬਸੂਰਤ ਗੱਲ ਲਿਖੀ ਹੈ, ਮੈਂ ਸਾਂਝ ਪਾਣੀ ਚਾਹ ਰਿਹਾ। ਉਹ ਕਹਿ ਰਹੇ ਜਦੋਂ ਮੈਂ ਵਿਚਾਰ ਸੁਣ ਰਿਹਾ, ਨਵੀਂ ਦੁਨੀਆ, ਨਵਾਂਪਨ ਮਹਿਸੂਸ ਹੋ ਰਿਹਾ, ਨਵੇਂ ਵਡਿਆਈ ਦੇ ਰੂਪ, ਨਵੀਂ ਤਾਜ਼ਗੀ, ਨਵਾਂ ਹਲਕਾਪਨ, ਨਵੀਂ ਸਹਿਜ ਅਵਸਥਾ, ਨਵੀਂ ਗੁਰੂ ਸਾਹਿਬ ਨਾਲ ਨਜ਼ਦੀਕੀ ਅਤੇ ਮੇਲ ਮਹਿਸੂਸ ਹੋ ਰਿਹਾ ਹੈ। ਵਿਚਾਰ ਚਰਚਾ ਮਨ ਨੂੰ ਹੋਰ ਮਜ਼ਬੂਤ ਕਰੀ ਜਾਂਦੀਆਂ ਹਨ। ਸ਼ੁਕਰ ਹੈ, ਜਸਵਿੰਦਰ ਵੀਰ ਜੀ ਦਾ ਵੀ ਸ਼ੁਕਰ ਹੈ, ਹੋਰ ਵੀਰਾਂ ਨੂੰ ਵੀ ਕਈ ਵਾਰੀ ਇਹ ਮਹਿਸੂਸ ਹੁੰਦਾ ਕਿ ਹੋਰ ਤੇ ਹੋਰ ਐਂਗਲ ਤੋਂ ਗੁਰੂ ਸਾਹਿਬ ਦੇ ਦਰਸ਼ਨ ਹੋ ਰਹੇ। ਕਈ ਵਾਰੀ ਇਹ ਮਹਿਸੂਸ ਹੁੰਦਾ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਅਰਥਾਂ ਸਹਿਤ ਕਰੀਏ ਨਾ, ਇੰਝ ਮਹਿਸੂਸ ਹੁੰਦਾ ਹੈ ਕਿ ਇੱਕ ਸਫ਼ਰ ਤੇ ਚੱਲੇ ਆ, ਜਿਸ ਤਰ੍ਹਾਂ ਟ੍ਰੇਨ ਤੇ ਸਫ਼ਰ ਕਰੀਏ ਨਾ, ਕਦੀ ਖੇਤ ਖਲਿਆਣਾ ਵਿੱਚੋਂ ਟ੍ਰੇਨ ਨਿਕਲਦੀ ਹੈ, ਕਦੀ ਚੜੀ ਹੋਈ ਧੁੱਪ ਵਿੱਚ ਨਿਕਲਦੀ ਹੈ, ਕਦੀ ਬਰਸਾਤ ਹੋ ਰਹੀ ਹੁੰਦੀ ਹੈ, ਕਦੀ ਸ਼ਹਿਰ ਦੇ ਵਿੱਚੋਂ ਨਿਕਲਦੀ ਹੈ, ਤੇ ਵੱਖ-ਵੱਖ ਥਾਵਾਂ ਤੇ ਇੰਝ ਮਹਿਸੂਸ ਹੁੰਦਾ ਹੈ ਗੁਰੂ ਸਾਹਿਬ ਜਿਹੜੇ ਹਨ ਮਾਨੋ ਗੋਦ ਵਿੱਚ ਬਿਠਾ ਕੇ ਪਿਆਰ ਕਰ ਰਹੇ ਹਨ, ਕਿਧਰੇ ਝਿੜਕੀਆਂ ਦੇ ਰਹੇ ਹਨ, ਕਿਧਰੇ ਸਮਝਾ ਰਹੇ ਹਨ, ਕਿਧਰੇ ਡਾਂਟ ਰਹੇ ਹਨ, ਕਿਧਰੇ ਠੰਡੀ ਹਵਾਵਾਂ ਆ ਰਹੀਆਂ ਹਨ, ਕਿਧਰੇ ਤਪਸ਼ ਮਹਿਸੂਸ ਹੋ ਰਹੀ ਹੈ ਕਿ ਮੇਰੇ ਹੀ ਰੋਗਾਂ ਦੇ ਬਾਰੇ ਜ਼ਿਕਰ ਕਰ ਰਹੇ ਹਨ, ਮੈਨੂੰ ਹੀ ਸਮਝਾ ਰਹੇ ਹਨ, ਮੇਰੇ ਹੀ ਰੋਗ ਹਨ। ਗੁਰੂ ਸਾਹਿਬ ਇੰਝ ਲੱਗਦਾ ਕਿ ਮੈਨੂੰ ਹੀ ਤੇ ਕਹਿ ਰਹੇ ਹਨ। ਕਈ ਵਾਰੀ ਅਸੀਂ ਪ੍ਰਚਾਰਕਾਂ ਨਾਲ ਵੀ ਨਾਰਾਜ਼ ਹੋ ਜਾਂਦੇ ਹਾਂ, ਸ਼ਾਇਦ ਮੈਨੂੰ ਹੀ ਕਹਿ ਰਿਹਾ, ਲੇਕਿਨ ਪ੍ਰਚਾਰਕ ਨਹੀਂ ਕਹਿ ਰਿਹਾ, ਗੁਰੂ ਸਾਹਿਬ ਕਹਿ ਰਹੇ ਹੁੰਦੇ ਹਨ। ਸਾਡੇ ਜਿਹੜੇ ਅੰਦਰ ਰੋਗ ਬੈਠੇ ਹਨ ਉਸ ਦੇ ਬਾਬਤ ਗੁਰੂ ਸਾਹਿਬ ਗੱਲ ਕਰ ਰਹੇ ਹੁੰਦੇ ਹਨ। ਬਿਲਕੁਲ ਗੁਰਬਾਣੀ ਦੇ ਦਰਸ਼ਨ ਕਰੀਏ, ਨਵਾਂਪਨ ਮਹਿਸੂਸ ਹੁੰਦਾ ਹੈ। ਜੀ ਵਿੰਦਰੀ ਬੁਆ ਜੀ। ਹਾਂਜੀ, ਸ਼ਬਦੇ ਅਕਥ ਕਥੇ ਸਲਾਹੇ, ਮੇਰੇ ਪ੍ਰਭ ਸਾਚੇ ਵੇ ਪਰਵਾਹੇ। ਸ਼ਬਦ ਮੇਰੇ ਪ੍ਰਭ ਸਾਚੇ, ਇਹ ਇੱਕੋ ਦੀ ਗੱਲ ਕਰ ਰਹੀ ਹੈ, ਉਸ ਇੱਕ ਦੀ ਹੋਣ ਦੀ ਗੱਲ ਕਰ ਰਹੀ ਹੈ, which is always prevailing, which is truth, which is unchangeable। ਸੱਚ ਉਹੀ ਹੈ which is always prevailing, ਜੋ ਕਦੀ ਨਹੀਂ ਬਦਲਦਾ। ਹੁਣ ਇਹ ਸ਼ਬਦ ਮੇਰੇ ਪ੍ਰਭ ਸਾਚੇ ਇੱਕ ਹੀ ਚੀਜ਼ ਨੂੰ ਸੰਬੋਧਨ ਕਰ ਰਿਹਾ ਕਿ ਅਗਰ ਇਹੀ ਜੋ ਕਦੀ ਕਿਸੇ ਦਾ ਮੁਹਤਾਜ ਨਹੀਂ ਰਿਹਾ, ਜਦੋਂ ਸਾਡਾ ਮਨ ਇਸ ਚੀਜ਼ ਨੂੰ ਕਥਨਾ ਸ਼ੁਰੂ ਕਰਦਾ, ਕਿਉਂਕਿ ਇਹ ਅਕਥ ਹੈ, ਬਿਕੋਜ਼ ਦੈਟ ਇਜ਼ ਆਲਵੇਜ਼ ਅਨਚੇਂਜੇਬਲ, ਵਿਚ ਹੈਜ਼ ਨੋ ਐਂਡ, ਉਹਦਾ ਅੰਤ ਹੈ ਹੀ ਨਹੀਂ ਹੈ। ਔਰ ਜਦੋਂ ਅਸੀਂ ਉਸਨੂੰ ਕਥਨਾ ਸ਼ੁਰੂ ਕਰਦੇ, ਮੀਨ ਵੈਨ ਵੀ ਸਟਾਰਟ ਇੰਪਲੀਮੈਂਟਿੰਗ, ਜਦੋਂ ਸਾਡਾ ਮਨ ਉਸ ਗੁਣਾਂ ਨੂੰ, ਉਸ ਦੇ ਸਿੱਖਿਆ ਦੇ ਉੱਪਰ ਚੱਲ ਕੇ ਉਸਨੂੰ ਪੂਰੀ ਸਾਂਝ ਪਾ ਲੈਂਦਾ ਹੈ, ਫਿਰ ਉਹ ਕਹਿੰਦੇ ਆਪੇ ਗੁਣਦਾਤਾ ਸ਼ਬਦ ਮਿਲਾਏ। ਫਿਰ ਉਹ ਜਿਹੜਾ ਮਨ ਦੇ ਅੰਦਰ ਸਾਡਾ ਇੱਕ ਰਸ ਪੈਦਾ ਹੋ ਜਾਂਦਾ ਨਾ, ਕਹਿੰਦੇ ਸ਼ਬਦੇ ਕਾ ਰਸ ਤਾਹਾ, ਜਿਹੜਾ ਇਹ ਰਸ ਪੈਦਾ ਹੋ ਜਾਂਦਾ ਨਾ ਮਨ ਦੇ ਵਿੱਚ, ਪੂਰੇ ਅੰਗਾਂ ਵਿੱਚ ਚਲਾ ਜਾਂਦਾ ਹੈ। ਫਿਰ ਇਹੀ ਉਹ ਗੁਣਦਾਤਾ ਜਿਹੜਾ ਸਾਨੂੰ ਆਪੇ ਹੀ ਇਸ ਮਨ ਨੂੰ ਜੋ ਰਤਿਆ ਹੋਇਆ ਉਹਨਾਂ ਗੁਣਾਂ ਦੇ ਵਿੱਚ, ਉਸਨੂੰ ਆਪਣੇ ਨਾਲ ਹੀ ਮਿਲਾ ਲੈਂਦਾ ਹੈ। ਹਾਂਜੀ, ਅੱਗੇ ਜੀ ਭੂਆ ਜੀ। ਜੀ ਸੁਖਵਿੰਦਰ ਵੀਰ ਜੀ। ਹਾਂਜੀ ਵੀਰ ਜੀ, ਇਹ ਜਿਹੜਾ
आ गए ने, सॉरी। भूपिंदर वीर जी ने ज्वाइन कर लिया, तो भूपिंदर वीर जी आप जी विचार दे दो। हाँ पहले जी जी सुखविंदर वीर जी आप जी पहला कर लो, फिर भूपिंदर वीर जी विचार दे दो। ਹਾਂਜੀ ਵੀਰ ਜੀ, ਪਿਛਲੇ ਬੰਦ ਦੇ ਵਿੱਚ ਜਿਹੜੇ ਆਪਾਂ ਗੱਲ ਕਰਕੇ ਆਏ ਨਾ, ਸਤਿਗੁਰੂ ਜੀ ਨੇ ਪਿੱਛੇ 3-4 ਬੰਦਾਂ ਵਿੱਚ ਜਿਹੜੇ ਲਫ਼ਜ਼ ਯੂਜ਼ ਕੀਤੇ ਸੀ, ਸੁਖ ਦਾਤਾ, ਘਟ, ਮਨ, ਉਸੇ ਲਈ ਵਾਸਤੇ ਹੀ ਇੱਕ ਲਫ਼ਜ਼ ਸਤਿਗੁਰੂ ਜੀ ਇੱਥੇ ਹੋਰ ਯੂਜ਼ ਕਰ ਰਹੇ ਨੇ। ਇੱਕ ਨਹੀਂ, 2-3 ਲਫ਼ਜ਼ ਯੂਜ਼ ਕਰ ਰਹੇ ਨੇ, ਗੁਣਦਾਤਾ, ਬੇਪਰਵਾਹ, ਅਕਥ ਤੇ ਸਾਚੇ ਪ੍ਰਭ। ਦੇਖੋ ਗੁਰਬਾਣੀ ਦੇ ਵਿੱਚ ਇਹ ਅਸੀਂ ਸਾਰੇ ਮੰਨਦੇ ਹਾਂ ਔਰ ਬਿਲਕੁਲ ਸੱਚ ਹੈ। ਦੇਖੋ ਪਰਮਾਤਮਾ ਜਾਂ ਗੁਰੂ ਦਾ ਸ਼ਬਦ, ਜਿਸ ਨੂੰ ਆਪਾਂ ਕਹਿੰਦੇ ਨਾ ਸ਼ਬਦ, ਸ਼ਬਦ ਦਾ ਰਸਤਾ ਹੈ, ਸ਼ਬਦ ਹੀ ਅਕਥ ਹੈ, ਬਿਲਕੁਲ ਸਹੀ। ਸ਼ਬਦ ਹੀ ਬੇਪਰਵਾਹ ਹੈ, ਬਿਲਕੁਲ ਸਹੀ ਹੈ। ਸ਼ਬਦ ਹੀ ਗੁਣਾਂ ਦਾ ਦਾਤਾ ਹੈ, ਬਿਲਕੁਲ ਸਹੀ ਗੱਲ ਹੈ। ਸ਼ਬਦ ਹੀ ਚੰਦਨ ਹੈ, ਬਿਲਕੁਲ ਸਹੀ ਗੱਲ ਹੈ। ਲੇਕਿਨ ਮਨ ਉਹ ਵੀ ਚੰਦਨ ਹੋਏ ਨੇ ਦੇ ਮੁਤਾਬਕ ਹੁਣ ਮਨ ਸ਼ਬਦ ਦੀ ਸੰਗਤ ਕਰਕੇ ਅਕਥ ਬਣ ਚੁੱਕਾ ਹੈ। ਭਾਵ ਅਕਥ ਜਿਹੜਾ ਸ਼ਬਦ ਸੀ ਉਹ ਮਨ ਦੇ ਵਿੱਚ ਵਸ ਚੁੱਕਾ ਹੈ। ਹੁਣ ਅਕਥ ਦਾ ਨਿਵਾਸ ਕਿੱਥੇ ਹੈ? ਬੇਪਰਵਾਹ ਸ਼ਬਦ ਦਾ ਨਿਵਾਸ ਕਿੱਥੇ ਹੈ? ਗੁਣਦਾਤਾ, ਸੁਖਦਾਤਾ ਜਿਹੜਾ ਹੈ ਉਹਦਾ ਨਿਵਾਸ ਕਿੱਥੇ ਹੈ? ਮਨ ਦੇ ਵਿੱਚ। ਜਿਹੜਾ ਸ਼ਬਦ ਹੀ ਗੁਣਦਾਤਾ ਹੈ, ਸ਼ਬਦ ਬੇਪਰਵਾਹ ਹੈ, ਸ਼ਬਦ ਅਕਥ ਹੈ, ਬਿਲਕੁਲ ਉਹ ਹੁਣ ਜਿਹੜਾ ਇਹ ਸ਼ਬਦ ਜਿਸ ਨੂੰ ਇਹ ਸਾਰੇ ਆਪਾਂ ਕਹਿੰਦੇ ਹਾਂ ਸ਼ਬਦ ਹੀ ਬੇਪਰਵਾਹ ਹੈ, ਸ਼ਬਦ ਅਕਥ ਹੈ, ਸ਼ਬਦ ਗੁਣਦਾਤਾ ਹੈ, ਪਰ ਇਹ ਸ਼ਬਦ ਹੁਣ ਵਸ ਕਿੱਥੇ ਗਿਆ? ਮਨ ਦੇ ਵਿੱਚ। ਤੇ ਮਨ ਨੂੰ ਹੁਣ ਜੋ ਮਨ ਦੇ ਵਿੱਚ ਜੋ ਬੋਲਿਆ ਜਾ ਰਿਹਾ ਹੈ ਉਸੇ ਨੂੰ ਹੀ ਆਖਦੇ ਨੇ, ਕਹਿੰਦੇ ਹੁਣ ਜਿਹੜਾ ਮਨ ਇਹ ਕੱਥਦਾ ਪਿਆ ਨਾ, ਸ਼ਬਦੇ ਅਕਥ ਹੋ ਚੁੱਕਾ ਜਿਹੜਾ ਮਨ, ਭਾਵ ਅਕਥ ਨੂੰ ਆਪਣੇ ਅੰਦਰ ਵਸਾ ਚੁੱਕਾ ਹੈ, ਅਕਥ ਵਿੱਚ ਸਮਾ ਚੁੱਕਾ ਹੈ, ਜਿਸ ਨੂੰ ਕਹਿੰਦੇ ਨੇ ਸਤਿਗੁਰ ਕੀ ਜਿਸ ਨੂੰ ਮਾਤਾ ਵਿੱਚ ਸਤਿਗੁਰ ਮਾਹੇ ਸਮਾਨਾ। ਮਨ ਅਕਥ ਸ਼ਬਦ ਵਿੱਚ ਸਮਾ ਚੁੱਕਾ ਹੈ। ਮਨ ਬੇਪਰਵਾਹ ਸ਼ਬਦ ਵਿੱਚ ਸਮਾ ਕੇ ਬੇਪਰਵਾਹ ਬਣ ਚੁੱਕਾ ਹੈ। ਗੁਣ ਕਹਿ ਗੁਣੀ ਸਮਾਵਣਿਆ ਕਰਕੇ ਮਨ ਗੁਣਦਾਤਾ ਬਣ ਚੁੱਕਾ ਹੈ। ਗੁਣ ਲੈ ਕੇ ਹੁਣ ਸਤਿਗੁਰੂ ਜੀ ਤੋਂ ਸ਼ਬਦ ਦੇ ਦੁਆਰਾ ਸ਼ਬਦ ਤੋਂ ਸਾਲਾ ਲੈਂਦਾ ਹੈ ਤੇ ਸ਼ਬਦ ਨੂੰ ਹੁਣ ਕਥਦਾ ਹੈ, ਜਿਸ ਨੂੰ ਪਿੱਛੇ 2 ਬੰਦਾ ਪਹਿਲਾਂ ਆਖ ਕੇ ਕਹਿ ਕੇ ਆਏ ਨੇ ਸਤਿਗੁਰੂ ਜੀ, ਅੰਨ ਦਿਨ ਹਰ ਕਾ ਨਾਮ ਵਖਾਣੀ, ਵਖਿਆਣ ਕਰ ਕਰਕੇ ਸਾਰੇ ਆਪਣੇ ਸੇਵਕਾਂ ਨੂੰ ਸਮਝਾਉਂਦਾ ਹੈ। ਜਿਹੜੇ ਹੁਣ ਮਨ ਦੇ ਨਾਲ ਤਨ ਰੂਪੀ ਨੀਚ ਰੂਖ ਰੂਪੀ ਹਮ ਇਰੰਡ ਬਾਪਰੇ ਵਸਦੇ ਸਨ, ਉਹਨਾਂ ਨੂੰ ਹੁਣ ਇਹ ਕਥਦਾ ਪਿਆ ਸ਼ਬਦ। ਕਿਉਂ? ਆਪ ਅਕਥ ਸ਼ਬਦ ਸੀ ਜਿਹੜਾ ਉਹ ਹੁਣ ਮਨ ਵਿੱਚ ਵਸ ਰਿਹਾ। ਮਨ ਅਕਥ ਸ਼ਬਦ ਦਾ ਸਰੂਪ ਹੋ ਚੁੱਕਾ, ਅਕਥ ਸ਼ਬਦ ਵਿੱਚ ਲੀਨ ਹੋ ਚੁੱਕਾ ਹੈ, ਸਮਾ ਚੁੱਕਾ ਹੈ। ਇਸ ਲਈ ਇਸ ਨੂੰ ਕਹਿੰਦੇ ਨੇ, ਕਹਿੰਦੇ ਮੇਰੇ ਪ੍ਰਭ ਸਾਚੇ ਬੇਪਰਵਾਹ ਹੈ। ਇਹ ਜਿਹੜਾ ਹੁਣ ਸਾਚਾ ਪ੍ਰਭ ਬਣ ਚੁੱਕਾ ਹੈ। ਕਿਉਂ? ਕਿਉਂਕਿ ਸਾਚੇ ਪ੍ਰਭ ਨੂੰ ਸ਼ਬਦ ਨੂੰ ਆਪਣੇ ਚ ਵਸਾ ਚੁੱਕਾ ਹੈ। ਇਹ ਹੁਣ ਖੁਦ ਗੁਣਾ ਲੈ ਕੇ ਸ਼ਬਦ ਤੋਂ ਗੁਣਦਾਤਾ ਬਣਦਾ ਪਿਆ। ਗੁਣਾ ਨੂੰ ਦਾਤਾ ਕਿਹਨਾਂ ਨੂੰ ਦੇ ਰਿਹਾ? ਆਪਣੇ ਇੰਦਰੀ ਗਿਆਨ ਇੰਦਰੀਆਂ ਨੂੰ, ਤਨ ਨੂੰ, ਜਿਸ ਨੂੰ ਗੁਰਬਾਣੀ ਸੰਸਾਰ ਆਖਦੀ ਹੈ। ਲੇਕਿਨ ਉਹ ਤਨ ਅੱਜ ਵੇਲੇ ਆਪਾਂ ਜਿਹੜਾ ਸ਼ਬਦ ਪਹਿਲਾਂ ਡਿਸਕਸ ਕੀਤਾ ਸੀ ਉਹਦੇ ਵਿੱਚ ਆਉਂਦਾ, ਕਹਿੰਦੇ ਨੇ ਨੀਚ ਰੂਖ ਤੇ ਉੱਚ ਪਿਆ। ਨੀਚ ਰੂਖ ਸੀ ਉਹ ਤਨ, ਉਹ ਸੰਸਾਰ ਪਹਿਲਾਂ ਨੀਚ ਰੂਖ ਸੀ। ਇੰਦਰੀ ਗਿਆਨ ਇੰਦਰੀ ਸਾਰੇ ਨੀਚ ਰੂਖ ਸੀ। ਮਨ ਨੇ ਉਹਨਾਂ ਨੂੰ ਗੁਣਾ ਦੀ ਦਾਤ ਦੇ ਕੇ ਨੀਚ ਰੂਖ ਤੇ ਊਚ ਪਏ ਹੈ, ਜਿਸ ਨੂੰ ਪਿਛਲੇ ਬੰਦੇ ਚ ਆਖਦੇ ਨਾ ਪਰਮਲ ਵਾਸ ਮਨ ਨੇ ਪਹਿਲਾਂ ਲਿੱਤੀ, ਫਿਰ ਪਰਮਲ ਵਾਸ ਦੀਆਂ ਦਾਤਾਂ ਦੇ ਕੇ ਗੰਧ ਤੋਂ ਸੁਗੰਧ ਨਿਵਾਸਾ ਕਰ ਦਿੱਤਾ ਨੀਚ ਰੂਖ ਦੇ ਸਾਰੇ ਨੂੰ, ਜਿਸ ਨੂੰ ਕਹਿੰਦੇ ਨੇ ਹਮ ਇਰੰਡ ਬਾਪਰੇ। ਉਹ ਇਰੰਡ ਬਾਪਰੇ ਊਚ ਰੂਖ ਵਾਲੇ ਬਣ ਗਏ, ਸੁਗੰਧਿਤ ਹੋ ਗਏ। ਸ਼ਬਦੇ ਦਾ ਰਸ ਮਨ ਨੂੰ ਆਇਆ, ਪਰਮਲ ਦੀ ਵਾਸ ਮਨ ਨੂੰ ਪ੍ਰਾਪਤ ਹੋਈ ਤੇ ਉਹ ਇੰਦਰੀ ਗਿਆਨ ਇੰਦਰੀ, ਉਹ ਤਨ, ਉਹ ਸੰਸਾਰ, ਉਹ ਇਰੰਡ ਬਾਪਰੇ ਵੀ ਸਾਰੇ ਸੁਗੰਧਿਤ ਹੋ ਗਏ। ਇਹ ਕਿਉਂ ਸੁਗੰਧਿਤ ਹੋ ਰਹੇ? ਕਿਉਂਕਿ ਜਿਹੜਾ ਉਹ ਪਰਮਲ ਦੀ ਵਾਸ ਦਾ ਪ੍ਰਭ ਸੀ, ਜਿਸ ਨੂੰ ਪ੍ਰਾਪਤੀ ਹੋ ਗਈ ਸੀ, ਜਿਹੜਾ ਉਹ ਗੁਣ ਜਿਸ ਨੇ ਲੈ ਲਏ ਸੀ ਪਰਮਲ ਵਾਸ ਦੇ, ਉਹ ਮਨ ਹੁਣ ਸਾਰਿਆਂ ਨੂੰ ਉਹ ਸ਼ਬਦ ਰੂਪੀ ਗੁਣ ਦੇ ਕੇ ਸ਼ਬਦ ਦੇ ਰੂਪੀ ਗੁਣਾਂ ਦੇ ਨਾਲ ਮਿਲਾ ਰਿਹਾ ਹੈ। ਕਿਉਂਕਿ ਮਨ ਨੂੰ ਸ਼ਬਦ ਦਾ ਰਸ ਆ ਚੁੱਕਾ ਹੈ, ਮਨ ਦੇ ਵਿੱਚ ਪਰਮਲ ਵਾਸ ਸ਼ਬਦ ਦਾ ਵਾਸ ਹੋ ਚੁੱਕਾ ਹੈ। ਚੰਦਨ ਕੋਏ ਜੋ ਨਿਕਟੇ ਹੋਏ ਰਹੇ, ਉਹ ਵੀ ਚੰਦਨ ਬਣ ਜਾਂਦੇ ਨੇ। ਮਨ ਦੇ ਵਿੱਚ ਚੰਦਨ ਦਾ ਵਾਸਾ ਹੋ ਚੁੱਕਾ, ਮਨ ਦੇ ਨਾਲ ਇਰੰਡ ਬਾਪਰੇ ਤਨ ਰਹਿੰਦਾ ਸੀ, ਮਨ ਨੇ ਉਹਨਾਂ ਨੂੰ ਵੀ ਗੁਣ ਦਾਤਾ ਦੇ ਕੇ ਪਰਮਲ ਵਾਸ ਦੇ ਕੇ ਚੰਦਨ ਬਣਾ ਲਿਆ ਹੈ। ਹਾਂਜੀ ਜੀ ਜੀ ਵੀਰ ਜੀ, ਜੀ ਭੁਪਿੰਦਰ ਵੀਰ ਜੀ। ਹਾਂਜੀ, ਇਹ ਜਿਹੜਾ ਇਸ ਤੋਂ ਪਿਛਲਾ ਪਦ ਹੈ ਨਾ, ਉਸ ਪਦ ਦੇ ਵਿੱਚ ਪਿਛਲਾ 11ਵਾਂ ਪਦ ਹੈ, 10ਵੇਂ ਪਦ ਦੇ ਵਿੱਚ ਜਿਸ ਘਟ ਦੇ ਜਿਹੜਾ ਘਟ ਨਿਰਮਲ ਹੋ ਗਿਆ ਨਾ, ਜਿਸ ਤਨ ਦਾ ਘਟ ਭਾਵ એનર્ਜੀ ਦਾ ਕਲੀਅਰ ਹੋ ਚੁੱਕਾ ਹੋਇਆ ਹੈ, ਉੱਥੇ ਹੁਣ ਸਤਿਗੁਰ ਜੀ ਹੀ ਬੈਠੇ ਹੋਏ ਨੇ।
ਉਹ ਘੱਟ ਕਲੀਅਰ ਹੈ, ਔਰ ਉਹ ਜਿਹੜਾ ਘੱਟ ਹੈ ਭਾਵ ਉਥੇ ਮਨ ਮਰਜ ਹੋ ਚੁੱਕਾ ਹੋਇਆ ਹੈ। ਉਸੀ ਮਨ ਦੇ ਤਨ ਦੇ ਸਾਰੇ ਜਿਹੜੇ ਅੰਗ ਨੇ ਉਹਨਾਂ ਨੂੰ ਇੱਥੇ ਸੇਵਕ ਕਹਿ ਰਹੇ ਨੇ। ਸੇਵਕ ਸੇਮ ਹੈ ਸ਼ਬਦ ਸਲਾਹ ਹੈ, ਉਹ ਸ਼ਬਦ ਦੀ ਨੂੰ ਫੋਲੋ ਕਰਦੇ ਨੇ, ਭਾਵ ਉਹਦੇ ਸਾਰੇ ਅੰਗ ਅੰਗ ਰੂਮ ਰੂਮ ਇੰਦਰੀ ਗਿਆਨ ਇੰਦਰੇ ਸਦਾ ਰੰਗ ਰਾਤੇ ਹਰ ਗੁਣ ਗਾਵੇ। ਉਹ ਰੱਬੀ ਗੁਣਾ ਦੀ ਸਿਫਤਾਂ ਸਲਾਹ ਵਾਲਾ ਉਹਨਾਂ ਦਾ ਜੀਵਨ ਬਣ ਜਾਂਦਾ ਹੈ। ਆਪੇ ਬਖਸ਼ੇ ਸ਼ਬਦ ਮਿਲਾਏ ਪਰਮਲ ਵਾਸ ਮਨ ਤਾਹਾ। ਸੋ ਉਹਨਾਂ ਨੂੰ ਇਹ ਵਾਲੀ ਖੁਸ਼ਬੂ ਵਾਲਾ ਜੀਵਨ ਪ੍ਰਾਪਤ ਹੋ ਜਾਂਦਾ ਹੈ। ਅਸੀਂ ਨਾ ਇੱਕ ਸੱਜਣ ਨੂੰ ਮਿਲੇ ਸੀ, ਇਹ ਮੈਨੂੰ ਅਚਾਨਕ ਯਾਦ ਆ ਗਿਆ। ਪਹਿਲਾਂ ਮੈਂ ਰਹਿਣ ਸਬਾਈਆਂ 'ਚ ਬੜਾ ਪਾਰਟ ਲੈਂਦਾ ਹੁੰਦਾ ਸੀ, ਇਹ ਗੱਲ 1972 73 74 ਦੀ ਹੈ। ਤੇ ਇੱਕ ਸੱਜਣ ਦੇ ਬਾਰੇ ਮਸ਼ਹੂਰ ਸੀ ਕਿ ਉਹ ਜਦੋਂ ਨਾਮ ਜਪਦੇ ਨੇ ਤਾਂ ਉਹਨਾਂ ਨੂੰ ਲਾਲੀ ਆ ਜਾਂਦੀ ਹੈ। ਤੇ ਇੱਕ ਦਿਨ ਬਾਈ ਚਾਂਸ ਉਹ ਰਹਿਣ ਸਬਾਈ 'ਚ ਕਰੀਬਨ ਕੋਈ 1:30 ਵਜੇ ਉੱਠ ਕੇ ਬਾਥਰੂਮ ਚਲੇ ਗਏ। ਤੇ ਜਦੋਂ ਬਾਥਰੂਮ ਚਲੇ ਗਏ ਤਾਂ ਮੈਨੂੰ ਵੀ ਕੁਦਰਤੀ ਉਸੇ ਵੇਲੇ ਆਇਆ ਸੀ, ਤਾਂ ਮੈਂ ਗਿਆ ਤਾਂ ਉਹ ਬਾਥਰੂਮ ਵਿੱਚ ਨਾ ਆਪਣੀ ਪਾਕਟ 'ਚੋਂ ਇੱਕ ਡੱਬੀ ਕੱਢ ਕੇ ਇਸ ਤਰ੍ਹਾਂ ਕਰਕੇ ਲਾ ਰਹੇ ਸੀ। ਤਾਂ ਮੈਂ ਕਿਹਾ ਕੀ ਲਾ ਰਹੇ ਹੋ? ਤਾਂ ਉਹਨਾਂ ਫਟਾਫਟ ਡੱਬੀ ਜੇਬ ਵਿੱਚ ਪਾ ਲਈ। ਮੈਂ ਕਿਹਾ ਮੈਨੂੰ ਤੇ ਦੱਸੋ, ਮੈਂ ਤੁਹਾਡਾ ਬੱਚਾ ਹਾਂ, ਮੈਨੂੰ ਦੱਸੋ। ਤਾਂ ਉਹਨਾਂ ਨੇ ਸਿੰਦੂਰ ਦੀ ਡੱਬੀ ਆਪਣੀ ਪਾਕਟ ਵਿੱਚ ਰੱਖੀ ਹੋਈ ਸੀ। ਉਹਨਾਂ ਨੇ ਲਾ ਲੈਂਦੇ ਸਨ। ਸੰਗਤਾਂ ਕਹਿੰਦੀਆਂ ਸੀ ਇਹਨਾਂ ਨੂੰ ਲਾਲੀ ਚੜ ਗਈ ਹੈ, ਨਾਮ ਦੀ ਲਾਲੀ ਚੜ ਗਈ ਹੈ। ਸੋ ਸਾਧ ਸੰਗਤ ਜੀ, ਇਹ ਜਿਹੜਾ ਮੈਂ ਪਰਮਲ ਵਾਸ ਦੇ ਕਾਰਨ ਮੈਂ ਪੁਆਇੰਟ ਛੇੜਿਆ ਹੈ ਕਿ ਇਹ ਬਾਹਰਲੀਆਂ ਖੁਸ਼ਬੂਆਂ ਦੀ ਕੋਈ ਗੱਲ ਨਹੀਂ ਹੈ। ਗੁਰਮਤਿ 'ਚ ਖੁਸ਼ਬੂ ਦਾ ਮਤਲਬ ਇਹ ਹੈ ਕਿ ਅਸੀਂ ਰੱਬੀ ਗੁਣਾਂ ਨਾਲ ਜੀਣਾ ਸ਼ੁਰੂ ਕਰ ਦਿੰਦੇ ਹਾਂ। ਬਸ ਸਾਡੇ ਰੱਬੀ ਗੁਣ ਹੀ ਖੁਸ਼ਬੂ ਹੈ। ਜੇ ਮੇਰਾ ਕਿਸੇ ਨਾਲ ਬਿਹੇਵੀਅਰ ਮਾੜਾ ਹੈ ਨਾ, ਤਾਂ ਮਾਨੋ ਉਹ ਮੰਦੀ ਬਦਬੂ ਦਾ ਪ੍ਰਤੀਕ ਹੈ। ਸੋ ਰੱਬ ਅੰਦਰ ਵਸਦਾ, ਮਾਨੋ ਖੁਸ਼ਬੂ ਹੈ। ਸੋ ਪਰਮਲਵਾਸ ਸ਼ਬਦੇ ਅਕਥ ਕਥੇ ਸਾਲਾਹੇ, ਇਹ ਉਹਨਾਂ ਨੂੰ ਖੁਸ਼ਬੂ ਪ੍ਰਾਪਤ ਹੋ ਚੁੱਕੀ ਹੈ। ਜਿਸ ਸ਼ਬਦ ਨੂੰ ਧਾਰਮਿਕ ਦੁਨੀਆ ਵਿੱਚ ਅਕਥ ਕਿਹਾ ਜਾਂਦਾ ਸੀ ਨਾ, ਉਹ ਮਨ ਸ਼ਬਦੇ ਅਕਥ ਕਥੇ ਸਲਾਹੇ, ਉਹ ਕਥਦਾ ਹੈ ਅਤੇ ਉਹਦੀ ਸਲਾਹ ਸਾਰਿਆਂ ਨੂੰ ਦਿੰਦਾ ਹੈ, ਔਰ ਸਾਰੇ ਅੰਗ ਵੀ ਉਸ ਅਕਥ ਕਥਾ ਦੀ ਸਲਾਹ ਨੂੰ ਲੈ ਲੈਂਦੇ ਨੇ। तो मेरे प्रभ साचे वे परवाहे, ये सारे हुण ना सुरत मत बुद्ध रल के कह रही हैं कि साडा जिहड़ा प्रभ है ना वो सच्चा है और बेपरवाह है। उस सच्चे ने जिसनों दुनिया रब कहंदे भी रब बेपरवाह है, उसने बेपरवाह दी मत लै लई। हुण वो आप बेपरवाह हो चुका है। ਉਹਦੇ ਬਾਰੇ ਕਹਿੰਦੇ ਨੇ ਮੇਰੇ ਪ੍ਰਭ ਸਾਚੇ ਬੇਪਰਵਾਹੇ ਆਪੇ ਗੁਣ ਦਾਤਾ, ਉਹ ਰੱਬੀ ਗੁਣ ਸਾਨੂੰ ਬਖਸ਼ਦਾ ਹੈ। ਸ਼ਬਦ ਮਿਲਾਏ, ਸ਼ਬਦ ਦੇ ਰਾਹੀਂ ਸਾਨੂੰ ਵਨੈਸ ਵਿਦ ਗੋਡ ਕਰਾ ਦਿੰਦਾ ਹੈ, ਭਾਵ ਅਸੀਂ ਵੀ ਸਪਿਰਿਚੁਅਲ ਜੀਵਨ ਜੀਣ ਯੋਗ ਹੋ ਜਾਂਦੇ ਹਾਂ। ਸ਼ਬਦ ਦਾ ਰਸ ਤਾਹਾ ਹੈ, ਕਿਉਂਕਿ ਉਹਦੇ ਕੋਲ ਸ਼ਬਦ ਦਾ ਰਸ ਪ੍ਰਾਪਤ ਹੈ। ਕਿਹਦੇ ਕੋਲ? ਉਹ ਵਾਲਾ ਘਟ ਜਿਹੜਾ ਨਿਰਮਲ ਹੋ ਚੁੱਕਾ ਹੋਇਆ ਹੈ। ਹਾਂਜੀ, ਇਹ ਮੈਂ ਦੇ ਸਿੰਪਲ ਮੀਨਿੰਗ ਸਾਂਝ ਕਰ ਰਿਹਾ ਜੋ ਅਸੀਂ ਆਪਣੇ ਤੇ ਪ੍ਰੈਕਟੀਕਲ ਜੀ। ਧੰਨਵਾਦ ਵੀਰ ਜੀ, ਆਪ ਜੀ ਦਾ ਬੜੇ ਅੱਛੇ ਤਰੀਕੇ ਨਾਲ ਆਪ ਜੀ ਸਮਝਾਣਾ ਕਰਦੇ ਜੀ। ਅੱਜ 2 ਪਦਿਆਂ ਦੇ ਪਾਠ ਹੋਏ ਹਨ, ਆਓ ਰਲ ਮਿਲ ਕੇ ਪਾਠ ਕਰ ਲਈਏ। ਫਿਰ ਪਾਠ ਸੈਸ਼ਨ ਦੀ ਸਮਾਪਤੀ ਹੈ, ਉਪਰੰਤ ਫਿਰ ਸਵਾਲ ਜਵਾਬ ਆਰੰਭ ਹੋਣੇ। सेवक सेवे शब्द सलाहे, सदा रंग राते हर गुण गावे। आपे बख्शे शब्द मिलाए, परमल वास मन ताहा है। शब्दे अकथ कथे सालाहे, मेरे प्रभ साचे वे परवाहे। आपे गुण दाता शब्द मिलाए, शब्द का रस ताहा है। आपे गुण दाता शब्द मिलाए, शब्द का रस ताहा है। होइयां बेअंत भुलां दी किमा। वाहिगुरू जी का खालसा, वाहिगुरू जी की फतेह। जी तजिंदर वीर जी। ਵੀਰ ਜੀ ਹਰਮਿੰਦਰ ਸੌਰੀ ਪਰਮਜੀਤ ਸਿੰਘ ਅੰਕਲ ਜੀ ਨੇ ਅੱਜ ਲਾਹੌਰ ਸ਼ਹਿਰ ਵੀਰ ਜੀ ਪ੍ਰਭਦੀਪ ਵੀਰ ਜੀ ਉਹ ਸ਼ਬਦ ਨਾ ਸਕਰੀਨ ਤੇ ਸ਼ੇਅਰ ਕਰ ਦੇਣਾ, ਮੈਂ ਮੈਸੇਜ ਵਿੱਚ ਪਾਤਾ ਹੈ। ਪਰਮਜੀਤ ਅੰਕਲ ਜੀ ਤੁਹਾਡਾ ਸਵਾਲ ਲੈ ਲਿਆ, ਤੁਸੀਂ ਕੁਝ ਆਡੀਓ ਤੇ ਕਹਿਣਾ ਚਾਹੁੰਦੇ ਹੋ ਤਾਂ ਪਲੀਜ਼ ਆਡੀਓ ਔਨ ਕਰਕੇ ਕਹਿ ਸਕਦੇ ਹੋ। कोई गल नहीं, आप शब्द पा दियो। मैं पा दिया। तो शब्द किस प्रथाएं है अभी थोड़ा जी। या हरविंदर ਵੀਰ ਜੀ ਤੁਹਾਨੂੰ ਬੇਨਤੀ ਹੈ ਪਲੀਜ਼ ਇੱਕ ਵਾਰੀ ਸ਼ਬਦ ਦੀ ਵਿਚਾਰ ਕਰਿਓ, ਫਿਰ ਸੁਖਵਿੰਦਰ ਵੀਰ ਜੀ। ਹਰਵਿੰਦਰ ਵੀਰ ਜੀ ਪ੍ਰਦੀਪ ਜੀ ਸ਼ੇਅਰ ਕਰ ਰਹੇ ਨੇ ਸਕਰੀਨ ਤੇ।
ਮੈਨੂੰ ਆਇਆ ਨਹੀਂ ਸ਼ਬਦ, ਕਿੱਥੋਂ ਪਾਇਆ ਤੁਸੀਂ? ਮੈਸੇਜ ਵਿੱਚ ਭੇਜਿਆ ਵੀ ਜੀ, ਨਾਰਮਲ ਆਪਣੇ ਇਹਦੇ ਮੈਸੇਜ ਵਿੱਚ ਵੀ ਜੀ। ਅੱਛਾ, ਤੁਹਾਨੂੰ WhatsApp ਕਰ ਰਿਹਾ WhatsApp ਕਰ ਜੀ ਕਹੋ ਤੇ ਮੈਂ ਫਿਰ ਇੱਕ ਵਾਰੀ ਪੜ੍ਹ ਦਿਆਂ ਸ਼ਬਦ। ਹਾਂਜੀ ਪਰਮਜੀਤ ਵੀਰ ਜੀ ਦੁਬਾਰਾ ਪੜ੍ਹ ਦਿਓ ਆਪ ਜੀ। ਜੀ ਇਹ ਇੱਕ ਗੁਰੂ ਨਾਨਕ ਸਾਹਿਬ ਦਾ ਸ਼ਲੋਕਾਂ 12 ਤੋਂ ਵਧੇਕ ਹੈਗਾ ਸ਼ਬਦ ਹੈ। ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਇਹ ਕੱਲ ਜਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਸੀ, ਇਹ ਉਸ ਪਰਥਾਏ ਇਹਦੇ ਤੇ ਕੋਈ ਹੈਗਾ ਜਾਂ ਵੈਸੇ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਹੀ ਆਉਂਦਾ ਹੈ? ਹਾਂ ਵਿੰਦਰ ਵੀਰ ਜੀ। ਮੇਰੇ ਖਿਆਲ ਨਾਲ ਤੇ ਕਹਿਣ ਵੀ ਜਿਹੜਾ ਸਾਡਾ ਜਿਹੜਾ ਮਨ ਜਿਹੜਾ ਹੈ ਨਾ, ਜੋ ਜਾਂ ਲਾਹੌਰ ਸ਼ਹਿਰ ਉਸ ਟਾਈਮ ਤੇ ਵੀ ਮੇਰੇ ਖਿਆਲ ਨਾਲ ਜਦੋਂ ਜਿਹੜੀ ਸੱਤਾ ਦਾ ਜਿਹੜਾ ਸੈਂਟਰ ਸੀ ਨਾ, ਧਾਰਮਿਕ ਜਿਹੜਾ ਸਾਡਾ ਜਿਹੜਾ ਕੇਂਦਰ ਸੀ ਉਹ ਅੰਮ੍ਰਿਤਸਰ ਦਰਬਾਰ ਸਾਹਿਬ ਸੀ, ਤੇ ਸੱਤਾ ਦਾ ਜੋ ਪੋਲੀਟੀਕਲ ਸੈਂਟਰ ਸੀ ਨਾ, ਉਸ ਟਾਈਮ ਤੇ ਵੀ ਸ਼ਾਇਦ ਲਾਹੌਰ ਹੋਇਆ ਕਰਦਾ ਸੀ। ਸਾਰੀ ਜਿਹੜੀ ਉਹ ਉੱਥੇ ਜਿਹੜਾ ਸ਼ਹਿਰ ਜਿਹੜਾ ਕਿਹਾ ਜਾ ਰਿਹਾ ਨਾ ਵੀ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਜਾਂ ਅੰਮ੍ਰਿਤਸਰ ਸਿਫਤੀ ਦਾ ਘਰ, ਵੀ ਜਿੱਥੇ ਰੱਬ ਦੀ ਸਿਫਤ ਸਲਾਹ ਹੁੰਦੀ ਪਈ ਸੀ। ਲਾਹੌਰ ਸ਼ਹਿਰ ਤੋਂ ਵਿੱਚੋਂ ਤੇ ਮੇਰੇ ਖਿਆਲ ਨਾਲ ਜੋ ਕੀਤਾ ਜਾ ਰਿਹਾ ਸੀ ਨਾ, ਉਹ ਕੇਵਲ ਤੇ ਕੇਵਲ ਬਤੌਰ ਰਾਜਨੀਤਿਕ ਖੇਡਾਂ ਤੇ ਬੇਟਾ ਉਹ ਸਾਰਾ ਕੰਮ, ਆਈ ਡੋਨਟ ਨੋ, ਮੈਂ ਤੇ ਜਸਟ ਕਿਉਂਕਿ ਸ਼ਬਦ ਸਾਹਮਣੇ ਆਇਆ ਹੈ, ਆਈ ਐਮ ਜਸਟ ਟ੍ਰਾਈਂਗ ਟੂ ਪੁੱਟ ਵਰਡਸ ਇਨਟੂ ਇਟ। ਵੀ ਉਹ ਸਵਾ ਪਹਿਰ, ਆਈ ਡੋਨਟ ਨੋ, ਮੇਬੀ ਸ਼ਾਇਦ ਉਹ ਜਿਤਨਾ ਉੱਥੇ ਜਿਤਨਾ ਵੀ ਸਮਾਂ ਲਾਹੌਰ ਸ਼ਹਿਰ ਵਿੱਚ ਜਦੋਂ ਵੀ ਕਚਹਿਰੀਆਂ ਵਗੈਰਾ ਲੱਗੀਆਂ ਹੋਣਗੀਆਂ, ਉਹਨਾਂ ਵਿੱਚ ਜੋ ਕਮਾਇਆ ਜਾ ਰਿਹਾ ਸੀ ਨਾ, ਉਹ ਜ਼ਹਿਰ ਕਹਿਰ ਹੀ ਕਮਾਇਆ ਜਾ ਰਿਹਾ ਸੀ। ਉਹਦੇ ਉਲਟ ਜਿਹੜਾ ਅੰਮ੍ਰਿਤਸਰ ਸ਼ਹਿਰ ਹੈ, ਉਹ ਸ਼ਾਇਦ ਜਿਹੜਾ ਗੁਰੂ ਸਾਹਿਬ ਚਾਹੁੰਦਾ ਹੈ ਕਿ ਸਾਡਾ ਵੀ ਜੀਵਨ ਜਿਹੜਾ ਹੈ ਨਾ, ਉਹ ਲਾਹੌਰ ਸ਼ਹਿਰ ਵਰਗਾ ਨਾ ਬਣੇ, ਸਾਡਾ ਜੀਵਨ ਵੀ ਅੰਮ੍ਰਿਤ ਦੇ ਸਰੋਵਰ ਵਰਗਾ ਜਿਹੜਾ ਹੈ ਉਹ ਬਣ ਜਾਏ। ਦਿਸ ਇਜ਼ ਜਸਟ ਕਿਉਂਕਿ ਸ਼ਬਦ ਸਾਹਮਣੇ ਜਸਟ ਆਇਆ ਹੈ, ਮੈਂ ਕੋਈ ਜੋ ਆਈ ਫੀਲ ਵਰਡਸ ਮੈਂ ਉਹਨੇ ਸ਼ੇਅਰ ਕੀਤੇ। ਹਾਂਜੀ ਵੀ ਯਾ ਜੀ, ਨੋ ਪ੍ਰੋਬਲਮ। ਸੁਖਵਿੰਦਰ ਵੀਰ ਜੀ। ਹਰਵਿੰਦਰ ਵੀਰ ਜੀ ਨੇ ਜਿਹੜਾ ਰਿਲੇਟ ਕੀਤਾ ਨਾ, ਬੜਾ ਸੋਹਣਾ ਰਿਲੇਟ ਕੀਤਾ ਹੈ। ਬਿਲਕੁਲ ਉੱਥੇ ਜਿਹੜੇ ਨਿਰਣੇ ਹੁੰਦੇ ਸੀਗੇ ਨਾ ਰਾਜਗੱਦੀ ਤੇ ਬੈਠ ਕੇ, ਕਿਉਂਕਿ ਉਹ ਕੈਪੀਟਲ ਹੁੰਦੀ ਸੀ, ਬਿਲਕੁਲ ਉੱਥੇ ਜ਼ਹਿਰ ਸਵਾ ਪਹਿਰ ਜਿਹੜਾ ਹੈ ਉਹ ਹਰ ਵਕਤ ਹੀ ਉੱਥੇ ਜਿਹੜੀ ਗੱਲਾਂ ਹੁੰਦੀਆਂ ਸੀਗੀਆਂ। ਵੀਰ ਜੀ ਇੱਕ ਮੈਂ ਵੀ ਸਾਂਝ ਛੋਟੀ ਜੀ ਪਾਣਾ ਚਾਹੁੰਦਾ। ਅਸਲ ਵਿੱਚ ਉਹ ਸਾਂਝ ਦੀ ਵਾਸਤੇ ਮੇਰੇ ਕੋਲ ਆਈ ਡੋਂਟ ਹੈਵ ਅ ਕਲੈਰਿਟੀ, ਕਿਉਂਕਿ ਉਸ ਵੇਲੇ ਅਸੀਂ ਜੋ ਮਤਲਬ ਕਿ ਮੈਂ ਐਜ਼ ਅ ਸਾਖੀ ਤੁਹਾਨੂੰ ਪ੍ਰਚਲਿਤ ਗੱਲ ਦੱਸ ਰਿਹਾ, ਮੈਂ ਸ਼ੋਰ ਨਹੀਂ ਹੈਗਾ। ਉਹ ਕਹਿੰਦੇ ਨੇ ਕਿ ਉਸ ਵੇਲੇ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ ਕਿਉਂ ਕਿਹਾ ਜਾਂਦਾ ਸੀਗਾ। ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਜਦ ਸਵੇਰੇ ਉੱਠੇ ਤੇ ਉਹਨਾਂ ਨੇ ਦੇਖਿਆ ਚਾਰੋਂ ਤਰਫ ਮਾਸ ਦੇ ਪ੍ਰਥਾਏ ਕੰਮ ਚੱਲ ਰਿਹਾ ਹੈ, ਕੋਈ ਉੱਥੇ ਮਾਸ ਕੱਟ ਰਿਹਾ, ਕੋਈ ਉੱਥੇ ਮਾਸ ਕੱਟ ਰਿਹਾ ਹੈ। ਤੇ ਗੁਰੂ ਸਾਹਿਬ ਨੇ ਕਿਹਾ ਕਿ ਇਹ ਸਵੇਰੇ ਸਵੇਰੇ ਭਗਤੀ ਦਾ ਟਾਈਮ ਹੈਗਾ। this is called a ਮਤਲਬ so called ਸਾਖੀ could be related to this. I don't have a clarity regarding this. ਤੇ ਫਿਰ ਉਸ ਸਮੇਂ ਤਾਂ ਹੀ ਮਹਿਲੇ ਤੀਜੇ ਨੇ ਆ ਕੇ ਲਿਖਤਾ ਕਿ ਨਹੀਂ ਹੁਣ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ ਬਣ ਗਿਆ ਹੈ। ਅੰਮ੍ਰਿਤ ਸਾਨੂੰ ਸਭ ਨੂੰ ਪਤਾ ਹੈ, ਸ਼ਬਦ ਅੰਮ੍ਰਿਤ ਹੈਗਾ ਹੈ, ਉਸ ਕਰਕੇ ਉਸ ਪ੍ਰਥਾ ਇਹ ਸ਼ਬਦ ਸ਼ਾਇਦ ਉਚਾਰਿਆ ਗਿਆ ਸੀ। ਜੀ ਸੁਖਵਿੰਦਰ ਵੀ ਜੀ ਇਸ ਬਾਬਤ ਜਰਾ ਖੁੱਲ ਕੇ ਵਿਚਾਰ ਦੇਣਗੇ। ਬਾਹਰ ਦੀ ਇਤਿਹਾਸਿਕ ਚੀਜ਼ ਜਿਹੜੀ ਹੈ ਨਾ, ਦੇਖ ਕੇ ਗੁਰੂ ਸਾਹਿਬ ਦਾ ਜ਼ਿਕਰ ਅੰਦਰ ਦਾ ਹੀ ਕਰਦੇ ਹਨ ਕਿ ਮਨ ਜਿਹੜਾ ਹੈ ਪਹਿਲੇ ਜਦੋਂ ਤੱਕ ਝੂਠ ਨਾਲ ਜੁੜਿਆ ਹੋਏ ਤੇ ਉਹ ਕਹਿਰ ਬਣਿਆ ਰਹਿੰਦਾ, ਕਲੇਸ਼ ਬਣਿਆ ਰਹਿੰਦਾ, ਤੇ ਉਹੀਓ ਮਨ ਜਦੋਂ ਸਿਫਤੀ ਦਾ ਘਰ, ਜਦੋਂ ਸ਼ਬਦ ਨਾਲ ਜੁੜਦਾ ਹੈ ਤੇ ਸਿਫਤੀ ਦਾ ਘਰ ਬਣ ਜਾਂਦਾ। ਜੀ ਸੁਖਵਿੰਦਰ ਵੀਰ ਜੀ। ਹਾਂਜੀ ਵੀਰ ਜੀ, ਗੁਰਬਾਣੀ ਦੇ ਵਿੱਚ ਨਾ ਜਿਹੜੀ ਸਾਡਾ ਇਹ ਤਨ ਹੈ ਨਾ, ਇਸ ਨੂੰ ਲਾਹੌਰ ਸ਼ਹਿਰ ਵੀ ਕਿਹਾ ਜਾਂਦਾ ਹੈ। ਮੈਂ ਕੁਝ ਦਿਨ ਪਹਿਲਾਂ ਵੀ ਸਾਰਿਆਂ ਨੇ ਸ਼ੇਅਰ ਕੀਤੀ ਸੀ ਗੱਲ, ਵੀ ਲਾਹੌਰ ਸ਼ਹਿਰ ਹੋ ਗਿਆ, ਬੇਗਮਪੁਰਾ ਹੋ ਗਿਆ, ਆਪ शिव नगरी हो गया, काया नगरी हो गया, अबचल नगरी हो गया, द्वारका नगरी, बैकुंठ नगरी, ये सारे साडे तन नूं संबोधित करके सतगुरु जी ने उचारे। ते मैं की कहने थोड़ा जा पिछले साल यही शब्द एक नोट तैयार किया होया सी, ते वो मैं नोट भी तुहाडे सारिਆਂ ਦੇ ਨਾਲ ना शेयर कर देना। मैं अपने वालों वैसे ही लिखिया सी, ते ਉਹਦੇ ਵਿੱਚ ਇਹੀ ਸਮਝਿਆ कि सतगुरु जी सानू ये समझा रहे ने कि देखो इसे शब्द भी सतगुरु जी आप खोल के दस रहे हैं, लाहौर शहर ऊपर भी आ रहे हैं ते लाहौर शहर थले भी आ रहे हैं। लाहौर शहर नहीं चेंज होएगा, लाहौर शहर में एक चीज ही निवास कर सकती है, ਜਾਂ ਅੰਮ੍ਰਿਤਸਰ ਜਾਂ ਜ਼ਹਿਰ। ਜ਼ਹਿਰ ਦੇ ਨਾਲ ਕੀ ਹੋਏਗਾ, ਕਹਿਰ ਵਾਪਰ ਜਾਏਗਾ ਲਾਹੌਰ ਸ਼ਹਿਰ। ਆਪਾਂ ਇਸ
ਇਸ ਐਂਗਲ ਤੋਂ ਆਪਾਂ ਕਈ ਵਾਰ ਗੱਲ ਕਰ ਚੁੱਕੇ ਹੋਏ ਆ ਵੀ ਦੇਖੋ ਲਾਹੌਰ ਸ਼ਹਿਰ ਹੈ ਇੱਕ, ਜੇ ਤਾਂ ਉਸ ਸ਼ਹਿਰ ਦੇ ਵਿੱਚ ਬਿਖ ਰੂਪੀ ਜ਼ਹਿਰ ਰੂਪੀ ਕੀ ਕਹਿੰਦੇ ਸਾਡਾ ਸੰਸਾਰ ਹੈ, ਜਿਸ ਨੂੰ ਕਹਿੰਦੇ ਨੇ ਆਪਾਂ ਕਹਿੰਦੇ ਨਾਨਕ ਇਹ ਤਨ ਬਿਰਖ, ਦੂਜੇ ਪਾਂਦੇ ਕਹਿੰਦੇ ਸੰਸਾਰ ਬਿਰਖ ਕੋ ਦੋਏ ਫਲ ਲਾਏ। ਅਗਰ ਸਾਡੇ ਅੰਦਰ ਲਾਹੌਰ ਸ਼ਹਿਰ ਦੇ ਇਸ ਤਨ ਦੇ ਵਿੱਚ ਬਿਖ ਭਾਵ ਜ਼ਹਿਰ ਹੈ ਹਨਾ, ਤੇ ਅੰਦਰ ਕਹਿਰ ਵਾਪਰ ਜਾਂਦਾ ਹੈ, ਕਹਿਰ ਵਾਪਰ ਗਿਆ ਤਾਂ ਉਹ ਲਾਹੌਰ ਸ਼ਹਿਰ ਤਾਂ ਰਿਹਾ ਲੇਕਿਨ ਉਜੜ ਗਿਆ। ਦੂਸਰੇ ਪਾਸੇ ਸਤਿਗੁਰੂ ਜੀ ਜਿਹੜੀ ਗੱਲ ਸਾਨੂੰ ਸਮਝਾ ਰਹੇ ਲਾਹੌਰ ਸ਼ਹਿਰ ਅੰਮ੍ਰਿਤਸਰ, ਅਗਰ ਰਾਮ ਨਾਮ ਫਲ ਲੱਗ ਗਿਆ ਇਸ ਤਨ ਦੇ ਅੰਦਰ, ਇਸ ਲਾਹੌਰ ਸ਼ਹਿਰ ਦੇ ਅੰਦਰ ਰਾਮ ਨਾਮ ਦੇ ਵਿੱਚ ਸਾਡਾ ਮਨ ਰਤਿਆ ਗਿਆ, ਅੰਮ੍ਰਿਤਸਰ ਹੋ ਗਿਆ, ਤੇ ਇਹੀ ਸ਼ਹਿਰ ਸਿੱਖੀ ਦਾ ਘਰ ਹੋ ਜਾਏਗਾ। ਇਹ ਲਾਹੌਰ ਸ਼ਹਿਰ ਫਿਜ਼ੀਕਲੀ ਲਾਹੌਰ ਸ਼ਹਿਰ ਨੂੰ ਲਾਹੌਰ ਨਹੀਂ ਆਖਿਆ ਜਾ ਰਿਹਾ, ਇਸ ਤਨ ਨੂੰ ਲਾਹੌਰ ਸ਼ਹਿਰ ਗੁਰਬਾਣੀ ਆਖਦੀ ਹੈ। ਔਰ ਇਹ ਬਾਹਰ ਵਾਲਾ ਲਾਹੌਰ ਸ਼ਹਿਰ ਦੇ ਵਿੱਚ ਜ਼ਹਿਰ ਕਹਿਰ ਹੁੰਦਾ, ਸਵਾ ਪੈਰ ਬਾਅਦ ਦੇ ਵਿੱਚ ਅੰਮ੍ਰਿਤ ਵਰਤਦਾ, ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਇਸ ਤਨ ਨੂੰ ਹੀ ਬਿਰਖ ਆਖਦੇ ਨੇ, ਇਸ ਤਨ ਨੂੰ ਹੀ ਸੰਸਾਰ ਆਖਦੇ ਨੇ, ਇਸ ਤਨ ਨੂੰ ਹੀ ਦਵਾਰਕਾ ਨਗਰੀ ਜਾਂ ਲਾਹੌਰ ਸ਼ਹਿਰ ਆਖਦੇ ਨੇ। ਔਰ ਇਹ ਸ਼ਹਿਰ ਦੇ ਵਿੱਚ ਅੰਮ੍ਰਿਤ ਵਰਸਾਣਾ ਜਾਂ ਜ਼ਹਿਰ ਪਾਣਾ, ਇਹ ਸਾਡੇ ਹੱਥ ਵਿੱਚ ਹੈ। ਸਤਿਗੁਰੂ ਜੀ ਸਮਝਾਉਂਦੇ ਨੇ, ਕਹਿੰਦੇ ਤੂੰ ਹਮੇਸ਼ਾ ਅੰਮ੍ਰਿਤ ਨਾਲ ਜੁੜਦਾ ਰਹੀ, ਅੰਮ੍ਰਿਤ ਸਰੋਵਰ। ਦੇਖੋ ਜੇ ਅਸੀਂ ਅੰਮ੍ਰਿਤਸਰ ਨੂੰ ਵੀ ਜੇ ਬਾਹਰ ਵਾਲੇ ਸੰਸਾਰਕ ਸ਼ਹਿਰ ਦੇ ਨਾਲ ਜੋੜਾਂਗੇ, ਫਿਰ ਲਾਹੌਰ ਸ਼ਹਿਰ ਵਿੱਚ ਅੰਮ੍ਰਿਤਸਰ ਕਿੱਥੇ ਜਾ ਕੇ ਰਹਿ ਸਕਦਾ? ਲਾਹੌਰ ਸ਼ਹਿਰ ਅੰਮ੍ਰਿਤਸਰ ਇਹ ਕਿਵੇਂ ਹੋ ਸਕਦਾ? ਜਾਂ ਤਾਂ ਲਾਹੌਰ ਸ਼ਹਿਰ ਹੋਏਗਾ ਜਾਂ ਅੰਮ੍ਰਿਤਸਰ ਹੋਏਗਾ। ਜੇ ਅਸੀਂ ਬਾਹਰਲੇ ਸ਼ਹਿਰਾਂ ਦੀ ਗੱਲ ਕਰਾਂਗੇ, ਉਹਨਾਂ ਦੇ ਨਾਮ ਲਵਾਂਗੇ, ਤਾਂ ਲਾਹੌਰ ਸ਼ਹਿਰ ਵਿੱਚ ਅੰਮ੍ਰਿਤਸਰ ਕਿਸ ਤਰ੍ਹਾਂ ਵੱਸ ਸਕਦਾ? ਲਾਹੌਰ ਸ਼ਹਿਰ ਤਾਂ ਲਾਹੌਰ ਵਿੱਚ ਹੈ ਜੋ ਇਸ ਟਾਈਮ ਪਾਕਿਸਤਾਨ ਵਿੱਚ ਹੈ, ਤੇ ਅੰਮ੍ਰਿਤਸਰ ਜੇ ਅਸੀਂ ਬਾਹਰਲੇ ਨੂੰ ਸਮਝਾਂਗੇ ਉਹ ਤਾਂ ਇੰਡੀਅਨ ਪੰਜਾਬ ਦੇ ਵਿੱਚ ਹੈ। ਲੇਕਿਨ ਗੁਰਬਾਣੀ ਕਹਿੰਦੀ ਹੈ ਤੁਹਾਡੇ ਲਾਹੌਰ ਸ਼ਹਿਰ ਦੇ ਵਿੱਚ ਵੀ ਤੁਸੀਂ ਇਸ ਨੂੰ ਅੰਮ੍ਰਿਤਸਰ ਬਣਾ ਸਕਦੇ ਹੋ, ਸਿੱਖੀ ਦਾ ਘਰ ਬਣਾ ਸਕਦੇ ਹੋ। ਅਗਰ ਅਸੀਂ ਅੰਮ੍ਰਿਤ ਦੇ ਨਾਲ ਜੁੜਾਂਗੇ ਤਾਂ ਅੰਦਰ ਕਹਿਰ ਨਹੀਂ ਵਾਪਰੇਗਾ, ਸਾਡੀ ਪ੍ਰਜਾ ਵੀ ਅੰਧੀ ਨਹੀਂ ਰਹੇਗੀ। ਅੰਧੀ ਪ੍ਰਜਾ ਗਿਆਨ ਵੀ ਨਹੀਂ ਭਾਹੇ ਪਰੇ ਮੁਰਦਾਰੇ, ਹੀ ਤਾਂ ਕਹਿਰ ਵਾਪਰ ਰਿਹਾ ਅੰਦਰ। ਕਿਉਂ ਕਹਿਰ ਵਾਪਰ ਲਿਆ? ਕਹਿੰਦੇ ਕਿਉਂਕਿ ਇੱਥੇ ਜਿਹੜਾ ਅੰਦਰ ਲਾਹੌਰ ਸ਼ਹਿਰ ਨੂੰ ਚਲਾ ਰਿਹਾ ਮਨ, ਤੇ ਬਾਕੀ ਸਾਰੇ ਸੁਲਤਾਨ ਦੇ ਨਾਲ ਜਿਹੜੇ ਬਾਕੀ ਸਾਰੇ ਰਾਜੇ ਨੇ, ਕਹਿੰਦੇ ਨੇ ਲੱਭ ਪਾਪ ਦੋ ਰਾਜਾ ਮੈਂ ਤਾਂ ਕੂੜ ਹੋਆ ਸਿਕਦਾਰ, ਕਾਮਨੇਵ ਸਤ ਪੁੱਛੀਏ ਬਹਿ ਬਹਿ ਕਰੇ ਵਿਚਾਰ, ਅੰਧੀ ਰਹੀਅਤ ਗਿਆਨ ਵੀ ਨਹੀਂ ਭਾਏ ਪਰੇ ਮੁਰਦਾ। ਇਹੀ ਤਾਂ ਕਹਿਰ ਵਾਪਰ ਰਿਹਾ ਅੰਦਰਲੇ ਲਾਹੌਰ ਸ਼ਹਿਰ ਦੀ। ਲੇਕਿਨ ਕਹਿੰਦੇ ਜਦੋਂ ਅੰਮ੍ਰਿਤ ਦੇ ਨਾਲ ਜੁੜਦਾ ਹੈ ਅਸੀਂ, ਤਾਂ ਸਾਡਾ ਇਹ ਸਾਰਾ ਤਨ ਅੰਮ੍ਰਿਤਸਰ ਸਿਫਤੀ ਦਾ ਘਰ ਬਣ ਜਾਂਦਾ ਹੈ। ਅੰਮ੍ਰਿਤਸਰ ਅਸੀਂ ਆਪਣੇ ਅੰਦਰਲੇ ਸ਼ਹਿਰ ਨੂੰ ਬਣਾਉਣਾ ਹੈ। ਬਾਹਰ ਵਾਲਾ ਜਿਹੜਾ ਸ਼ਹਿਰ ਆ ਉਹ ਤਾਂ ਉਹਦਾ ਨਾਮ ਦੇ ਦਿੱਤਾ, ਅਸੀਂ ਆਪਣੇ ਲਾਹੌਰ ਸ਼ਹਿਰ ਨੂੰ ਲਾਹੌਰ ਸ਼ਹਿਰ ਤੋਂ ਅੰਮ੍ਰਿਤਸਰ ਬਣਾਉਣਾ ਹੈ, ਅੰਮ੍ਰਿਤ ਰੂਪੀ ਸਤਿਗੁਰੂ ਜੀ ਦੀ ਸਿੱਖਿਆ ਦੇ ਨਾਲ ਜੁੜ ਕੇ। ਹਾਂਜੀ ਜੀ ਭੁਪਿੰਦਰ ਜੀ। हाँ जी, सुखविंदर जी ने बड़ा सोहना एक्सप्लेन कर दिता है। ਜਦੋਂ ਕੱਲ ਅਸੀਂ ਸ਼ਬਦ ਪੜ੍ਹਦੇ ਸੀ ਨਾ, ਤੂੰ ਕੁੰਡਰੇ ਮੈਜੀ ਨਾਮਾ, ਉਹਦੇ ਚ ਇੱਕ ਪੰਕਤੀ ਮੈਂ ਕੋਟ ਕੀਤੀ ਸੀ, ਦਵਾਰਕਾ ਨਗਰੀ ਕਾਹੇ ਕੇ ਮਗੋਲ। ਸੋ ਦਵਾਰਕਾ ਨਗਰੀ ਜਿਓਗ੍ਰਾਫਿਕਲ ਕਿਸੇ ਬਾਹਰਲੀ ਨਗਰੀ ਨੂੰ ਨਹੀਂ ਕਹਿੰਦੇ ਨੇ। ਗੁਰੂ ਗ੍ਰੰਥ ਸਾਹਿਬ ਵਿੱਚ ਐਸੇ ਬੜੇ ਸਾਰੇ ਥਾਵਾਂ ਦੇ ਨਾਂ ਆਉਂਦੇ ਨੇ, ਔਰ ਅਸੀਂ ਦਵਾਰਕਾ ਨਗਰੀ ਸਮਝਦੇ ਹਾਂ ਜਿਸ ਨਗਰੀ ਦੇ ਅਨੇਕਾਂ ਦੁਆਰੇ ਹੁੰਦੇ ਨੇ, ਔਰ ਅਨੇਕਾਂ ਦੁਆਰੇ ਸਾਡੇ ਰੋਮ ਰੋਮ ਨੂੰ ਕਹਿੰਦੇ ਨੇ। ਸੋ ਦਵਾਰਕਾ ਨਗਰੀ ਕਾਹੇ ਕਿ ਮਗੂਲ, ਇਹਦੇ ਤੇ ਜੰਮ ਅਟੈਕ ਨਹੀਂ ਕਰ ਸਕਦਾ ਜਦੋਂ ਸਤਿਗੁਰ ਦੀ ਮੱਤ ਲੈਂਦੇ ਆ। ਇੰਜ ਹੀ ਕਰਤਾਰਪੁਰ ਕਰਤਾ ਵਸੇ, ਕਰਤਾਰਪੁਰ ਜਿਓਗ੍ਰਾਫਿਕਲੀ ਕਿਸੇ ਜਗ੍ਹਾ ਦਾ ਨਾਮ ਨਹੀਂ ਹੈ। ਅਬਚਲ ਨਗਰ ਗੋਬਿੰਦ ਗੁਰੂ का ਅਬਚਲ ਦਾ ਮਤਲਬ ਜਿੱਥੇ ਹੁਣ ਵਿਆਕੁਲਤਾ ਨਹੀਂ ਹੈ, ਸਟੇਬਿਲਿਟੀ ਹੈ। ਇਹ ਸਾਰੇ ਸਾਡੇ ਅੰਦਰ ਦੀ ਅਵਸਥਾ ਦੇ ਸ਼ਬਦ ਨੇ। ਔਰ ਜਦੋਂ ਅਸੀਂ ਜੀਵਨ ਜਾਚ ਦਾ ਖਜ਼ਾਨਾ ਵੋਲਿਊਮ 2 ਪੁਸਤਕ ਸਾਂਝ ਕੀਤੀ ਸੀ, ਉਹਦੇ ਚ ਅਸੀਂ ਸੋਇਲਾ ਬਾਣੀ ਜਦੋਂ ਸਾਂਝ ਕਰ ਰਹੇ ਸੀ, ਉਹਦੇ ਚ ਆਇਆ ਸੀ ਗगन में थाल राव चंद दीपक बने तारका मंडल जनक मोती ਧੂਪ ਮਲਿਆਣ ਲੋ। ਮਲਿਆਣ ਲੋ ਕੀ ਹੁੰਦਾ ਹੈ? ਉਹ ਆਮ ਤੌਰ ਤੇ ਕਿਹਾ ਜਾਂਦਾ ਮਲੇ ਪਰਬਤ ਤੋਂ ਖੁਸ਼ਬੂ ਆਉਂਦੀ ਹੈ। ਗੁਰੂ ਸਾਹਿਬ ਕਹਿੰਦੇ ਨੇ ਇਹ ਮਲੇ ਪਰਬਤ, ਬਾਹਰ ਵਾਲਾ ਪਰਬਤ ਜਿਹੜਾ ਐਵਰੈਸਟ ਦੇ ਕੋਲ ਮੰਨਿਆ ਜਾਂਦਾ ਹੈ, ਉਹ ਨਹੀਂ ਹੈ। ਮਲੇ ਪਰਬਤ ਤੇਰੇ ਅੰਦਰ ਹੈ, ਤਾਂ ਅੰਦਰ ਤੇਰੇ ਖੁਸ਼ਬੂ ਆ ਸਕਦੀ ਹੈ ਜੇ ਤੂੰ ਸਤਿਗੁਰ ਦੀ ਮੱਤ ਦੀ ਪਰਮਲਵਾਸ ਲੈਂਦਾ ਹੈ। ਸੋ ਇੰਜ ਹੀ ਇਹ ਸਾਡੇ ਨਾਲ ਜਦੋਂ ਸਾਡੇ ਅੰਦਰ ਲੋਭ ਰਤ ਵਾਪਰ ਜਾਂਦੀ ਹੈ ਨਾ, ਜਿਹਨੂੰ ਫਰੀਦ ਜੀ ਕਹਿੰਦੇ ਨੇ ਰੱਤੀ ਰਤ ਨਾ ਨਿਕਲੇ ਜੇ ਤਨ ਚੀਰੇ ਕੋਏ, ਤਾਂ ਗੁਰੂ ਸਾਹਿਬ ਉਹਨੂੰ ਕਲੀਅਰ ਕਰਦੇ ਨੇ ਰਤ ਬਿਨ ਤਨ ਨਾ ਹੋਏ, ਬਲੱਡ ਬਗੈਰ ਤੇ ਤਨ ਹੁੰਦਾ ਨਹੀਂ। ਪਰ ਉਹਦੇ ਅੰਦਰ ਲੋਭ ਰਤ ਨਹੀਂ ਹੁੰਦੀ। ਜਿਹਦੇ ਅੰਦਰ ਲੋਭ ਰਤ ਨਹੀਂ ਹੁੰਦੀ ਨਾ, ਉਹ ਗਰੀਡੀ ਨਹੀਂ ਹੁੰਦਾ, ਉਹ ਜ਼ੁਲਮੀ ਨਹੀਂ ਹੁੰਦਾ, ਉਹ ਕਰੂਅਲ ਨਹੀਂ ਹੁੰਦਾ।
ਹੁਣ ਇੱਥੇ ਨਾ ਲਾਹੌਰ ਜਿਹੜਾ ਹੈ ਨਾ, ਅਸੀਂ ਇਸ ਲਫ਼ਜ਼ ਨੂੰ ਆਪਣੇ ਸਮਝਣ ਵਾਸਤੇ ਕਿਤੇ ਲਿਖਿਆ ਨਹੀਂ ਹੋਇਆ, ਮੈਂ ਆਪਣੇ ਜਿਹੜੇ ਅਰਥ ਮੈਨੂੰ ਸਮਝ ਆਉਂਦੇ ਨੇ। ਲਾਹੌਰ ਦਾ ਮਤਲਬ ਹੁੰਦਾ ਹੋਰ ਦੀ ਭੁੱਖ। ਲਾਹੌਰ ਮਤਲਬ ਮੈਨੂੰ ਲੱਭ ਲੋਭ ਦੀ ਭੁੱਖ ਪੈ ਗਈ ਹੈ। ਜਦੋਂ ਲੱਭ ਲੋਭ ਦੀ ਭੁੱਖ ਪੈ ਜਾਂਦੀ ਹੈ, ਸਾਰਾ ਬਲੱਡ ਕੰਟੈਮੀਨੇਟਿਡ ਹੋ ਜਾਂਦਾ ਹੈ, ਉਸ ਵੇਲੇ ਅਸੀਂ ਕਰੂਅਲ ਹੋ ਜਾਂਦੇ ਹਾਂ, ਸਾਡੀ ਬਾਡੀ ਉੱਤੇ ਬਾਬਰ ਵਾਣੀ ਫਿਰ ਗਈ। ਜਦੋਂ ਬਾਬਰ ਵਾਣੀ ਫਿਰ ਜਾਂਦੀ ਹੈ ਨਾ, ਕੋਇਰ ਨਾ ਰੋਟੀ ਖਾਏ, ਮੇਰਾ ਮਨ ਸੰਤੋਖ ਦੀ ਰੋਟੀ ਨਹੀਂ ਖਾਂਦਾ ਹੈ, ਇਹਨੂੰ ਲੋਭ ਰੱਤ ਚੜ ਜਾਂਦੀ ਹੈ, ਤਾਂ ਇਹ ਕਰੂਐਲਿਟੀ ਕਰਦਾ ਹੈ। ਉਹਨੂੰ ਕਹਿੰਦੇ ਨੇ ਜੇਕਰ ਅਸੀਂ ਪੜ੍ਹੀਏ ਨਾ ਸ਼ਬਦ, ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਜੋ ਰਤ ਪੀਵੇਂ ਮਾਨਸਾ ਤਿਨ ਕਿਉ ਨਿਰਮਲ ਚੀਤ। ਜੋ ਲੋਕਾਂ ਦਾ ਖੂਨ ਚੂਸਦੇ ਨੇ ਉਹਨਾਂ ਦਾ ਚਿੱਤ ਤੇ ਨਿਰਮਲ ਨਹੀਂ ਨਾ ਫਿਰ ਹੋ ਸਕਦਾ। ਸੋ ਜਦੋਂ ਮੇਰਾ ਮਨ ਚਾਰੋਂ ਪਾਸੋਂ ਹੱਥੀ ਵੀ ਪੜੱਥੀ ਵੀ, ਬਾਈ ਆਲ ਮੀਨਸ ਸ਼ਰਾਫਤ ਵੀ ਦਿਖਾਉਂਦਾ ਹੈ, ਧਰਮੀ ਵੀ ਬਣ ਜਾਂਦਾ ਹੈ, ਰੱਬ ਕੋਲੋਂ ਗਲਤੀਆਂ ਦੀ ਮਾਫੀਆ ਵੀ ਮੰਗਵਾ ਲੈਂਦਾ ਹੈ, ਫਿਰ ਲੋਕਾਂ ਦੀ ਜੇਬ ਵੀ ਕੱਟ ਲੈਂਦਾ, ਹਰ ਪਾਸੋਂ ਜਦੋਂ ਕਰਦਾ ਨਾ, ਇਹ ਲੱਭ ਲੋਭ ਦਾ ਲੋਭ ਰਾਤ ਵਾਲਾ ਮੇਰਾ ਮਨ ਮੇਰਾ ਲਾਹੌਰ ਅੰਦਰ ਬਣਾ ਦਿੰਦਾ ਹੈ, ਜੋ ਜ਼ਹਿਰ ਕਹਿਰ ਵਰਤਾਂਦਾ। ਉਹ ਜ਼ੁਲਮੀ ਵੀ ਹੋ ਜਾਂਦਾ ਹੈ, ਉਹ ਬਿਹੇਵੀਅਰ ਵਿੱਚ ਕਰੂਅਲ ਵੀ ਹੋ ਜਾਂਦਾ ਹੈ, ਉਹ ਲੋਕਾਂ ਦੀ ਗਰਦਨ ਛੁਰੀ ਨਾਲ ਨਹੀਂ ਕੱਟਦਾ ਹੈ, ਪਰ ਉਹ ਕੂੜ ਛੁਰਾ ਮੁੱਠਾ ਮੁਰਦਾਰ ਵਾਲਾ, ਜਿਹਨੂੰ ਕਹਿੰਦੇ ਨਾ ਇੱਕ ਸਵਾਗ ਦੋ ਸਵਾਨੀ ਨਾਲ ਵਾਲੇ, ਦੋ ਕੁੱਤੇ ਕੁੱਤੀਆਂ ਰੱਖਦਾ, ਲੋਕਾਂ ਤੇ ਜ਼ਹਿਰ ਕਹਿਰ ਵਰਤਾਂਦਾ ਰਹਿੰਦਾ, ਉਹਦਾ ਬਿਹੇਵੀਅਰ ਹੈ ਜੋ ਜਾਂਦਾ ਹੈ। ਇਹ ਨਾ ਹੁਣ ਉਹਦਾ ਟਰਾਂਸਫਾਰਮ ਹੋ ਸਕਦਾ ਹੈ। ਗੁਰੂ ਸਾਹਿਬ ਕਹਿੰਦੇ ਨੇ ਲਾਹੌਰ ਸ਼ਹਿਰ ਤੇਰਾ ਜਿਹੜਾ ਅੰਦਰ ਤੂੰ ਵਸਾ ਲਿਆ ਨਾ, ਇਹ ਅੰਮ੍ਰਿਤਸਰ ਵੀ ਬਣ ਸਕਦਾ ਹੈ। ਇਹ ਦੋਨੋਂ ਪੰਜਾਬ ਅਤੇ ਪਾਕਿਸਤਾਨ ਰਹਿ ਗਿਆ ਲਾਹੌਰ, ਇਹ ਉਹ ਦੋਨੋਂ ਸ਼ਹਿਰਾਂ ਬਾਰੇ ਗੱਲ ਨਹੀਂ ਚੱਲ ਰਹੀ, ਇਹ ਅੰਦਰ ਦੀ ਅਵਸਥਾ ਦੀ ਗੱਲ ਚੱਲ ਰਹੀ ਹੈ। ਸੁਖਵਿੰਦਰ ਜੀ ਨੇ ਬੜਾ ਸੋਹਣਾ ਐਕਸਪਲੇਨ ਕੀਤਾ। ਤੇਰਾ ਇਹ ਜਿਹੜਾ ਲਾਹੌਰ ਸ਼ਹਿਰ ਵਾਲਾ ਬਣ ਗਿਆ ਨਾ, ਤੇਰਾ ਹਿਰਦਾ ਘਰ ਅੰਮ੍ਰਿਤਸਰ ਬਣ ਸਕਦਾ ਹੈ ਜੇ ਤੂੰ ਸਿਫਤੀ ਵਾਲਾ ਜੀਵਨ ਬਣਾਵੇਂ, ਰੱਬੀ ਗੁਣਾ ਵਾਲਾ ਜੀਵਨ ਬਣਾਏ। ਲੋਭ ਰੱਤ ਖਤਮ ਹੋ ਜਾਏਗੀ, ਲੋਭ ਰੱਤ ਵਿੱਚੋਂ ਜਾਏ। ਜਿਉਂ ਹੀ ਲੋਭ ਰੱਤ ਵਿੱਚੋਂ ਜਾਂਦੀ ਹੈ, ਉਹਨੂੰ ਅਸੀਂ ਜਿਹੜਾ ਸ਼ਬਦ ਪੜਿਆ ਸੀ ਨਾ, ਜਿਹਨੂੰ ਭਾਈ ਲਾਲੋ ਵਾਲਾ ਸ਼ਬਦ ਕਹਿੰਦੇ ਨੇ, ਸ਼ਰਮ ਧਰਮ ਦੋਇ ਛਾਪ ਖੁਲੋਏ ਕੂੜ ਫਿਰੇ ਪ੍ਰਧਾਨ ਵੇ ਲਾਲੋ, ਉਹਦੇ ਚ ਉਸ ਸ਼ਬਦ ਦੀ ਖੂਨ ਕੇ ਸੋਲੇ ਗਾਮੀਏ ਨਾਨਕ ਰਤ ਕੋ ਕੁੰਗੂ ਪਾਏ ਵੇ ਲਾਲੋ। ਅਸੀਂ ਆਪਣਾ ਖੂਨ ਸਾਫ਼ ਕਰਦੇ ਹਾਂ। ਉਹ ਸ਼ਬਦ ਡਾਇਲਿਸਿਸ ਕਰਨ ਬਾਰੇ ਹੈ, ਆਪਣੇ ਖੂਨ ਦੀ ਸਫਾਈ ਕਰਨ ਬਾਰੇ ਹੈ। ਜਦੋਂ ਖੂਨ ਸਾਫ਼ ਹੋ ਜਾਂਦਾ ਹੈ ਤਾਂ ਉਹਨੂੰ ਕਹਿੰਦੇ ਨੇ ਆਨ 8 ਤਰ੍ਹਾਂ ਜਾਨ 97, ਆਨ 78 ਜਾਨ 97, 78 और 97 नहीं है। और हिस्टोरिकल हिस्ट्री ਦਾ ਕਿਸੇ ਈਰਾ ਦਾ ਸ਼ਬਦ ਨਹੀਂ ਹੈ। ਗੁਰੂ ਸਾਹਿਬ ਨੇ ਸਾਰੀ ਹਿਸਟਰੀ ਵਰਤ ਕੇ ਬਲਕਿ ਸਾਨੂੰ ਅੰਦਰ ਦੀ ਗੱਲ ਸਮਝਾਈ ਹੈ। ਆਨ 8 ਤਰ੍ਹਾਂ 8 ਤਰ ਜਾਂਦਾ ਹੈ, ਨਵਾਂ ਜੀਵਨ ਬਣ ਜਾਂਦਾ ਹੈ ਜਦੋਂ ਕੰਟੈਮੀਨੇਟਿਡ ਬਲੱਡ ਲਾਹੌਰ ਦੀ ਲਾਲਚ ਵਾਲੇ ਪਾਸੋਂ ਸਿਫਤੀ ਦਾ ਘਰ ਬਣ ਜਾਂਦਾ ਨਾ। ਆਨ 8 ਤਰ੍ਹਾਂ ਜਾਨ 97 97 ਆ ਨਾ ਜਿਹੜਾ ਉਹ ਕੰਨਾ, ਉਹ ਅਨਵੈ ਬਣ ਜਾਂਦਾ। ਅਨਵੈ ਹੁੰਦਾ ਇਸ਼ਨਾਨ। ਸੱਚ ਦੇ ਸਰੋਵਰ ਵਿੱਚ ਇਸ਼ਨਾਨ ਕਰੋ, ਅੰਮ੍ਰਿਤਸਰ ਦੇ ਸਰੋਵਰ ਵਿੱਚ ਇਸ਼ਨਾਨ ਕਰੋ, ਭਾਵ ਰਾਮਦਾਸ ਸਰੋਵਰ ਵਿੱਚ ਇਸ਼ਨਾਨ ਕਰੋ, ਸਤ ਸੰਗਤ ਦੇ ਸਰੋਵਰ ਵਿੱਚ ਇਸ਼ਨਾਨ ਕਰੋ, ਗੁਰ ਦਰਿਆਓ ਦੇ ਸਰੋਵਰ ਵਿੱਚ ਇਸ਼ਨਾਨ ਕਰੋ। ਜਾਨ 7 ਅਨਵੈ ਹੋਰ ਵੀ ਉਠਸੀ, ਸਾਰੇ ਜਮ ਰੂਪੀ ਲਾਲਚ ਲੋਭ ਗਰੀਡ ਕੁੱਤੇ ਕੁੱਤੀਆਂ ਤ੍ਰਿਸ਼ਨਾ ਆਸ਼ਾ ਸਭ ਚਲੇ ਜਾਂਦੇ ਨੇ। ਹੋਰ ਵੀ ਉਠਸੀ ਮਰਦ ਕਾ ਚੇਲਾ। ਉਸ ਵੇਲੇ ਅਸੀਂ ਮਰਦ ਕਾ ਚੇਲਾ ਬਣਦੇ ਹਾਂ। ਅਸਲੀਅਤ ਤਾਂ ਮਰਦਾਨਗੀ ਆਂਦੀ ਹੈ ਜਦੋਂ ਮੈਂ ਆਪਣੇ ਅੰਦਰ ਦੇ ਲਾਹੌਰ ਸ਼ਹਿਰ ਜ਼ਹਿਰ ਕਹਿਰ ਦੀ ਕਰੂਐਲਿਟੀ ਬਾਰਬਰਿਕ ਐਕਸ਼ਨ ਦੇ ਬਦਲੇ ਅੰਮ੍ਰਿਤਸਰ ਸਿਫਤੀ ਦਾ ਘਰ ਬਣਾ ਲਵਾਂ। ਥੈਂਕ ਯੂ ਅਪਨੀਤ ਭੈਣ ਜੀ, ਭੁਪਿੰਦਰ ਵੀਰ ਜੀ, ਭੁਪਿੰਦਰ ਵੀਰ ਜੀ, ਜੀ ਵੀ ਜੀ, ਭੁਪਿੰਦਰ ਵੀਰ ਜੀ ਇੱਕ ਵਾਰ ਦੁਬਾਰਾ ਰਿਪੀਟ ਕਰ ਦਿਓ। ਆਨ 78 ਜਾਨ 97, ਆਨ 78 ਜਾਨ 97 ਹੋਰ ਵੀ ਉਠਸੀ ਮਰਦ ਕਾ ਚੇਲਾ। 78 ਦਾ ਅਸੀਂ ਤੋੜ ਕੇ ਉਹਨੂੰ ਸਮਝਾਂਗੇ 8 ਤਰ੍ਹਾਂ 8 ਤਰ੍ਹਾਂ। ਸਿੱਧ ਜੋਗੀ ਕਹਿੰਦੇ ਸਨ 8 ਤਾਂ ਸਵਰਦਾ, 8 ਹੁੰਦਾ ਮੇਰੀਆਂ 2 ਲੱਤਾਂ, 2 ਥਾਈਜ਼, 2 ਲੱਤਾਂ ਗੋਡੇ ਤੋਂ ਥੱਲੇ ਦੀਆਂ ਹੱਡੀਆਂ ਔਰ ਗੋਡੇ ਤੋਂ ਉੱਪਰ ਦੀਆਂ ਮੇਰੇ ਹਿਪਸ ਤੱਕ 2 ਥਾਈਜ਼ ਦੀਆਂ ਹੱਡੀਆਂ 4, ਮੇਰੀ ਛਾਤੀ ਦਾ ਸਕੈਲੇਟਨ 5,
ਐਵੇਂ ਦੋ ਬਾਹਾਂ ਦੀਆਂ ਹੱਡੀਆਂ 7 ਔਰ ਮੇਰੇ ਸਿਰ ਦਾ ਸਕਲ 8। ਸਿੱਧ ਜੋਗੀ ਸਮਝਦੇ ਸੀ ਇਹ 8 ਤਾਂ ਸਵਰਦਾ ਹੈ ਜੇ ਇਸ 8 ਨੂੰ ਤੁਸੀਂ ਅਲੋਮ ਵਿਲੋਮ ਕਰਕੇ ਸਵਾਸ ਰੋਕ ਕੇ ਇਹਨੂੰ ਆਕਸੀਜਨ ਅੰਦਰ ਪਹੁੰਚਾਓ। ਗੁਰੂ ਸਾਹਿਬ ਕਹਿੰਦੇ ਨੇ ਤੂੰ ਆਪਣੇ ਮਨ ਨੂੰ ਪਵਨ ਰੂਪੀ ਗੁਰੂ ਦੀ ਮੱਤ ਦੇ ਦੇ, ਤੇਰਾ 8 ਮਾਨੋ ਸਵਰ ਗਿਆ। 8 ਤਰੈ ਜਾਨ ਹੁੰਦਾ ਤੇਰੇ ਅਵਗੁਣ ਚਲੇ ਜਾਣਗੇ। 97 ਦਾ ਤੱਤੇ ਨੂੰ ਜਿਹੜਾ ਕੰਨਾ ਹੈ ਨਾ, ਸੰਧੀ ਵਿਛੇਦ ਕਰਨ ਵੇਲੇ ਉਹ ਕੰਨਾ ਐੜਾ ਬਣ ਜਾਂਦਾ ਹੈ। 7 ਅਨਵੈ ਹੁੰਦਾ ਇਸ਼ਨਾਨ। ਜਦੋਂ 7 ਦੇ ਸਰੋਵਰ ਵਿੱਚ ਇਸ਼ਨਾਨ ਕਰਦੇ ਹਾਂ, ਆਨ 8 ਤਰੈ ਨਵਾਂ ਜੀਵਨ ਬਣਦਾ। ਆਨ 8 ਤਰੈ 8 ਤਰਦਾ ਹੈ ਕਦੋਂ? ਜਾਨ ਜਦੋਂ ਅਵਗੁਣ ਛੱਡਦੇ ਆ ਸੱਚ ਦੇ ਸਰੋਵਰ ਵਿੱਚ ਇਸ਼ਨਾਨ ਕਰਕੇ, ਉਸ ਵੇਲੇ ਕਾਗੋ ਹੰਸ ਹੋ ਜਾਂਦੇ ਆ ਨਾ। ਅਸੀਂ ਕਾਂ ਮੁਰਦਾਰ ਖਾਂਦਾ ਹੈ, ਮੁਰਦਾਰ ਖਾਣਾ ਬਾਰਬਰਿਕ ਐਕਸ਼ਨ ਹੈ। ਬਾਰਬਰਿਕ ਐਕਸ਼ਨ ਬਾਬਰ ਨੇ ਕੀਤੇ ਸਨ। ਬਾਬਰ ਦੇ ਪ੍ਰਥਾਏ ਵਾਲੀ ਗੱਲ ਗੁਰੂ ਸਾਹਿਬ ਸਾਰੀ ਵਿਚਾਰ ਕੇ ਸਾਨੂੰ ਸਮਝਾਉਂਦੇ ਨੇ, ਤੂੰ ਬਾਰਬਰਿਕ ਐਕਸ਼ਨ ਕਰਦਾ ਹੈ, ਇਹ ਮੰਦੇ ਖਿਆਲ ਛੋੜ ਦੇ। 7 ਦੇ ਸਰੋਵਰ ਚ ਇਸ਼ਨਾਨ ਕਰ, ਆਪਣੇ ਕਾਗ ਨੂੰ ਬਗਲੇ ਨੂੰ ਹੰਸ ਬਣਾ। ਜਦੋਂ ਆਨ 8 ਤਰੈ ਜਾਨ 7 ਅਨਵੈ ਹੋਰ ਵੀ ਉਠਸੀ। ਹੋਰ ਮਤਲਬ ਜਮ ਰੂਪੀ ਮੱਤ ਗਈ। ਉਸ ਸ਼ਬਦ ਵਿੱਚ ਹੋਰ ਕੌਣ ਹੈ? ਜਮ ਲੋਭ ਰਤ, ਬਲੱਡ ਕੰਟੈਮੀਨੇਟਿਡ ਹੈ। ਕੰਟੈਮੀਨੇਟਿਡ ਬਲੱਡ ਦਾ ਡਾਇਲਿਸਿਸ ਕੀਤਾ। ਖੂਨ ਕੇ ਸੋਇਲੇ ਗਾਵੀਏ ਨਾਨਕ, ਰਤ ਕਾ ਕੁੰਗੂ ਪਾਏ ਵੇ ਲਾਲੋ। ਉਹ ਸਾਰਾ ਸ਼ਬਦ ਅਸੀਂ, ਉਹ ਚਾਰੋਂ ਸ਼ਬਦ ਅਸੀਂ ਆਪਣੇ ਤੇ ਟੁਕਾ ਕੇ ਸਮਝਣ ਦਾ ਯਤਨ ਕੀਤਾ ਸੀ। ਉਹ ਟੀਵੀ ਤੇ ਟੈਲੀਕਾਸਟ ਹੋ ਰਹੇ ਸਨ, ਕਿਸੇ ਕਾਰਨ ਉਹਨਾਂ ਨੂੰ ਰੋਕ ਦਿੱਤਾ ਗਿਆ। ਮੈਂ ਸੰਗਤਾਂ ਕੋਲੋਂ ਮਾਫੀ ਮੰਗਦਾ, ਮੈਨੂੰ ਨਹੀਂ ਪਤਾ ਵੀ ਕਿਉਂ ਰੋਕ ਦਿੱਤਾ ਗਿਆ ਉਹਨੂੰ। ਐਨੀਵੇਜ਼ ਅਸੀਂ ਉਸ ਦੇ ਬਾਰੇ ਪੁਸਤਕ ਵੀ ਸਾਂਝ ਕੀਤੀ ਹੈ, ਲਾਲੋ, ਅਤੇ ਇੱਕ ਪੁਸਤਕ ਸਾਂਝ ਕੀਤੀ ਹੈ ਅਰਦਾਸ। ਇਸ ਤਰੀਕੇ ਦੇ ਨਾਲ ਏਤੀ ਮਾਰ ਪਈ ਕਰਲਾਣੇ, ਇਹ ਪੁਸਤਕਾਂ ਵੀ ਅਸੀਂ ਸਾਂਝ ਕੀਤੀਆਂ ਨੇ। ਸੋ ਉਸ ਸ਼ਬਦ ਰਾਹੀਂ ਸਮਝ ਆਉਂਦਾ ਹੈ ਆਪਣਾ ਬਲੱਡ ਠੀਕ ਕਰ ਲੈ। ਲਾਹੌਰ ਵਾਲੀ, ਹੋਰ ਵਾਲੀ, ਲਵ ਲੋਭ ਹੰਕਾਰ ਵਾਲੀ ਕਰੂਐਲਿਟੀ ਜਿਹਦੇ ਨਾਲ ਤੈਨੂੰ ਆਂਦੀ ਹੈ, ਕੂੜ ਛੁਰਾ ਮੁੱਠਾ ਮੁਰਦਾਰ ਵਾਲਾ ਤੇਰਾ ਜੀਵਨ ਬਣ ਜਾਂਦਾ ਹੈ। ਧਾਨਕ ਰੂਪ ਰਹਾ ਕਰਤਾਰ, ਤੂੰ ਕਰੂਐਲ ਆਪਣਾ ਸਾਰਾ ਜੀਵਨ ਬਣਾ ਲੈਂਦਾ ਤੇਰਾ ਬਿਹੇਵੀਅਰ। ਤੁਸੀਂ ਦੇਖਿਆ ਲੋਕਾਂ ਕੋਲੋਂ, ਜਿਹੜੇ ਲੋਕੀ ਸਾਡੇ ਘਰਾਂ ਵਿਚਕਾਰ ਕ੍ਰੋਧ ਕਰਦੇ ਨੇ, ਲੋਕੀ ਉਹਨਾਂ ਕੋਲ ਕਿਵੇਂ ਡਰ ਕੇ ਰਹਿੰਦੇ ਨੇ। ਮੈਂ ਇੱਕ ਸੈਮੀਨਾਰ ਵਿੱਚ ਟਰੂ ਗੱਲ ਸਾਂਝ ਕੀਤੀ ਸੀ ਕਿ ਮੈਨੂੰ ਇੱਕ ਬੀਬੀ ਜੀ ਕਹਿੰਦੇ ਨੇ, ਮੇਰਾ ਸਰਦਾਰ ਜੀ ਸ਼ਾਮੀ 7 ਵਜੇ ਆਉਂਦੇ ਨੇ। ਮੈਂ ਕਿਹਾ ਫਿਰ ਕੀ ਹੋਇਆ? ਕਹਿੰਦੀ ਬੱਚੇ ਸਾਰੇ ਆਪੋ ਆਪਣਾ ਹੋਮਵਰਕ ਕਰਨਾ ਸ਼ੁਰੂ ਕਰ ਦਿੰਦੇ ਨੇ, ਮੈਂ ਔਰ ਮਾਤਾ ਜੀ ਅਸੀਂ ਕਿਚਨ ਵਿੱਚ ਸਬਜ਼ੀ ਬਣਾਉਣਾ ਸ਼ੁਰੂ ਕਰ ਦਿੰਦੇ, ਸਾਰੇ ਘਰ ਸन्नाटा ਛਾ ਜਾਂਦਾ ਹੈ ਕਿਉਂਕਿ ਉਹ ਗੁੱਸੇ ਨਾਲ ਅੰਦਰ ਵੜਦੇ ਨੇ। ਇਸ ਤਰ੍ਹਾਂ ਸਾਡੀ ਜਦੋਂ ਪਰਸਨੈਲਿਟੀ ਡਰਾਕਲ ਬਣ ਜਾਂਦੀ ਹੈ ਨਾ, ਲੋਕੀ ਸਾਡੇ ਕੋਲ ਥਰ ਕੰਬਦੇ ਨੇ। ਅਸੀਂ ਸੋਚਦੇ ਮੈਂ ਰਾਜ ਕਰ ਰਿਹਾ, ਨਹੀਂ, ਉਸ ਵੇਲੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਸੀ ਹੋ ਜਾਂਦੇ ਆ। ਇਹੀ ਤੇ ਲਾਹੌਰ ਸ਼ਹਿਰ ਦਾ ਸਾਡਾ ਜ਼ਹਿਰ ਕਹਿ ਰਿਹਾ ਹੈ। ਨਾ ਇਹ ਪਾਕਿਸਤਾਨ ਵਾਲੇ ਸਾਈਡ ਦੇ ਲਾਹੌਰ ਦੀ ਗੱਲ ਚੱਲ ਰਹੀ ਹੈ, ਨਾ ਇਹ ਪੰਜਾਬ ਦੇ ਅੰਮ੍ਰਿਤਸਰ ਦੀ ਗੱਲ ਚੱਲ ਰਹੀ ਹੈ, ਅੰਦਰ ਦੀ ਗੱਲ ਚੱਲ ਰਹੀ ਹੈ। ਇਹ ਅੰਮ੍ਰਿਤਸਰ ਬਣਾ, ਇਹਨੂੰ ਸਿਫਤੀ ਦਾ ਘਰ ਬਣਾ। ਹਾਂਜੀ हाँ जी वीर जी, आपने 98 ਤੇ 97 ਨੂੰ ਨਵਾਂ ਦ੍ਰਿਸ਼ਟਾਂਤ ਦੇ ਕੇ ਕੋਲਣਾ ਉਹ ਠੀਕ ਦੀ ਹੈ ਉਹ ਪਾਪਾ। ਇੱਕ ਮਿੰਟ ਯਾਰ ਰੁਕ ਜਾਓ। ਬਹੁਤ ਵਧੀਆ ਵੀਰ ਜੀ, ਬਹੁਤ 97 ਨੂੰ ਬਹੁਤ ਵਧੀਆ ਵਿਚਾਰ ਦਿੱਤਾ ਆਪਨੇ। ਹਰਪ੍ਰੀਤ ਸਿੰਘ ਵੀਰ ਜੀ ਕੁਝ ਹੈਂਡ ਰੇਸ ਕਰ ਰਹੇ ਸਨ। ਹਰਪ੍ਰੀਤ ਵੀਰ ਜੀ ਇੱਕ ਮਿੰਟ ਸ਼ਾਰਟ ਵਿੱਚ ਕੋਈ ਗੱਲ ਕਰਨੀ ਹੈ ਤੇ ਕਰ ਲਓ। ਹਰਪ੍ਰੀਤ ਸਿੰਘ ਵੀਰ ਜੀ। ਹਾਂਜੀ ਮੈਂ ਬਸ ਇੰਨੀ ਕੁਐਰੀ ਸੀਗੀ ਕਿ ਅਸੀਂ ਜਿਹੜਾ ਭੁਪਿੰਦਰ ਸਿੰਘ ਜੀ ਨੇ ਜਿਸ ਪੱਖੋਂ ਸਮਝਾਇਆ ਵੀਰ ਜੀ ਨੇ ਬਿਲਕੁਲ ਸਹੀ ਸਮਝਾਇਆ, ਜਿਹਦਾ ਅਸੀਂ ਹਰੇਕ ਚੀਜ਼ ਨੂੰ ਇੰਟਰਨਲ ਲੈ ਕੇ ਸਮਝਦੇ ਹਾਂ। ਫੈਕਟ ਹੈ ਕਿ ਅਸੀਂ ਸਾਨੂੰ ਉਹੀ ਸਮਝਣਾ ਹੈ, ਲੇਕਿਨ ਅਗਰ ਕੋਈ ਗੁਰੂ ਸਾਹਿਬ ਨੇ ਕੋਈ ਕਿਸੇ ਪਰਸਨੈਲਿਟੀ ਵਜੋਂ ਕੋਈ ਸਮਝਾਉਣ ਦੀ ਕੋਸ਼ਿਸ਼ ਕੀਤੀ ਹੋਏਗੀ ਤੇ ਅਸੀਂ ਉਹਨੂੰ ਕਿਸ ਤਰੀਕੇ ਨਾਲ ਡਿਫਰੈਂਸ਼ੀਏਟ ਕਰਾਂਗੇ? ਜਿੱਦਾਂ ਹੁਣ ਲਾਹੌਰ ਸ਼ਹਿਰ ਦੀ ਗੱਲ ਹੋ ਰਹੀ ਹੈ, ਅਗਰ ਉਹ ਸੇਮ ਕੁਐਸਚਨ ਫਰਮ ਮੀ ਐਂਡ ਮਾਈ ਫਾਦਰ, ਸੇਮ ਕੁਐਸਚਨ। ਹਾਂ, ਉਹਦੀ ਸਮਝਣ ਦੀ ਦੋਨੋਂ ਐਸਪੈਕਟ ਤੋਂ ਸਾਨੂੰ ਲੋੜ ਹੈਗੀ ਹੈ। ਮਤਲਬ ਅਗਰ ਕੁਝ ਉਹਨਾਂ ਨੇ ਪ੍ਰਮਾਣ ਰੱਖਿਆ ਹੈ ਤਾਂ ਕੁਝ
ਸਬਜੈਕਟਿਵ ਵੀ ਹੋਏਗਾ ਤੇ ਕੁਝ ਇੰਟਰਨਲ ਵੀ ਹੋਏਗਾ, ਇਸ ਕਰਕੇ ਮੈਂ ਕਿਉਂਕਿ ਵੀਰ ਜੀ ਹਰਪ੍ਰੀਤ ਵੀਰ ਜੀ ਇਸ ਸ਼ਬਦ ਨੂੰ ਨਾ ਤੁਸੀਂ ਸ਼ਾਰਟ ਵਿੱਚ ਮੈਂ ਸਲੋਲੀ ਪੜਿਓ, ਇੱਕ ਵਾਰੀ ਧਿਆਨ ਨਾਲ ਇਸੀ ਸ਼ਬਦ ਨੂੰ ਸਲੋਲੀ ਪੜਿਓ, ਜਿਵੇਂ ਲਾਹੌਰ, ਸ਼ਹਿਰ, ਜ਼ਹਿਰ, ਕਹਿਰ, ਸਵਾ, ਪਹਿਰ। ਹਾਂਜੀ ਵੀਰ ਜੀ ਹੁਣ ਸ਼ਬਦ ਦਾ ਅਰਥ ਅੰਦਰੂਨੀ ਕਿਵੇਂ ਲੋਗੇ ਵੀਰ ਜੀ? ਯੈਸ ਵੀਰ ਜੀ, ਜਿਹੜਾ ਸਵਾ ਪਹਿਰ ਵਾਲਾ ਨਾ ਮੈਂ ਜਿਹੜਾ ਮੈਸੇਜ ਸੈਂਡ ਕੀਤਾ ਨਾ ਸਾਰਿਆਂ ਵਿੱਚ, ਉਹਦੇ ਵਿੱਚ ਸਵਾ ਪਹਿਰ ਨੂੰ ਵੀ ਮੈਂ ਐਕਸਪਲੇਨ ਕੀਤਾ, ਤੁਸੀਂ ਧਿਆਨ ਦੇ ਨਾਲ ਪੜ੍ਹ ਲੈਣਾ, ਤੁਹਾਡਾ ਉਹ ਸਵਾ ਪਹਿਰ ਵੀ ਕਲੀਅਰ ਹੋ ਜਾਏਗਾ। ਉਹਦੇ ਤੁਸੀਂ ਧਿਆਨ ਨਾਲ ਪੜ੍ਹਨਾ, ਉਹਦੇ ਚ ਐਕਸਪਲੇਨ ਕੀਤਾ ਹੋਇਆ ਸ਼ਬਦ ਜੀ। ਨਹੀਂ ਮੈਸੇਜ ਕੀਤਾ, ਮੈਂ ਦੁਬਾਰਾ ਮੈਸੇਜ ਨਾ ਗਰੁੱਪ ਵਿੱਚ ਵੀ ਸਾਂਝ ਕਰਾਂਗਾ। ਵੀਰ ਜੀ ਉਹ ਅੱਧਾ ਆ ਰਿਹਾ ਤੁਸੀਂ ਵਿਚਾਰ ਕੀਤੀ ਹੈ ਅੰਦਰੂਨੀ ਭਾਵ ਤੋਂ ਐਗਰੀ ਹੈਗੇ ਆ, ਹਾਂ ਉਹ ਕੋਈ ਡਾਊਟ ਨਹੀਂ ਹੈਗਾ, ਉਸ ਤੋਂ ਕੋਈ ਡਾਊਟ ਨਹੀਂ ਹੈਗਾ ਸਾਨੂੰ, ਲੇਕਿਨ ਮਤਲਬ ਮੇਰਾ ਕਹਿਣ ਦਾ ਮਤਲਬ ਸੀਗਾ ਕਿ ਕੋਈ ਪਰਸਪੈਕਟਿਵ ਤੇ ਹੋ ਸਕਦਾ ਹੈ, ਮਤਲਬ ਇਤਿਹਾਸ ਦੀ ਕੋਈ ਸਾਖੀ ਵਜੋਂ ਵੀ ਅੱਗੇ ਰੱਖਿਆ ਗਿਆ ਹੋਵੇ ਤੇ ਉਹ ਪਰਸਪੈਕਟਿਵ ਵੀ ਸਾਨੂੰ ਥੋੜਾ ਜਿਹਾ ਖੋਣਾ, ਜਿੱਦਾਂ ਹੁਣ 78 ਦੀ ਗੱਲ ਹੋ ਰਹੀ ਹੈ, ਆਣ ਸਥਾਨ ਵਿੱਚ ਬਹੁਤ ਵਧੀਆ ਦੱਸਿਆ ਭੁਪਿੰਦਰ ਵੀਰ ਜੀ ਨੇ, ਲੇਕਿਨ ਕੁਝ ਨਾ ਕੁਝ ਹੋ ਸਕਦਾ ਹੈ, ਕੁਝ ਇਤਿਹਾਸਿਕ ਵੀ ਮਤ ਹੋਏ। that was perfectly okay Pete Viji, that was perfectly okay, but ਇਸ ਸ਼ਬਦ ਦੇ ਪਰਥਾਏ you can't take it internally only, you can't take it। ਚਲੋ no problem Viji। next question ਹਰਮਿੰਦਰ ਮਾਰਵਾ ਜੀ ਦਾ ਹੈਗਾ, it's open track Viji, we can understand everything, no problem। ਹਰਮਿੰਦਰ ਮਾਰਵਾ Viji। ਜਿੰਦਰ ਜੀ ਬਿੰਦਰੀ ਭੁਆਜੀ ਕੋਲ ਵੀ ਥੋੜੀ ਰਾਇ ਲੈ ਸਕਦੇ ਹੋ। ਅੱਛਾ ਜੀ ਭੁਪਿੰਦਰ ਵੀਰ ਜੀ ਬੋਲਣਾ ਚਾਹ ਰਹੇ ਹੋ ਜੀ? ਹਾਂਜੀ ਵੀਰ ਜੀ ਪਲੀਜ਼, ਉਹਨਾਂ ਦੀ ਆਡੀਓ ਔਨ ਹੈ ਪਲੀਜ਼। ਵੀਰ ਜੀ ਮੈਂ ਬਹੁਤ ਨਮਰਤਾ ਸਹਿਤ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਹਿਸਟਰੀ ਸਾਨੂੰ ਸਾਰਿਆਂ ਨੂੰ ਪਤਾ ਹੈ, ਹਿਸਟਰੀ ਨਾਲ ਕੋਈ ਮੁਨਕਰ ਨਹੀਂ ਹੈ, ਪਰ ਅਸੀਂ ਹਿਸਟਰੀ ਦੇ ਜਿਹੜੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਨੇ, ਜਿਵੇਂ ਕਿ ਬਾਬਰ ਬਾਣੀ ਬੜਾ ਪ੍ਰਚਲਿਤ ਹੈ, ਇਸ ਤਰ੍ਹਾਂ ਜਿਹੜੇ ਆਏ ਨੇ ਅਸੀਂ ਉਸ ਹਿਸਟਰੀ ਨੂੰ ਤਾਂ ਬਦਲ ਨਹੀਂ ਸਕਦੇ, ਉਹ ਵਾਪਰੀ ਹੈ, ਵਾਪਰੀ ਸੀ ਔਰ ਸਾਨੂੰ ਸਭ ਨੂੰ ਪਤਾ ਹੈ। ਲੇਕਿਨ ਜੇ ਸਿਰਫ ਹਿਸਟਰੀ ਨੂੰ ਯੂਨੀਵਰਸਿਟੀ ਦੇ ਅੰਦਰ ਪ੍ਰੋਫੈਸਰ ਟੀਚਰ ਸਟੂਡੈਂਟਸ ਨੂੰ ਪੜ੍ਹਾਏ ਤਾਂ ਉਹ ਰਹਿ ਜਾਂਦੀ ਹੈ ਸਿਰਫ ਹਿਸਟਰੀ ਦੀ ਕਲਾਸ। ਪਰ ਬਲਿਹਾਰ ਜਾਈਏ ਗੁਰੂ ਸਾਹਿਬ ਤੋਂ, ਜਿਨ੍ਹਾਂ ਨੇ ਉਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਕੰਪਾਈਲ ਕੀਤਾ ਹੈ ਸਬਜੈਕਟ ਵਾਈਜ਼। ਇਹ ਬਾਣੀ ਦੀ ਕੰਪਾਈਲੇਸ਼ਨ ਦਾ ਬੜਾ ਕੀਮਤੀ ਟੂਲ ਹੈ, ਬੜੀ ਕੀਮਤੀ ਫਾਊਂਡੇਸ਼ਨ ਹੈ। ਜਿੱਥੇ ਉਹ ਸ਼ਬਦ ਆਉਂਦੇ ਨੇ ਨਾ ਸਾਰੇ, ਉਹਨਾਂ ਸ਼ਬਦਾਂ ਵਿਚਕਾਰ ਸਭ ਤੋਂ ਪਹਿਲਾ ਸ਼ਬਦ ਰੱਖਿਆ ਗਿਆ ਨਾ, ਯਕ ਅਰਜ਼ ਗੁਫਤਮ ਪੇਸ਼ ਤੋਂ ਦਰਗੋਸ਼ ਕੁਨ ਕਰਤਾਰ, ਉਹਦੇ ਵਿਚਕਾਰ ਕਹਿੰਦੇ ਨੇ ਕਿ ਮਮਸਰ ਮੂਏ ਅਜ਼ਰਾਈਲ ਗਿਰਫਤ ਹੈ, ਮੇਰੇ ਸਿਰ ਦੇ ਵਾਲ ਜੰਮ ਨੇ ਪਕੜੇ ਹੋਏ ਨੇ। ਹੁਣ ਇੱਥੋਂ ਨਾ ਪੂਰੀ ਸਾਨੂੰ ਤੰਦ ਮਿਲਦੀ ਹੈ ਕਿ ਇਹਨੂੰ ਸਿਰਫ ਹਿਸਟਰੀ ਹੀ ਨਾ ਸਮਝ, ਇਹ ਤੈਨੂੰ ਅੱਜ ਸਮਝਾਉਣ ਵਾਸਤੇ ਤੂੰ ਇਹਦੇ ਤੋਂ ਜੀਵਨ ਸਮਝਣਾ ਹੈ। ਸਾਧ ਸੰਗਤ ਜੀ, ਜਦੋਂ ਅਸੀਂ ਸ਼ਬਦਾਂ ਦੇ ਅਰਥ ਆਪਣੇ ਤੇ ਟੁਕਾ ਕੇ ਆਪਣਾ ਅੰਦਰਲਾ ਠੀਕ ਕਰਦੇ ਆ ਨਾ, ਉਹਦੇ ਕਾਰਨ ਹੁਣ ਮੈਂ ਬਾਹਰ ਵਾਲੇ ਸਮਾਜ ਨੂੰ ਭਲਾ ਕਰ ਸਕਾਂਗਾ। ਜੇ ਮੈਂ ਆਪਣਾ ਅੰਦਰਲਾ ਠੀਕ ਨਹੀਂ ਨਾ ਕੀਤਾ ਤੇ ਬਾਹਰ ਵਾਲਾ ਬਣਿਆ ਬਣਾਇਆ ਹਜ਼ਾਰਾਂ ਸਾਲਾਂ ਤੋਂ ਮੈਰਿਜ ਇੰਸਟੀਟਿਊਸ਼ਨ ਤੋਂ ਲੈ ਕੇ ਬਰਾਦਰੀ ਤੋਂ ਲੈ ਕੇ ਸਿਵਲਾਈਜੇਸ਼ਨ ਤੋਂ ਲੈ ਕੇ ਇਨਸਾਨੀਅਤ ਦਾ ਜਿੰਨਾ ਕੁਝ ਬਣਿਆ ਹੈ ਨਾ ਅੰਪਾਇਰ, ਉਹ ਸਾਰੀ ਮੈਂ ਖਰਾਬ ਕਰ ਦਿਆਂਗਾ ਬਾਬਰ ਵਾਂਗੂ। ਜੇ ਅੱਜ ਮੈਂ ਪੌਂਟਾ ਸਾਹਿਬ ਮੈਨੂੰ ਪ੍ਰੋਗਰਾਮ ਕਰਨ ਦਾ ਚਾਂਸ ਮਿਲਿਆ ਤਾਂ ਉੱਥੇ ਮੈਂ ਬੇਨਤੀ ਕੀਤੀ, ਜਿਹੜਾ ਪਿਓ ਗੁੱਸੇ ਦੇ ਨਾਲ ਮਾਂ ਨੂੰ ਕਹਿ ਰਿਹਾ ਹੈ ਕਿ ਬਰਫ਼ ਲੈ ਕੇ ਆ ਤੇ ਤੂੰ ਬਾਰਬੇਕਿਊ ਕਰਕੇ ਲਿਆ, ਅਤੇ ਬੱਚੇ ਨੂੰ ਮਾਂ ਕਹਿ ਰਹੀ ਹੈ ਬੇਟਾ ਬਾਹਰ ਜਾ ਕੇ ਦੁਕਾਨ ਤੋਂ ਬਰਫ਼ ਖਰੀਦ ਕੇ ਲਿਆਓ ਔਰ ਪਾਪਾ ਨੂੰ ਗਲਾਸ ਵਿੱਚ ਪੈਗ ਬਣਾ ਕੇ ਦਿਓ, ਤਾਂ ਸਾਧ ਸੰਗਤ ਜੀ ਉਹ ਪਾਪਾ ਜੀ ਆਪਣੇ ਬੱਚਿਆਂ ਵਾਸਤੇ ਅੱਜ ਔਰੰਗਜ਼ੇਬ ਹੀ ਹਨ, ਕਿਉਂਕਿ ਉਹ ਆਪਣੇ ਬੱਚਿਆਂ ਦੇ ਗੋਡੇ ਛਿੱਲ ਕੇ ਉਹਨਾਂ ਨੂੰ ਜੀਂਦੇ ਜੀ ਦੀਵਾਰਾਂ ਵਿੱਚ ਚਿਣ ਰਹੇ ਹਨ। ਇਸ ਤਰ੍ਹਾਂ ਅਸੀਂ ਉਹ ਸ਼ਬਦਾਂ ਚੋਂ ਆਪਣੇ ਜੀਵਨ ਨੂੰ ਉੱਚਾ ਕਰਨ ਵਾਸਤੇ ਮਿਸਾਲ ਲੈ ਸਕਦੇ ਹਾਂ। ਬਾਹਰਲਾ ਤੇ ਝੁਠਲਾ ਹੀ ਨਹੀਂ ਸਕਦੇ, ਹਿਸਟਰੀ ਤੇ ਵਾਪਰੀ ਹੀ ਹੈ। ਮੈਂ ਉਹੀ ਕਹਿ ਰਿਹਾ ਸੀਗਾ ਕਿ ਬਾਹਰਲਾ ਝੁਠਲਾ ਨਹੀਂ ਸਕਦੇ, ਲੇਕਿਨ ਘੱਟੋ ਘੱਟ ਜਦ ਅਸੀਂ ਐਕਸਪਲੇਨੇਸ਼ਨ ਲੈ ਰਹੇ ਹਾਂ ਜਾਂ ਦੇ ਰਹੇ ਹਾਂ, ਮਤਲਬ ਰਿਕੁਐਸਟ ਹੈ
ਹਰਪ੍ਰੀਤ ਵੀਰ ਜੀ ਵੌਇਸ ਲੋ ਆ ਰਹੀ ਹੈ ਤੁਹਾਡੀ। ਹਰਪ੍ਰੀਤ ਵੀਰ ਮੈਂ ਜੀ ਮੇਰਾ ਕਹਿਣ ਦਾ ਸੀਗਾ ਕਿ ਮਤਲਬ ਅਗਰ ਅਸੀਂ ਉਸ ਐਸਪੈਕਟ ਤੋਂ ਅਗਰ ਕੁਝ ਸ਼ਬਦ ਨੂੰ ਸਮਝ ਰਹੇ ਹਾਂ ਤੇ ਹਿਸਟੋਰੀਕਲ ਐਸਪੈਕਟ ਅਗਰ ਆ ਰਿਹਾ ਹੈ, ਇਫ ਐਵਰ ਅਗਰ ਉਹ ਆ ਰਿਹਾ ਹੈ ਤੇ ਸਾਨੂੰ ਉਸ ਐਸਪੈਕਟ ਤੋਂ ਵੀ ਥੋੜਾ ਜਿਹਾ ਸਮਝ ਲੈਣਾ ਚਾਹੀਦਾ। ਨੋ ਡਾਊਟ ਕਿ ਜੀ ਇੰਟਰਨਲ ਨਹੀਂ ਸਮਝਣਾ ਚਾਹੀਦਾ। ਜੀ 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 ਹਰਪ੍ਰੀਤ ਵੀਰ ਜੀ, ਮੈਂ ਜਿਹੜਾ ਡਿਸਕਸ਼ਨ ਚੱਲ ਰਹੀ ਹੈ ਨਾ, ਇਹਦੇ ਦੋਨੋਂ ਪਰਸਪੈਕਟਿਵ ਸਾਂਝ ਪਾਣਾ ਚਾਹ ਰਿਹਾ। ਇੱਕ ਜੀ ਪਰਸਪੈਕਟਿਵ ਜਿਹੜੀ ਆਪ ਜੀ ਨੇ ਹਰਪ੍ਰੀਤ ਵੀਰ ਜੀ ਜ਼ਿਕਰ ਕੀਤਾ ਹੈ ਕਿ ਕੁਝ ਨਾ ਕੁਝ ਸਬਜੈਕਟਿਵ ਵੀ ਹੈ, ਬਿਲਕੁਲ ਸਬਜੈਕਟਿਵ ਨੂੰ ਦੇਖ ਕੇ ਹੀ ਗੁਰੂ ਸਾਹਿਬ ਨੇ ਜ਼ਿਕਰ ਕੀਤਾ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਜਿਸ ਤਰ੍ਹਾਂ ਕਈ ਥਾਵਾਂ ਤੇ ਸ਼ਰਾਬ ਬਣਾਉਣ ਦਾ ਵੀ ਜ਼ਿਕਰ ਆਉਂਦਾ ਹੈ, ਉੱਥੇ ਸ਼ਰਾਬ ਬਣਾਉਣ ਦੀ ਵਿਧੀ ਨੂੰ ਦੇਖ ਕੇ ਗੁਰੂ ਸਾਹਿਬ ਅੰਦਰ ਜਿਹੜੀ ਹੈ ਸੱਚ ਦੀ ਨਾਮ ਦੇ ਨਾਲ ਨਾਮ ਦਾ ਰਸ ਕਿਸ ਤਰ੍ਹਾਂ ਪੈਦਾ ਕੀਤਾ ਜਾ ਸਕਦਾ ਹੈ, ਸਬਜੈਕਟਿਵ ਉਹ ਬਾਹਰੋਂ ਲੈ ਰਹੇ ਹਨ ਲੇਕਿਨ ਅੰਦਰ ਦੀ ਕਿਸ ਤਰ੍ਹਾਂ ਖੇਡ ਬੰਨੇ ਉੱਤੇ ਜ਼ਿਕਰ ਕਰ ਰਹੇ ਹਨ। ਜਾਂ ਭਗਤ ਕਬੀਰ ਜੀ ਕੱਪੜਾ ਬੁਣਨ ਦੀ ਜਦੋਂ ਜ਼ਿਕਰ ਕਰਦੇ ਹਨ, ਉਹਨਾਂ ਨੂੰ ਮਸ਼ੀਨ ਦੀ ਵੱਖ-ਵੱਖ ਪੁਰਜਿਆਂ ਦਾ ਨਾਮ ਲੈ ਕੇ ਜ਼ਿਕਰ ਕਰਦੇ ਹਨ, ਉੱਥੇ ਸਬਜੈਕਟਿਵ ਨੂੰ ਦੇਖ ਕੇ ਉਹਨਾਂ ਨੇ ਅੰਦਰ ਕਿਸ ਤਰ੍ਹਾਂ ਰਸ ਲੈਣਾ ਉਹਦਾ ਜ਼ਿਕਰ ਕੀਤਾ ਹੈ। ਪਰ ਹੁਣ ਦੂਜਾ ਦ੍ਰਿਸ਼ਟਾਂਤ ਅਸੀਂ ਇਹਦਾ ਇਹ ਲੈਣਾ ਕਰੀਏ ਨਾ, ਜਿਸ ਪਰਸਪੈਕਟਿਵ ਤੋਂ ਭੁਪਿੰਦਰ ਵੀਰ ਜੀ ਜਾਂ ਸੁਖਵਿੰਦਰ ਵੀਰ ਜੀ ਜ਼ਿਕਰ ਕਰ ਰਹੇ ਹਨ, ਮੈਂ ਹੁਣ ਉਸ ਪਰਸਪੈਕਟਿਵ ਦੀ ਵੀ ਜ਼ਿਕਰ ਨਾਲ ਸਾਂਝ ਪਾਣਾ ਕਰ ਰਿਹਾ। ਹੋ ਸਕਦਾ ਹੈ 1000 ਸਾਲ ਦੇ ਬਾਅਦ ਸ਼ਾਇਦ ਲਾਹੌਰ ਸ਼ਹਿਰ ਕੋਈ ਜਾਣਦਾ ਵੀ ਨਾ ਹੋਵੇ, ਪਤਾ ਨਹੀਂ ਉਹ ਸ਼ਹਿਰ ਦਾ ਜ਼ਿਕਰ ਕਦੀ ਦੇ ਸ਼ਹਿਰਾਂ ਦਾ ਨਾਮ ਪਤਾ ਹੀ ਨਹੀਂ ਹੈ ਕਿ ਹੋ ਸਕਦਾ ਹੈ ਸ਼ਰਾਬ ਬਣਾਉਣ ਦੀ ਵਿਧੀ ਜਿਹੜੀ ਹੈ ਹੁਣ ਬਦਲ ਚੁੱਕੀ ਹੈ। ਜਿਹੜੀ ਵਿਧੀ ਉਸ ਸਮੇਂ ਗੁਰੂ ਸਾਹਿਬ ਨੇ ਤੱਕੀ, ਉਹ ਵਿਧੀ ਹੁਣ ਬਦਲ ਚੁੱਕੀ ਹੈ। ਆਉਣ ਵਾਲੇ ਸਮੇਂ ਵਿੱਚ ਕਿਸੇ ਦੀ ਜ਼ਹਿਨ ਵਿੱਚ ਨਾ ਆਏ ਕਿ ਕਦੀ ਇਸ ਤਰ੍ਹਾਂ ਵੀ ਬਣਦੀ ਸੀ, ਲੇਕਿਨ ਮਨ ਦੀ ਜਿਹੜੀ ਖੇਡ ਸਵਰਨੀ ਹੈ ਨਾ, ਉਹ ਇਸੇ ਤਰੀਕੇ ਨਾਲ ਸਵਰਨੀ ਹੈ ਜਿਸ ਤਰੀਕੇ ਦੇ ਨਾਲ ਗੁਰੂ ਸਾਹਿਬ ਸਾਡੇ ਮਨ ਨੂੰ ਸਵਾਰਨਾ ਕਰ ਰਹੇ ਹਨ। ਮਨ ਦੇ ਅੰਦਰ ਮੈਲ ਸਦੀਵ ਰਹਿਣੀ ਹੈ, 10,000 ਸਾਲ ਦੇ ਬਾਅਦ, 10 ਲੱਖ ਸਾਲ ਦੇ ਬਾਅਦ ਵੀ ਮਨ ਦੀ ਖੇਡ ਉਸੇ ਤਰੀਕੇ ਦੇ ਨਾਲ ਚੱਲਦੀ ਰਹਿਣੀ ਹੈ। ਆਉਣ ਵਾਲੇ ਸਮੇਂ ਵਿੱਚ ਵੀ ਤੇ ਸਵਰਨ ਦਾ ਤਰੀਕਾ ਗੁਰੂ ਸਾਹਿਬ ਨੇ ਸ਼ਬਦ ਵਿੱਚ ਬਣਾ ਦਿੱਤਾ ਹੈ। ਇਹਦੇ ਵਿੱਚ ਬਿਲਕੁਲ ਸਬਜੈਕਟਿਵ ਤੋਂ ਇਨਕਾਰੀ ਨਹੀਂ ਹੋਣਾ ਚਾਹੀਦਾ, ਬਿਲਕੁਲ ਠੀਕ ਗੱਲ ਹੈ, ਲੇਕਿਨ ਸਬਜੈਕਟਿਵ ਸਦੀਵ ਨਹੀਂ ਰਹਿਣ ਵਾਲਾ। ਤੇ ਜਿਹੜਾ ਅੰਦਰ ਦਾ ਮੇਨ ਤਾਂ ਅਸੀਂ ਉਹਨੂੰ ਖੇਡ ਕਹਿ ਲਈਏ, ਆਬਜੈਕਟਿਵ ਕਹਿ ਲਈਏ, ਅੰਦਰ ਦੀ ਖੇਡ ਜਿਹੜੀ ਬਣਨੀ ਹੈ ਉਹ ਸ਼ਬਦ ਦੇ ਰਾਹੀਂ ਬਣਨੀ ਹੈ। ਜੀ ਬਾਬੂ ਮੱਕਨ ਜੀ ਕੁਝ ਕਹਿਣਾ ਚਾਹ ਰਹੇ ਨੇ। ਸਤਬੀਰ ਵੀਰ ਜੀ ਜੀ ਸੁਖਵਿੰਦਰ ਵੀਰ ਜੀ, ਸਤਬੀਰ ਵੀਰ ਜੀ ਇੱਥੇ ਵੀ ਦੇਖੋ ਨਾ, ਜਿਹੜਾ ਘਰ ਦਾ ਲਫ਼ਜ਼ ਸਤਿਗੁਰੂ ਜੀ ਯੂਜ਼ ਕਰ ਰਹੇ ਇਹਦੇ ਵਿੱਚ, ਸਿਫਤੀ ਦਾ ਘਰ, ਇਹ ਘਰ ਕਿਹੜਾ ਹੋ ਗਿਆ ਜਿਸ ਨੂੰ ਗੁਰਬਾਣੀ ਆਖਦੀ ਨਾ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਕਰੇ, ਹਨਾ। ਮਨ ਆਪਣੇ ਪ੍ਰੀਤਮ ਨੂੰ ਕਹਿ ਰਿਹਾ ਹੈ। ਸਾਡਾ ਦੇਖੋ, ਸਾਡਾ ਪ੍ਰੀਤਮ ਕੌਣ ਹੈ? ਸਤਿਗੁਰੂ ਕੌਣ ਹੈ? ਗੁਰਬਾਣੀ ਸ਼ਬਦ ਦੇ ਵਿੱਚ ਕੀ ਲਿਖਿਆ ਹੋਇਆ? ਸਤਿਗੁਰੂ ਦੀ ਸਿੱਖਿਆਵਾਂ। ਸਤਿਗੁਰੂ ਦੀ ਸਿੱਖਿਆਵਾਂ ਦੀ ਮਨ ਨਹੀਂ ਨਾ ਸਿਫਤਾਂ ਕਰਦਾ ਸੀ ਪਹਿਲਾਂ। ਮਨ ਦੇ ਘਰ 'ਚ ਸਤਿਗੁਰੂ ਦੀ ਸਿੱਖਿਆਵਾਂ ਦੀ ਅਣਹੋਂਦ ਸੀ। ਮਨ ਸਤਿਗੁਰੂ ਦੇ ਭਾਣੇ ਵਿੱਚ ਨਹੀਂ ਚੱਲਦਾ ਸੀ, ਪਾਪ ਸਤਿਗੁਰੂ ਦੀ ਸਿੱਖਿਆਵਾਂ ਦੇ ਵਿੱਚ ਨਹੀਂ ਜੀ ਰਿਹਾ ਸੀ। ਤੇ ਮਨ ਦੇ ਅੰਦਰ ਘਰ ਦੇ ਵਿੱਚ ਕੀ ਸੀ? ਜ਼ਹਿਰ, ਬਿਖ, ਦੁਰਮਤ, ਜਮ, ਇਸ ਨੂੰ ਤੁਸੀਂ ਕਿਸ ਵੀ ਬੋਲ ਸਕਦੇ ਹੋ। ਗੁਰਮਤ ਤੋਂ ਉਲਟ ਜੋ ਵੀ ਸਤਿਗੁਰੂ ਦੀ ਸਿੱਖਿਆਵਾਂ। ਹੁਣ ਜਿਹੜਾ ਉਹ ਘਰ ਦੇ ਵਿੱਚ ਜਿਸ ਨੂੰ ਗੁਰਬਾਣੀ ਸੱਚਖੰਡ ਵਾਲਾ ਵੀ ਨਾਮ ਵਰਤਦੀ ਹੈ ਨਾ, ਉਸੇ ਨੇ ਉਰੇ ਸਿਫਤੀ ਦਾ ਘਰ ਕਹਿੰਦੇ। ਹੁਣ ਇਹਦੇ ਘਰ ਦੇ ਵਿੱਚ ਸਿਫਤਾਂ ਦਾ ਨਿਵਾਸ ਹੋ ਗਿਆ। ਇਹਦਾ ਘਰ ਹੁਣ ਅੰਮ੍ਰਿਤਸਰ ਬਣ ਗਿਆ ਹੈ। ਲਾਹੌਰ ਸ਼ਹਿਰ ਦੇ ਵਿੱਚ ਕਹਿੰਦੇ ਕਹਿਰ ਵਾਪਰ ਰਿਹਾ ਸੀ ਪਹਿਲੇ ਇਹਦੇ, ਲਾਹੌਰ ਸ਼ਹਿਰ, ਹੁਣ ਕਹਿੰਦੇ ਲਾਹੌਰ ਸ਼ਹਿਰ ਇਹਦਾ ਹੁਣ ਅੰਮ੍ਰਿਤਸਰ ਹੋ ਗਿਆ, ਟਰਾਂਸਫੋਰਮੇਸ਼ਨ ਹੋ ਗਈ ਹੈ। ਪਹਿਲਾਂ ਇਹ ਹੁਣ ਸ਼ਿਵਕੀਪੁਰੀ ਹੋ ਗਿਆ। ਹੁਣ ਕਿਉਂ? ਹੁਣ ਇੱਥੇ ਸਿਫਤਾਂ ਦੀ ਸਰਕਾਰ ਚੱਲ ਰਹੀ ਹੈ। ਹੁਣ ਇਹਦੇ ਅੰਦਰ ਸਿਫਤਾਂ ਦਾ ਨਿਵਾਸਾ ਹੋ ਚੁੱਕਾ ਹੈ। ਸਿਫਤੀ ਦਾ ਘਰ ਜਿੱਥੇ ਕਹਿ ਰਹੇ ਹੋ, ਇਹਦੇ ਘਰ ਦੇ ਵਿੱਚ ਸਿਫਤਾਂ ਦਾ ਨਿਵਾਸਾ ਰਿਹਾ ਹੋ ਗਿਆ। ਉਹ ਸਤਿਗੁਰੂ ਜੀ ਸਾਨੂੰ ਉਹੀ ਗੱਲ ਜਿਹੜੀ ਨਾ, ਜਦੋਂ ਸਤਿਗੁਰੂ ਜੀ ਆਖਦੇ ਨੇ ਉਹ ਵਾਲਾ ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖਿਆ ਨਦਨ, ਤਿੱਥੈ ਖੰਡ ਮੰਡਲ ਵਰਪਾਣ, ਜੇ ਕੋ ਕਥੈ ਤਾਂ ਤੱਕ ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ। ਇਹ ਉਹੀ ਵਾਲੀ ਗੱਲ ਚੱਲ ਰਹੀ ਹੈ। ਸਤਿਗੁਰੂ ਜੀ ਨੇ ਲਫ਼ਜ਼ ਦੂਸਰੇ ਯੂਜ਼ ਕਰ ਰਹੇ ਨੇ ਇੱਥੇ। ਹੁਣ ਸ਼ਹਿਰ ਦੇ ਵਿੱਚ ਪਾਪ, ਇੱਥੇ ਹੁਣ ਮਨ ਵੀ ਹੋ ਗਿਆ ਤੇ ਤਨ ਦੇ ਇੰਦਰੇ ਵੀ ਸਾਰੇ ਸਿਫਤਾਂ ਨਾਲ ਟਿਊਨਡ ਹੋ ਚੁੱਕੇ ਨੇ। ਪੂਰਾ ਸ਼ਹਿਰ ਸਿਫਤ ਕਰ ਰਿਹਾ ਹੈ। ਲੇਕਿਨ ਅਦਰਵਾਈਜ਼ ਅਗਰ ਜੇ ਅਸੀਂ ਬਾਹਰਲੀ ਸ਼ਹਿਰ ਦੀ ਗੱਲ ਕਰਾਂਗੇ ਵੀ ਜੀ, ਕਿਸੇ ਇੱਕ ਬੰਦੇ ਦੇ ਠੀਕ ਹੁੰਦੇ ਨਾਲ ਸ਼ਹਿਰ ਨਹੀਂ ਠੀਕ ਹੁੰਦੇ। ਕਿਸੇ ਇੱਕ ਬੰਦਾ ਚਾਹੇ ਕੋਈ ਅੰਮ੍ਰਿਤਸਰ ਵਿੱਚ ਵੀ ਰਹਿੰਦਾ ਹੋਵੇ, ਚਾਹੇ ਕੋਈ ਲਾਹੌਰ ਸ਼ਹਿਰ ਵਿੱਚ ਵੀ ਰਹਿੰਦਾ, ਅਗਰ ਉਹ ਖਰਾਬ ਹੈ ਤਾਂ ਲਾਹੌਰ ਸ਼ਹਿਰ ਖਰਾਬ ਨਹੀਂ ਹੋਏਗਾ ਇੱਕ ਦੇ ਨਾਲ। ਅਗਰ ਕੋਈ ਅੰਮ੍ਰਿਤਸਰ ਰਹਿ ਕੇ ਵੀ ਬੁਰੇ ਕਰਮ ਕਰਦਾ ਤਾਂ ਅੰਮ੍ਰਿਤਸਰ ਪੂਰਾ ਸ਼ਹਿਰ ਨਹੀਂ ਖਰਾਬ ਹੋਏਗਾ। ਨਾ ਹੀ ਕਿਸੇ ਦੇ ਨਾਲ ਚੰਗਾ ਬਣਨ ਨਾਲ ਇੱਕ ਸ਼ਹਿਰ ਬੰਦੇ ਨਾਲ ਪੂਰਾ ਸ਼ਹਿਰ ਅੰਮ੍ਰਿਤਸਰ ਬਣਦਾ ਹੈ। ਲੇਕਿਨ ਅੰਦਰ ਦੀ ਗੱਲ ਹੈ। ਤੁਹਾਡੀ ਆਡੀਓ ਆਫ ਹੋ ਗਈ ਹੈ। ਅੰਦਰ ਦਾ ਮਨ ਵੀ ਤੇ ਅੰਦਰ ਦਾ ਤਨ ਵੀ ਹੁਣ ਸਾਰੇ ਸਿਫਤਾਂ ਦੇ ਨਾਲ ਲੱਤੇ ਗਏ। ਇਸ ਨੂੰ ਅੰਮ੍ਰਿਤਸਰ ਕਹਿੰਦੇ ਨੇ।
ਅਸੀਂ ਇਹ ਅੰਮ੍ਰਿਤਸਰ ਬਣਾਉਣਾ ਹੈ ਆਪਣੇ ਅੰਦਰ। ਇਹ ਅੰਮ੍ਰਿਤਸਰ ਜਿਸ ਨੂੰ ਕਹਿੰਦੇ ਸੌਰੀ, ਜਿਸ ਦੀ ਤੁਸੀਂ ਵਿਚਾਰ ਕਰ ਰਹੇ ਹੋ ਇਸ ਪੱਖੋਂ ਸਾਨੂੰ 1% ਵੀ ਡਾਊਟ ਨਹੀਂ ਹੈ, 1% ਵੀ। ਲੇਕਿਨ ਅਸੀਂ ਉਸ ਪੱਖੋਂ ਔਰ ਇਸ ਪੱਖੋਂ ਦੋਨੋਂ ਦੀ ਗੱਲ ਕਰ ਰਹੇ ਹਾਂ ਵੀ ਜੀ, ਤੁਸੀਂ ਉਸ ਪੱਖੋਂ ਨੂੰ ਡਿਕਲਾਈਨ ਨਹੀਂ ਕਰ ਸਕਦੇ। ਅਸੀਂ ਇਹ ਬੇਨਤੀ ਕਰ ਰਹੇ ਹਾਂ ਬਸ, ਤੁਸੀਂ ਜਿਸ ਭਾਵ ਅਰਥ ਸਮਝਾਉਣਾ ਚਾਹ ਰਹੇ ਹੋ ਪਰਫੈਕਟਲੀ 100%। ਅਸੀਂ ਡਿਕਲਾਈਨ ਨਹੀਂ ਕਰ ਸਕਦੇ, ਗੁਰਬਾਣੀ ਡਿਕਲਾਈਨ ਨਹੀਂ ਕਰ ਸਕਦੀ। ਗੁਰਬਾਣੀ ਨੇ ਹਰ ਚੀਜ਼ ਦੀ ਆਪਣੀ ਡੈਫੀਨੇਸ਼ਨ ਦਿੱਤੀ ਹੈ। ਗੁਰਬਾਣੀ ਦੀ ਡੈਫੀਨੇਸ਼ਨ ਹੈ, ਕਹਿੰਦੇ ਅੰਮ੍ਰਿਤਸਰ ਸਤਿਗੁਰ ਸਤਵਾਦੀ। ਗੁਰਬਾਣੀ ਦੀ ਡੈਫੀਨੇਸ਼ਨ ਹੈ ਅੰਮ੍ਰਿਤਸਰ ਇਜ਼ ਇਕੁਅਲ ਟੂ ਸਤਿਗੁਰ, ਅੰਮ੍ਰਿਤਸਰ ਇਜ਼ ਇਕੁਅਲ ਟੂ ਸਿਫਤੀਨ ਦਾ ਘਰ। ਇਹ ਗੁਰਬਾਣੀ ਇੱਥੇ ਡੈਫੀਨੇਸ਼ਨ ਦੇ ਰਹੀ ਹੈ। ਲਾਹੌਰ ਸ਼ਹਿਰ ਇਜ਼ ਇਕੁਅਲ ਟੂ ਜ਼ਹਿਰ, ਇਹ ਗੁਰਬਾਣੀ ਦੀ ਡੈਫੀਨੇਸ਼ਨ ਹੈ। ਗੁਰਬਾਣੀ ਜਦੋਂ ਲਾਹੌਰ ਸ਼ਹਿਰ ਦੀ ਗੱਲ ਕਰੇਗੀ, ਅਸੀਂ ਕਵਾਂਗੇ ਜਦੋਂ ਸਾਡੇ ਅੰਦਰ ਬਿਖ ਵਰਤਦਾ ਹੈ, ਜਦੋਂ ਸਾਡੇ ਅੰਦਰ ਦੁਰਮਤ ਨਿਵਾਸ ਕਰਦੀ ਹੈ, ਉਸ ਅਵਸਥਾ ਨੂੰ ਸਤਿਗੁਰੂ ਜੀ ਲਾਹੌਰ ਸ਼ਹਿਰ ਕਰਦੇ। ਉਦੋਂ ਸਾਡੇ ਤਨ ਨੂੰ, ਸਾਡੇ ਅੰਦਰਲੀ ਕਾਇਆ ਨਗਰ ਨੂੰ ਲਾਹੌਰ ਸ਼ਹਿਰ ਕਰਦੀ ਹੈ। ਡੈਫੀਨੇਸ਼ਨ ਸਤਿਗੁਰੂ ਜੀ ਸਾਂਝ ਕਰ ਰਹੇ ਸਾਡੇ ਨਾਲ, ਤਾਂ ਕਿ ਬਾਕੀ ਕਿਤੇ ਵੀ ਇਹ ਲਫ਼ਜ਼ ਆਉਣ ਤਾਂ ਅਸੀਂ ਉਹ ਡੈਫੀਨੇਸ਼ਨ ਯੂਜ਼ ਕਰਕੇ ਉਹਦੇ ਅਰਥ ਕਰ ਸਕੀਏ। ਹਾਂਜੀ ਜੀ ਸਤਬੀਰ ਜੀ। ਲਾਹੌਰ ਸ਼ਹਿਰ ਕਹਿੰਦੇ ਆ ਜਿਹੜਾ ਲਾਹੌਰ ਸ਼ਹਿਰ ਵਿੱਚ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਵੀ ਤਾਂ ਹੋਇਆ ਨਾ, ਤੇ ਉਹ ਵੀ ਪਵਿੱਤਰ ਜਗ੍ਹਾ ਵੀ ਮੰਨੀ ਜਾ ਸਕਦੀ ਹੈ। ਜ਼ਹਿਰ ਕਹਿ ਵੀਰ ਜੀ ਜਾਂ ਉਹ ਹਿਸਟਰੀ ਦਾ ਪੱਖ ਮੈਂ ਤੁਹਾਨੂੰ ਪਹਿਲੇ ਹੀ ਕਿਹਾ ਸੀਗਾ ਅੰਕਲ, ਵੀ ਵਿਲ ਡਿਸਕਸ। ਇੱਕ ਮਿੰਟ, ਅਵਨੀਤ ਭੈਣ ਜੀ ਕੁਝ ਕਹਿਣਾ ਚਾਹੁੰਦੇ ਨੇ, ਪਲੀਜ਼। ਅਵਨੀਤ ਭੈਣ ਜੀ ਆਪਣੀ ਆਡੀਓ ਔਨ ਕਰ ਲਓ। जी वीर जी, वाहिगुरु जी का खालसा, वाहिगुरु जी की फतेह। अगर शब्द दी सांझ क्लीयर हो गई होए सारिਆਂ ਨੂੰ, ਤੇ ਇੱਕ ਕਨਸੈਪਟ ਹੋਰ ਕਲੀਅਰ ਕਰਨਾ ਹੈਗਾ, ਜਿੱਥੇ ਅਸੀਂ ਗੁਰਬਾਣੀ ਦੇ ਸਾਰੇ ਕਨਸੈਪਟਸ ਨੂੰ ਇੰਨੀ ਅੱਛੀ ਤਰ੍ਹਾਂ ਸਮਝ ਰਹੇ ਹੈਗੇ ਆ। ਤੇ ਪਰਮਜੀਤ ਵੀਰ ਜੀ ਨੇ ਇੱਕ ਚੀਜ਼ ਕਹੀ ਸੀ ਇਹ ਸਵਾਲ ਪੁੱਛਣ ਵੇਲੇ ਕਿ ਕੱਲ ਗੁਰਪੁਰਬ ਵੀ ਸੀਗਾ, ਤੇ ਬੋਤਾਨ ਗਿਣਤੀ ਸਾਡੀ ਕਮਿਊਨਿਟੀ ਨੇ ਕੱਲ ਬਹੁਤ ਮੈਸੇजेस ਵੀ ਸ਼ੇਅਰ ਕੀਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਪੁਰਬ ਬਾਰੇ। ਤੇ ਇਸ ਚੀਜ਼ ਨੂੰ ਮੈਂ ਥੋੜਾ ਕਲੀਅਰ ਕਰਨਾ ਚਾਹੁੰਦੀ ਹਾਂ, ਕਿਉਂਕਿ ਇਹਦੇ ਪਿੱਛੇ ਜਿਹੜੇ ਸਾਡੇ ਨਾਨਕਸ਼ਾਹੀ ਕੈਲੰਡਰ ਦੇ ਕ੍ਰੀਏਟਰ ਹੈਗੇ ਸਰਦਾਰ ਪਾਲ ਸਿੰਘ ਪੂਰੇਵਾਲ ਜੀ, ਉਹਨਾਂ ਨੇ ਆਪਣੀ ਜ਼ਿੰਦਗੀ ਦਾ ਬਹੁਤਾਨ ਸਮਾਂ ਇਸ ਚੀਜ਼ ਨੂੰ ਡੈਡੀਕੇਟ ਕਰਕੇ ਕੌਮ ਨੂੰ ਇੱਕ ਨਾਨਕਸ਼ਾਹੀ ਕੈਲੰਡਰ ਦਾ ਗਿਫਟ ਦਿੱਤਾ ਹੈਗਾ। ਲੇਕਿਨ ਕੁਝ ਪੋਲਿਟਿਕਸ ਕਰਕੇ ਇਹ ਬਹੁਤ ਦੁਖਾਂਤ ਹੈਗਾ ਸਾਡੇ ਨਾਲ ਕਿ ਸਾਨੂੰ ਆਪਣੀ ਡੇਟਸ ਦੀ ਕਲੈਰਿਟੀ ਨਹੀਂ ਹੈਗੀ ਹੈ। ਤੇ ਸੰਗਤੀ ਤੌਰ ਤੇ ਇੱਥੇ ਜਿਹੜੇ 70-80 ਜਣੇ ਅਸੀਂ ਲੋਕ ਇਕੱਠੇ ਹੈਗੇ ਆ, ਐਟਲੀਸਟ ਉਹ ਕੈਲੰਡਰ ਤੇ ਅਸੀਂ ਦ੍ਰਿੜ ਰਹੀਏ ਔਰ ਉਸ ਕੈਲੰਡਰ ਦੇ ਹਿਸਾਬ ਨਾਲ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ 16 ਜੂਨ ਦਾ ਹੈਗਾ। ਤੇ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੈਗੇ ਆ, ਇਸ ਚੀਜ਼ ਨੂੰ ਦ੍ਰਿੜ ਕਰਕੇ ਹੀ ਜਾਈਏ ਕਿ ਅਸੀਂ ਨਾਨਕਸ਼ਾਹੀ ਕੈਲੰਡਰ ਨੂੰ ਹੀ ਫੋਲੋ ਕਰਾਂਗੇ। ਬਹੁਤ ਵਧੀਆ ਭੈਣ ਜੀ, ਬਹੁਤ ਵਧੀਆ, ਬਹੁਤ ਵਧੀਆ ਭੈਣ ਜੀ। ਸੰਗਤ ਨਾਲ ਪਲੀਜ਼ ਸ਼ੇਅਰ ਕੀਤਾ ਜਾਏ ਤਾਂ ਕਿ ਸਾਨੂੰ ਇਹਨਾਂ ਡੇਟਸ ਦੀ ਕੋਈ ਕਨਫਿਊਜ਼ਨ ਨਾ ਰਹੇ। ਬਿਲਕੁਲ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।